ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਆਪਣੇ ਸਮੇਂ ਮੁਤਾਬਕ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ। ਗੱਲ ਆ ਕਿ ਰੋਜ਼ ਕੁਛ ਨਾ ਕੁਛ ਨਵਾਂ ਪੰਗਾ ਪੈ ਜਾਂਦਾ, ਰੋਜ਼ ਨਵੀਆਂ ਖਬਰਾਂ ਆ ਜਾਂਦੀਆਂ, ਅਸੀਂ ਉਹਨਾਂ ਦੇ ਉੱਪਰ ਗੱਲਬਾਤ ਵੀ ਕਰਨੀ ਪੈਂਦੀ ਆ। ਅੱਜ ਵੀ ਗੱਲਬਾਤ ਕਰਾਂਗੇ, ਤੇ ਤਾਰ ਅਜੇ ਸਾਡੀ ਜਿਹੜੀ ਕੱਚੀ ਉਹ ਵੀ ਨਹੀਂ ਪੈਗਰੂ ਉਸੇ ਤਰ੍ਹਾਂ ਪਈ ਹੈ। ਨਾਲ ਪਰਵੀਰ ਬਾਠ ਹੋਰੀ। ਹੋਰ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ ਸੰਧਾਵਾਲੀਆ ਸਾਹਿਬ, ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ ਨੇ? ਸਿਹਤਾਂ ਮਹਾਰਾਜ ਵਧੀਆ। ਦੁੱਧ ਦਾ ਕੱਪ ਪੀਤਾ, ਸ਼ੱਕਰ ਪਾ ਕੇ ਮੌਜਾਂ ਲੱਗੀਆਂ ਪਈਆਂ। ਆਹਾ ਦੇਖੋ ਗੱਲ ਹੈ ਵੀ ਇਹਦੇ ਨਾਲ ਦੀ ਮੌਜ ਨਹੀਂ ਹੋਰ ਕਿਤੇ ਵੀ ਲੱਭਣੀ। ਬਾਕੀ ਤੇ ਚਲੋ ਸਾਰਾ ਕੁਝ ਸੈੱਟ ਆ, ਪਰ ਇਹ ਅਚਾਨਕ ਮਤਲਬ ਦੁੱਧ ਤੇ ਸ਼ੱਕਰ ਇੱਦਾਂ ਕਿੱਦਾਂ? ਮਤਲਬ ਇਹ ਅਚਾਨਕ ਕੋਈ ਸਿਹਤ ਮਤਲਬ ਕੋਈ ਚੇਂਜ ਕੀਤੀ ਡਾਈਟ ਕੋਈ ਦੱਸੀ ਕਿਸੇ ਨੇ? ਡਾਈਟ ਨਹੀਂ ਚੇਂਜ ਕੀਤੀ, ਉਹ ਅਗਲੇ ਕੇਨੀਆਂ ਲਿਆਏ ਸੀ ਦੁੱਧ ਦੀਆਂ ਨਵੀਆਂ। ਮੈਂ ਕਿਹਾ ਚਲੋ ਹੁਣ ਚਾਹ ਵੀ ਪੀਣੀ ਆ, ਵੱਧ ਦੁੱਧ ਵਾਲੀ ਚਾਹ। ਪਹਿਲਾਂ ਚਾਹ ਸਿੰਪਲ ਪੀਤੀ ਇੱਕ ਦਿਨ, ਦੂਜੇ ਦਿਨ ਕਿਹਾ ਦੁੱਧ ਥੋੜ੍ਹਾ ਜਿਹਾ ਵਧਾ ਦਿਓ, ਫਿਰ ਕਿਹਾ ਪਾਣੀ ਘਟਾ ਹੀ ਦਿਓ, ਤੁਸੀਂ ਇਕੱਲਾ ਦੁੱਧ ਹੀ ਲੈ ਆਓ। ਮਤਲਬ ਸਿੱਧਾ ਨਹੀਂ ਦੁੱਧ ਪੱਤੀ ਦੇ ਆਏ? ਇੰਨਾ ਟਾਈਮ ਲੱਗਾ? ਇੰਨਾ ਟਾਈਮ ਲੱਗਾ। ਚਲੋ ਵਧੀਆ ਗੱਲ ਇਹ ਆ ਕਿ ਵੀ ਤੁਸੀਂ ਤੇ ਦੁੱਧ ਪੱਤੀ ਤੇ ਹੁਣ ਆਏ ਹੋ, ਪਰ ਬਹੁਤੇ ਬੰਦੇ ਜਾਂ ਪੋਲੀਟੀਕਲ ਪਾਰਟੀਆਂ ਉਹ ਹੁਣ ਇਮੀਡੀਏਟਲੀ ਦੁੱਧ ਪੱਤੀ ਤੇ ਪਹੁੰਚ ਗਈਆਂ। ਦੁੱਧ ਪੱਤੀ ਮੈਂ ਤਾਂ ਕਿਹਾ ਵੀ ਮਤਲਬ ਜਿਹੜੀ ਗੱਲ ਤੇ ਪਹੁੰਚਣਾ ਹੁੰਦਾ ਉਹਦੇ ਯਾਰ ਇਹ ਹੁੰਦਾ ਪਹਿਲਾਂ ਆਹ ਕਰ ਲਓ, ਫਿਰ ਆਹ ਕਰ ਲਓ, ਫਿਰ ਆਹ ਕਰ ਲਓ, ਫਿਰ ਆਹ ਕਰ ਲਓ। ਕੱਲ੍ਹ ਆਪਾਂ ਗੱਲ ਕੀਤੀ ਸੀ ਵੀ ਰਾਜਪਾਲ ਸਾਹਿਬ ਨੂੰ ਮਿਲਣ ਗਏ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦਾ ਵਫਦ। ਅੱਜ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅੱਜ ਕਾਂਗਰਸ ਪਾਰਟੀ ਵਾਲੇ ਮਿਲ ਕੇ ਆਏ ਨੇ। ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਨਾਲ ਹੋਰ ਲੀਡਰ ਸਾਹਿਬਾਨਾਂ ਨੂੰ ਲੈ ਕੇ ਉਹ ਗਏ। ਉਹ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਗਲਤ ਹੋ ਰਿਹਾ ਮਹਾਰਾਜ, ਇੱਕ ਤਾਂ ਆਬਕਾਰੀ ਨੀਤੀ ਯਾਨੀ ਕਿ ਸ਼ਰਾਬ ਵਾਲੀ ਨੀਤੀ, ਉਹਦੀ CBI ਜਾਂਚ ਕਰ ਦੇਵੇ। ਇੱਕ ਜਿਹੜੀ ਮਾਈਨਿੰਗ ਉਸ ਏਰੀਏ ਦੇ ਵਿੱਚ ਬਾਰਡਰ ਏਰੀਏ 'ਚ ਹੋਈ ਪਿਛਲੇ ਦਿਨੀ ਕੋਰਟ ਨੇ ਰੁਕਵਾਈ ਸੀਗੀ, ਉਹਦੀ ਕਹਿੰਦੇ ਜਾਂਚ NIA ਤੋਂ ਹੋਣੀ ਚਾਹੀਦੀ ਮਹਾਰਾਜ। ਵੀ ਇਹਦਾ ਬਹੁਤ ਵੱਡੀਆਂ ਗੱਲਾਂ ਹੋ ਗਈਆਂ ਨੇ ਦੋ, ਤੇ ਇਹਦਾ ਫਿਕਰ ਉਹਨਾਂ ਨੇ ਜ਼ਾਹਰ ਕੀਤਾ। ਦੇਖੋ, ਪ੍ਰਤਾਪ ਸਿੰਘ ਬਾਜਵਾ ਸਾਹਿਬ ਖੁਦ ਵੀ ਜਿੱਧਰਲੇ ਪਾਸਿਓਂ ਗੁਰਦਾਸਪੁਰ ਕਾਦੀਆਂ ਵਾਲੇ ਪਾਸੇ ਆਉਂਦੇ ਆ, ਬਾਰਡਰ ਤੋਂ ਬਹੁਤਾ ਦੂਰ ਨਹੀਂ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਵੱਧ ਚੰਗੇ ਤਰੀਕੇ ਪਤਾ ਹੋਊਗਾ ਬਾਕੀ ਲੋਕਾਂ ਦੇ ਮੁਕਾਬਲੇ ਕਿ ਬਾਰਡਰ ਦੀਆਂ ਸਮੱਸਿਆਵਾਂ ਕੀ ਨੇ, ਸੁਰੱਖਿਆ ਦੇ ਮਾਇਨੇ ਕੀ ਨੇ, ਕਿਉਂਕਿ ਉਹਨਾਂ ਨੇ ਜਿਹੜੀ ਗੱਲ ਆਖੀ ਹੈ ਉਹ ਹੈ ਇੰਪੋਰਟੈਂਟ। ਦੇਖੋ, ਇਹ ਨਹੀਂ ਦੇਖਣਾ ਚਾਹੀਦਾ ਕਿ ਉਹ ਕਾਂਗਰਸ ਦੇ ਲੀਡਰ ਨੇ ਜਾਂ ਬੀਤੇ ਕੱਲ੍ਹ ਅਕਾਲੀ ਦਲ ਗਿਆ ਜਾਂ ਭੜਕ ਨੂੰ ਬਸਪਾ ਜਾਂ ਆਪ ਵਾਲੇ ਭਾਜਪਾ ਵਾਲੇ ਜਾਣ, ਉਧਰਲੇ ਪਾਸੇ ਨੂੰ ਨਾ ਜਾ ਕੇ। ਕਿਉਂਕਿ ਜਦੋਂ ਦੇਸ਼ ਦੀ ਸੁਰੱਖਿਆ ਸਿਕਿਉਰਿਟੀ ਦਾ ਮਸਲਾ ਹੈ ਸੰਧਾਲੀਆ ਸਾਹਿਬ, ਉਦੋਂ ਤਾਂ ਆਪਾਂ ਸਾਰਿਆਂ ਨੂੰ ਇੱਕੋ ਟਰੈਕ ਦੇ ਉੱਤੇ ਹੋਣਾ ਚਾਹੀਦਾ ਨਾ। ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਪਹਿਲਾਂ ਵੀ ਇਸ ਗੱਲ ਦੀ ਚਰਚਾ ਚੱਲੀ ਸੀ, ਇਹ ਕੁਝ ਸਾਲ ਪਹਿਲਾਂ ਦੀ ਗੱਲ ਸੀ ਕਿ ਬਾਰਡਰ ਏਰੀਆ ਦੇ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਵੱਡੇ ਵੱਡੇ ਖੱਡੇ ਬਣਾਤੇ ਆ, ਤੇ ਉਹ ਘੁਸਪੈਠ ਕਰਨ ਵਾਲਿਆਂ ਲਈ, ਬਾਕੀਆਂ ਲਈ ਕਿਤੇ ਨਾ ਕਿਤੇ ਸ਼ੈਲਟਰ ਸਾਬਿਤ ਹੋ ਸਕਦੇ ਆ। ਕਿਉਂਕਿ ਬਾਰਡਰ ਦੇ ਨੇੜੇ ਪੱਧਰੀ ਜ਼ਮੀਨ ਹੋਵੇ, BSF ਵਾਲਿਆਂ ਨੂੰ, ਸਾਡੀ ਸੁਰੱਖਿਆ ਫੋਰਸ ਨੂੰ ਨਜ਼ਰ ਰੱਖਣੀ ਦੂਰਬੀਨ ਦੇ ਰਾਹੀਂ ਹੋਰ ਤਰੀਕਿਆਂ ਦੇ ਨਾਲ ਸੁਖਾਲੀ। ਤਾਂ ਜੇ ਕੰਮ ਟੇਢਾ ਮੇਢਾ ਉੱਚਾ ਨੀਵਾਂ ਟੋਇਆਂ ਵਾਲਾ ਹੋਊਗਾ, ਓਨਾ ਹੀ ਕੰਮ ਔਖਾ, ਓਨਾ ਖਤਰਾ ਵੱਧਦਾ। ਹੁਣ ਪਹਿਲੀ ਗੱਲ ਮੈਂ ਕਹਿੰਦਾ ਕਿ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਜੇ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਜਾਣ ਤਾਂ ਕਿੰਨਾ ਚੰਗਾ ਹੋਵੇ। ਕਿਉਂਕਿ ਸਰਕਾਰ ਭਗਵੰਤ ਮਾਨ ਸਾਹਿਬ ਦੀ ਹੈ, ਆਮ ਆਦਮੀ ਪਾਰਟੀ ਦੀ ਹੈ। ਉਹ ਦਾਅਵਾ ਕਰਦੇ ਆ ਕਿ ਅਸੀਂ ਕੰਮ ਬੜਾ ਵਧੀਆ ਕਰਦੇ ਹਾਂ। ਵਿਰੋਧੀ ਧਿਰਾਂ ਕਹਿੰਦੀਆਂ ਕਿ ਇਹਨੂੰ ਨਿਕੰਮੀ ਸਰਕਾਰ ਕੋਈ ਨਹੀਂ। ਭਾਈ, ਜੇ ਨਿਕੰਮੀ ਸਰਕਾਰ ਹੈ ਤੁਸੀਂ ਇਕੱਠੇ ਹੋ ਜਾਓ, ਕਿਉਂਕਿ 16, 17, 18 ਬੰਦੇ ਕਾਂਗਰਸ ਦੇ, 3 ਬੰਦੇ ਅਕਾਲੀ ਦਲ ਦੇ, 2 ਬੰਦੇ ਭਾਜਪਾ ਦੇ, 1 ਬਸਪਾ ਦੇ। ਤੁਸੀਂ ਜੇ 24-25 ਜਾਣੇ ਹੋਵੋਗੇ, ਇਕੱਠੇ ਹੋ ਕੇ ਰਾਜਪਾਲ ਸਾਹਿਬ ਕੋਲ ਜਾਓਗੇ ਜਾਂ ਕਿਸੇ ਮੁੱਦੇ ਦੇ ਉੱਤੇ ਸਾਂਝੇ ਤੌਰ ਤੇ ਪੰਜਾਬ ਦੇਸ਼ ਨੂੰ ਲੈ ਕੇ ਜੇ ਗੱਲ ਕਰੋਗੇ, ਸਰਕਾਰ ਤੇ ਦਬਾਅ ਵਧੂ ਤਾਂ ਸਰਕਾਰ ਛੇਤੀ ਉਧਰਲੇ ਪਾਸੇ ਕੰਮ ਕਰੂ। ਲੋਕਾਂ ਨੂੰ ਵੀ ਲੱਗੂ ਕਿ ਜੇ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਕਿਸੇ ਮੁੱਦੇ ਤੇ ਗੱਲ ਕਰ ਰਹੀਆਂ ਤਾਂ ਗੱਲ ਠੀਕ ਹੋਣੀ ਹੈ। ਹੁਣ ਅਕਾਲੀ ਦਲ ਵਾਲੇ ਕੱਲ੍ਹ ਗਏ ਨੇ ਐਕਸਾਈਜ਼ ਪਾਲਿਸੀ ਦੇ ਮੁੱਦੇ ਤੇ, ਸ਼ਰਾਬ ਨੀਤੀ ਦੇ ਮੁੱਦੇ ਤੇ। ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਅਗਵਾਈ ਦੇ ਵਿੱਚ ਕਾਂਗਰਸੀ ਅੱਜ ਗਏ। ਇੱਕ ਤਾਂ ਰਾਜਪਾਲ ਸਾਹਿਬ ਦਾ ਟਾਈਮ ਦੋਹਰਾ ਲੱਗਾ, ਕਿਉਂਕਿ ਇਹਦੇ ਵਿੱਚ ਇੰਨੀ ਗੱਲ ਤਾਂ ਬੜੀ ਕਲੀਅਰ ਹੈ ਕਿ ਉਹ ਵੀ ਕਹਿੰਦੇ ਜੀ 500 ਕਰੋੜ ਦਾ ਘਪਲਾ, ਇਹ ਵੀ ਕਹਿੰਦੇ ਜੀ 500 ਕਰੋੜ ਦਾ ਘਪਲਾ। ਤੇ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਪਾਲਿਸੀ ਦਿੱਲੀ ਸਰਕਾਰ ਨੇ ਲਾਗੂ ਕਰਕੇ ਵਾਪਸ ਲੈ ਲਈ, ਉਹ ਪੰਜਾਬ ਦੇ ਵਿੱਚ ਵੀ ਵਾਪਸ ਹੋਣੀ ਚਾਹੀਦੀ ਹੈ। ਜਿੱਥੇ ਦਿੱਲੀ 'ਚ ਜਾਂਚ ਹੋ ਰਹੀ ਹੈ, ਜੇ ਬਿਲਕੁਲ ਉਹੀ ਕਾਪੀ ਪੇਸਟ ਪੰਜਾਬ 'ਚ ਕੀਤੀ ਗਈ ਤਾਂ ਪੰਜਾਬ 'ਚ ਵੀ ਜਾਂਚ ਹੋਣੀ ਚਾਹੀਦੀ ਹੈ, ਜਾਂਚ ਹੋ ਜਾਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਆਪਾਂ ਨੂੰ ਇਸ ਗੱਲ ਦੇ ਹੱਕ 'ਚ ਹੋਣਾ ਚਾਹੀਦਾ, ਕਿਉਂਕਿ ਅਧਿਕਾਰੀ ਤਨਖਾਹਾਂ ਲੈਂਦੇ ਕਿਹੜਾ ਵੱਧ ਪੈਸੇ ਲੱਗਣੇ ਆ। ਪਰ ਦੂਸਰੇ ਪਾਸੇ ਸੰਧਾਲੀਆ ਸਾਹਿਬ, ਜਿਹੜੀ ਆ ਗੱਲ ਸਿਕਿਉਰਿਟੀ ਦੀ ਹੈ, ਕਿਉਂਕਿ ਪਿਛਲੇ ਦਿਨੀ ਜਦੋਂ BSF ਵਾਲਿਆਂ ਨੇ ਕਿਹਾ ਸੀ ਇਸ ਮੁੱਦੇ ਤੇ ਕਿ ਭਾਈ ਇੱਥੇ ਮਾਈਨਿੰਗ ਹੋਈ ਜਾਂਦੀ ਹੈ, ਜਾਇਜ਼ ਨਾਜਾਇਜ਼ ਦਾ ਨਹੀਂ ਉਹਨਾਂ ਨੇ ਕਿਹਾ ਸੀ। ਉਹ ਕਹਿੰਦੇ ਸਾਨੂੰ ਨਹੀਂ ਪਤਾ ਕੌਣ ਕਰਦਾ ਹੈ।
ਹੁਣ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਜੀ ਰਾਤ ਨੂੰ ਵੀ ਮਾਈਨਿੰਗ ਹੋਈ ਜਾਂਦੀ ਆ, ਵੱਡੀਆਂ ਵੱਡੀਆਂ ਲਾਈਟਾਂ ਜਗਾ ਕੇ ਕਰਦੇ ਆ, BSF ਵਾਲਿਆਂ ਨੂੰ ਡਰੋਨ ਦਾ ਪਤਾ ਨਹੀਂ ਲੱਗਦਾ। NIA ਤੋਂ ਜਾਂਚ ਕਰਾਈ ਜਾਵੇ ਕਿ ਇਹਦੇ ਪਿੱਛੇ ਹੈ ਕੌਣ। ਬੜੀ ਚੰਗੀ ਗੱਲ ਆ। ਮੈਨੂੰ ਲੱਗਦਾ ਕਿ ਦਾਇਰਾ ਥੋੜਾ ਜਿਹਾ ਵਿਸ਼ਾਲ ਕਰ ਲਿਆ ਜਾਵੇ। ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਤਾਂ ਇਕੱਲੇ ਬਾਰਡਰ ਬੈਲਟ ਦੀ ਗੱਲ ਕੀਤੀ ਆ ਨਾ। ਮੈਂ ਕਹਿੰਦਾ ਕਿ ਸਾਰੇ ਪੰਜਾਬ ਦੇ ਵਿੱਚੋਂ ਜਿੱਥੋਂ ਰੇਤਾ ਪਿਛਲੇ ਸਮੇਂ ਦੇ ਵਿੱਚ ਨਜਾਇਜ਼ 2 ਨੰਬਰ 'ਚ ਕੱਢੀ ਗਈ ਹੈ, ਉਹਦੀ ਜਾਂਚ ਕਰਾ ਲਓ ਤੁਸੀਂ, ਪੰਜਾਬ ਦੀ ਏਜੰਸੀ ਤੋਂ ਕਰਾ ਲਓ ਤੁਸੀਂ, ਕੇਂਦਰ ਦੀ ਏਜੰਸੀ ਤੋਂ। ਕਿਉਂਕਿ ਇੱਕ ਪਾਸੇ ਤਾਂ ਵਿਦੇਸ਼ੋਂ ਖਤਰਾ, ਦੂਜੇ ਪਾਸੇ ਤੁਹਾਨੂੰ ਯਾਦ ਹੋਣਾ ਥੋੜੇ ਸਾਲ ਪਹਿਲਾਂ ਸਤਲੁਜ 'ਚ ਹੜ੍ਹ ਆਏ ਸੀ। ਉਦੋਂ ਵੀ ਇਹੀ ਕਹਿੰਦੇ ਸੀ ਨਾ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਨੇ ਕੰਢੇ ਭੋਰ ਦਿੱਤੇ। ਉਹਨਾਂ ਨੇ ਸਤਲੁਜ ਦਰਿਆ ਦੇ ਕੰਢੇ ਪਤਲੇ ਕਰ ਦਿੱਤੇ ਕਿ ਭਾਈ ਉੱਥੋਂ ਦੀ ਟਰੈਕਟਰ ਟਰਾਲੀਆਂ ਟਿੱਪਰ ਲੰਘਾਉਣੇ ਹੁੰਦੇ ਆ, 2 ਨੰਬਰ 'ਚ ਮਾਈਨਿੰਗ ਕਰਨੀ ਹੁੰਦੀ। ਕਿੱਡਾ ਵੱਡਾ ਨੁਕਸਾਨ ਹੋਇਆ, ਉਹਦੀ ਵੀ ਤਾਂ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ 15 ਸਾਲ ਹੋ ਗਏ ਰੌਲਾ ਪਾਉਂਦਿਆਂ ਨੂੰ ਕਿ ਭਾਈ ਸਾਨੂੰ ਸਸਤੇ ਭਾਅ ਮਿਲਦੀ ਰੇਤਾ ਮਹਿੰਗੇ ਭਾਅ ਮਿਲੀ ਹੈ। ਉਹ ਲੋਕ ਜਿਹੜਾ ਰੌਲਾ ਪਾਉਂਦੇ ਸੀ ਵਿੱਚੇ ਹੀ ਜਾਂਚ ਕਰ ਲਈ ਜਾਵੇ। ਆਖਿਰਕਾਰ ਪਤਾ ਲੱਗ ਜੂਗਾ ਨਾ ਕਿ ਇਸ ਸਾਰੇ ਮਾਫੀਏ ਦਾ ਸਰਗਨਾ ਕੌਣ ਹੈ, ਕਿਹੜੇ ਢਿੱਡ ਦੇ ਵਿੱਚ ਪੈਸੇ ਜਾਂਦੇ ਆ। ਹੁਣ ਕਿਉਂਕਿ ਕੇਂਦਰ ਸਰਕਾਰ ਦੀ ਏਜੰਸੀ ਨੂੰ ਬੇਨਤੀ ਕੀਤੀ ਹੈ, ਚੰਗੀ ਗੱਲ ਹੈ ਬੇਨਤੀ ਕੀਤੀ, ਸਿਕਿਉਰਿਟੀ ਦਾ ਮਸਲਾ ਬੜਾ ਵੱਡਾ, ਪਰ ਨਾਲ ਦੀ ਨਾਲ ਕੇਂਦਰ ਦੇ ਵਿੱਚ ਸਰਕਾਰ ਵੀ ਉਹੀ ਹੈ ਜਿਹੜੀ ਕਹਿੰਦੀ ਕਿ ਕਾਲਾ ਧਨ ਨਹੀਂ ਚਾਹੀਦਾ, ਬਰਾਬਰ ਦੇ ਉੱਤੇ ਇੱਕ ਕਾਲੇ ਧਨ ਦੀ ਇਕਨੋਮੀ ਨਹੀਂ ਚਾਹੀਦੀ। ਤਾਂ ਜਿਨ੍ਹਾਂ ਨੇ ਰੇਤਾ ਦੇ ਵਿੱਚੋਂ 2 ਨੰਬਰ 'ਚ ਪੈਸੇ ਕਮਾਏ ਆ, 1 ਨੰਬਰ 'ਚ ਤਾਂ ਨਹੀਂ ਹੋ ਗਏ ਹੋਣੇ। ਨੋਟ ਕਿਤੇ ਨਾ ਕਿਤੇ ਸਰਾਣਿਆਂ 'ਚ ਪਾ ਕੇ ਬੈਠੇ ਹੋਣੇ ਆ, ਮੁੜ ਕੇ ਇਲੈਕਸ਼ਨਾਂ ਦੇ ਉੱਤੇ ਲਾਉਣਗੇ, ਕਿਸੇ ਹੋਰ ਕਾਰੋਬਾਰ ਦੇ ਉੱਤੇ ਲਾਉਣਗੇ। ਉਹ ਸਾਰੀ ਜਾਂਚ ਨਾਲ ਹੀ ਕਰਾ ਲਈ ਜਾਵੇ, ਰੇਤਾ ਦਾ ਮਸਲਾ ਹੀ ਖਤਮ ਹੋ ਜਾਏ। ਦੇਖੋ ਗੱਲਾਂ ਤੁਸੀਂ ਬਹੁਤ ਵਧੀਆ ਕੀਤੀਆਂ ਬਾਟ ਸਾਹਿਬ, ਪਰ ਦੇਖੋ ਇਤਰਾਜ਼ ਉਜਰ ਜਿਹੜਾ ਉਹ ਭਾਈਚਾਰੇ ਨੂੰ ਹੋ ਜਾਂਦਾ, ਉਹਦੇ ਭਾਈਚਾਰਾ ਲੀਡਰਾਂ ਦਾ ਜੀ। ਪਹਿਲੀ ਗੱਲ ਤਾਂ ਤੁਸੀਂ ਇਹ ਕਹੀ ਵੀ ਯਾਰ ਸਾਰੇ ਬੰਦੇ ਇਕੱਠੇ ਹੋ ਕੇ ਰਾਜਪਾਲ ਸਾਹਿਬ ਨੂੰ ਇੱਕ ਵਾਰ ਮਿਲਾਓ ਤੇ ਰਾਜਪਾਲ ਸਾਹਿਬ ਦਾ ਇੱਕ ਵਾਰ ਟਾਈਮ ਲੱਗੂਗਾ, ਇੱਦਾਂ ਕਿੱਦਾਂ? ਮਤਲਬ ਉਹ ਗੱਲਾਂ। ਫਿਰ ਹੁਣ ਤੁਸੀਂ ਇਹ ਦੇਖੋ ਵੀ ਕੱਲ ਬਕਾਇਦਾ ਵੀਡੀਓ ਚੱਲੀ, ਕੈਮਰੇ ਲੱਗੇ, ਫੋਟੋਆਂ ਆਈਆਂ, ਭਾਸ਼ਣ ਲੱਗੇ, ਉਹਦੇ 'ਚ ਇੱਕ ਪਾਰਟੀ ਹਾਈਲਾਈਟ ਹੋਈ। ਅੱਜ ਜਦੋਂ ਆਪਾਂ ਗੱਲ ਕਰਦੇ ਪਏ ਉਦੋਂ ਫਿਰ ਉਸੇ ਤਰ੍ਹਾਂ ਕੈਮਰੇ ਲੱਗੇ, ਫੋਟੋਆਂ ਆਈਆਂ, ਵੀਡੀਓ ਆਈ, ਪੱਤਰਕਾਰ ਭਾਈਚਾਰੇ ਦਾ ਟਾਈਮ ਲੱਗਾ, ਫਿਰ ਵੀਡੀਓ ਆਈ ਅਤੇ ਉਹ ਸਾਰੇ ਕੁਝ ਦੇ ਵਿੱਚ ਦੂਜੀ ਪਾਰਟੀ ਨੂੰ ਫਾਇਦਾ ਹੈ। ਹੁਣ ਲੋਕਾਂ ਨੂੰ ਅਲੱਗ-ਅਲੱਗ ਪਤਾ ਲੱਗਾ ਵੀ ਇੱਕ ਆਹ ਪਾਰਟੀ ਆ, ਇੱਕ ਆਹ ਪਾਰਟੀ ਆ, ਇੱਕ ਆਹ ਲੀਡਰ ਸਾਹਿਬਾਨ ਨੇ, ਇੱਕ ਆਹ ਲੀਡਰ ਸਾਹਿਬਾਨ ਨੇ। ਹਾਂ, ਮੁੱਦਾ ਭਾਵੇਂ ਇੱਕ ਹੋਵੇ, ਕੀ ਫਰਕ ਪੈਂਦਾ? ਪਾਰਟੀ ਤੇ ਅੱਡੋ ਅੱਡ ਆ ਨਾ ਜੀ। ਦੂਜੀ ਗੱਲ ਇਹ ਵੀ ਜਿਹੜੀ ਮਾਈਨਿੰਗ ਵਾਲੀ ਗੱਲ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕੀਤੀ, ਉਹਦੇ 'ਚ ਇੱਕ ਗੱਲ ਵੈਸੇ ਸੋਚਣ ਵਾਲੀ ਹੈ ਵੀ ਜਿਹੜਾ ਬਾਰਡਰ ਵਾਲਾ ਏਰੀਆ, ਕੀ ਗੱਲ ਉਹ ਪੰਜਾਬੋਂ ਬਾਹਰ ਰਿਹਾ ਵੀ ਇੰਨੇ ਚਿਰ ਤੋਂ? ਕਿਉਂਕਿ ਬਾਜਵਾ ਸਾਹਿਬ ਨੇ ਵੀ ਗੱਲ ਕੀਤੀ, ਉਹ ਕਹਿੰਦੇ ਵੀ ਇਹਦਾ ਉਜਰ ਇਤਰਾਜ਼ ਹੁਣ ਵਾਲੇ ਮੁੱਖ ਮੰਤਰੀ ਜਾਂ ਇਸ ਤੋਂ ਪਿਛਲੇ ਮੁੱਖ ਮੰਤਰੀ ਵੀ ਕਰਦੇ ਰਹੇ ਵੀ ਮਹਾਰਾਜ ਇੱਧਰ ਕੁਛ ਨਾ ਕੁਛ ਪਤਾ ਕਰਨਾ ਚਾਹੀਦਾ। ਹੁਣ ਗੱਲ ਆ ਵੀ ਮੁੱਖ ਮੰਤਰੀ ਤੋਂ ਵੱਡਾ ਤਾਂ ਕੋਈ ਅਹੁਦਾ ਹੁੰਦਾ ਹੀ ਨਹੀਂ। ਜੇ ਪਿਛਲੇ ਸਮੇਂ ਵਾਲੇ ਵੀ ਉਜਰ ਇਤਰਾਜ਼ ਕਰਦੇ ਰਹੇ ਵੀ ਹਾਂਜੀ ਜਾਂਚ ਕਰਾਵਾਂਗੇ, ਚੱਲ ਤਾਂ ਰਿਹਾ ਕੁਛ, ਉਹਦੇ 'ਚ ਹੋਰ ਕਿਸੇ ਨੂੰ ਕੁਛ ਯਾਦ ਆਵੇ ਨਾ ਆਵੇ, ਕੈਪਟਨ ਸਾਹਿਬ ਦੀ ਹੈਲੀਕਾਪਟਰ ਯਾਤਰਾ ਤੇ ਹਰੇਕ ਨੂੰ ਚੇਤੇ ਆ ਨਾ ਵੀ ਉਹਨਾਂ ਨੇ ਵੇਖ ਕੇ ਦੱਸਿਆ ਸੀ ਵੀ ਉਹ ਆਹ ਕੀ ਚੱਲੀ ਜਾਂਦਾ, ਉਹ ਕਿੰਨੇ ਕੁ ਦਿਨਾਂ ਲਈ ਬੰਦ ਹੋਇਆ ਸੀ ਸਾਰਾ ਕੁਛ, ਉਹ ਵੀ ਸਾਰਿਆਂ ਨੂੰ ਪਤਾ। ਹੁਣ ਸਵਾਲ ਇਹ ਆ ਵੀ ਜੀ ਉਸ ਲੈਵਲ ਤੱਕ ਦੇ, ਉਸ ਪੱਧਰ ਤੱਕ ਦੇ ਜਿਹੜੇ ਲੀਡਰ ਨੇ ਜਾਂ ਜਿਹੜੀ ਕੁਰਸੀ ਆ, ਜਿਹੜੀ ਪਾਵਰ ਆ, ਉਹਦੇ ਵੀ ਸਿਰਫ ਧਿਆਨ 'ਚ ਹੀ ਗੱਲ ਆਉਂਦੀ ਹੈ। ਜੋ ਕਹਿੰਦੇ ਆ ਵੀ ਆਪਾਂ ਕਰਾਂਗੇ, ਫਿਰ ਉਹ ਚੀਜ਼ ਬੰਦ ਹੁੰਦੀ ਨਹੀਂ। ਵੀ ਐਸਾ ਕਿਹੜਾ ਮੋਗਾ ਜਿਹੜਾ ਵੀ ਮਤਲਬ ਪਿੱਛੋਂ ਲੋਡ ਹੀ ਜ਼ਿਆਦਾ ਵੀ ਕਿਸੇ ਕੋਲੋਂ ਵੀ ਨੱਕਾ ਨਹੀਂ ਲੱਗਦਾ? ਮੈਨੂੰ ਲੱਗਦਾ ਕਿ ਇੱਕ ਲੀਡਰ ਨੇ ਪੰਜਾਬ ਦੇ ਵਿੱਚ ਜਿਹੜੇ ਇਸ ਮਾਮਲੇ 'ਚ ਚੰਗੀ ਭੂਮਿਕਾ ਨਿਭਾ ਸਕਦੇ ਆ। ਪਿਛਲੇ ਸਮੇਂ 'ਚ ਉਹਨਾਂ ਨੇ ਪਾਰਟੀ ਬਦਲੀ ਹੈ, ਉਹਨਾਂ ਦਾ ਨਾਮ ਹੈ ਸੁਨੀਲ ਜਾਖੜ, ਤੇ ਉਹ ਹੁਣ ਭਾਰਤੀ ਜਨਤਾ ਪਾਰਟੀ 'ਚ ਨੇ। ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਸਿੱਧੀਆਂ ਮੁਲਾਕਾਤਾਂ, ਪ੍ਰਧਾਨ ਮੰਤਰੀ ਸਾਹਿਬ ਸਰਕਾਰ ਦੇ ਹੈੱਡ ਨੇ, ਕਿਹੜੀ ਏਜੰਸੀ ਤੋਂ ਕਦੋਂ ਕਿੱਦਾਂ ਦੀ ਜਾਂਚ ਕਰਾਉਣੀ ਆ, ਸਾਰਾ ਕੁਝ ਉਹਨਾਂ ਦੇ ਅਧਿਕਾਰ ਖੇਤਰ 'ਚ ਹੈ ਕਿਉਂਕਿ ਕੈਬਨਿਟ ਦੇ ਮੁਖੀ ਹੈ। ਤੁਸੀਂ ਜਦੋਂ ਕੈਪਟਨ ਸਾਹਿਬ ਦੇ ਹੈਲੀਕਾਪਟਰ ਦਾ ਜ਼ਿਕਰ ਕੀਤਾ ਤੇ ਮੈਨੂੰ ਚੇਤਾ ਆ ਗਿਆ ਹੈ ਕੈਪਟਨ ਸਾਹਿਬ ਤੋਂ ਬਿਨਾਂ ਉਸ ਹੈਲੀਕਾਪਟਰ 'ਚ ਨਾਲ ਕੌਣ ਬੈਠਾ ਸੀ। ਮੈਨੂੰ ਯਾਦ ਹੈ ਸੁਨੀਲ ਜਾਖੜ ਸਾਹਿਬ ਦੇ ਨਾਲ ਇੰਟਰਵਿਊ ਕਰਦਿਆਂ ਜਦੋਂ ਨਜਾਇਜ਼ ਮਾਈਨਿੰਗ ਦੀ ਗੱਲ ਪੁੱਛੀ, ਉਹ ਕਹਿੰਦੇ ਜੀ ਮੈਂ ਨਾਲ ਹੀ ਸਾਂ ਕੈਪਟਨ ਸਾਹਿਬ ਦੇ। ਮੈਂ ਹੀ ਕਹਿੰਦੇ ਕੈਪਟਨ ਸਾਹਿਬ ਨੂੰ ਕਿਹਾ ਕਿ ਭਾਈ ਆਓ ਦੇਖੋ ਥੱਲੇ ਲੱਗਦਾ ਕਿ ਭਾਈ ਰਾਹੋਂ ਨਵਾਂ ਸ਼ਹਿਰ ਦੇ ਕੋਲ ਔਰ ਟਰਾਲੀਆਂ ਹੀ ਟਰਾਲੀਆਂ, ਟਿੱਪਰ ਹੀ ਟਿੱਪਰ, ਜਿਹੜੀਆਂ ਉਹ ਮਸ਼ੀਨਾਂ ਹੀ ਮਸ਼ੀਨਾਂ ਕਿ 2 ਨੰਬਰ 'ਚ ਰੇਤਾ ਕੱਢ ਹੁੰਦੀ ਆ। ਕਹਿੰਦੇ ਉਦੋਂ ਤੱਕ ਕਿਉਂਕਿ ਹੈਲੀਕਾਪਟਰ ਤੇਜ਼ ਜਾਂਦਾ, ਕਈ ਕਿਲੋਮੀਟਰ ਅੱਗੇ ਲੰਘ ਗਿਆ ਸੀ। ਮੈਂ ਕਹਿੰਦੇ ਕੈਪਟਨ ਸਾਹਿਬ ਨੂੰ ਕਹਿ ਕੇ ਹੈਲੀਕਾਪਟਰ ਵਾਪਸ ਮੁੜਵਾਇਆ ਕਿ ਦੇਖਣਾ ਜ਼ਰੂਰ ਹੈ। ਫਿਰ ਕਹਿੰਦੇ ਜੀ ਹੈਲੀਕਾਪਟਰ ਵਾਪਸ ਆਇਆ, ਅਸੀਂ ਪਾਇਲਟ ਨੂੰ ਕਿਹਾ ਕਿ ਭਾਈ ਇਹਨੂੰ ਵਾਪਸ ਲੈ ਕੇ ਚੱਲ। ਫਿਰ ਕਹਿੰਦੇ ਮੈਂ ਆਪ ਵੀ ਦੁਬਾਰਾ ਦੇਖਿਆ ਤੇ ਕੈਪਟਨ ਸਾਹਿਬ ਨੂੰ ਵੀ ਵਿਖਾਇਆ ਤੇ ਫਿਰ ਗਾਂਹ ਜਾ ਕੇ ਕੈਪਟਨ ਸਾਹਿਬ ਨੇ ਹੁਕਮ ਦਿੱਤੇ। ਹੁਣ ਜਾਖੜ ਸਾਹਿਬ ਨੂੰ ਪਤਾ ਹੈ ਕਿ ਭਾਈ 2 ਨੰਬਰ 'ਚ ਕੰਮ ਹੁੰਦਾ ਰਿਹਾ। ਜਾਖੜ ਸਾਹਿਬ ਵੈਸੇ ਵੀ ਉਹਨਾਂ ਦਾ ਹਲਕਾ ਵੀ ਬਾਰਡਰ ਤੋਂ ਦੂਰ ਨਹੀਂ ਹੈ, ਭਾਵੇਂ ਗੁਰਦਾਸਪੁਰ ਤੋਂ ਬਿਲਕੁਲ ਉਲਟੇ ਪਾਸੇ ਆ।
ਹੁਣ ਜਾਖੜ ਸਾਹਿਬ ਕਿਉਂਕਿ ਕੇਂਦਰ ਸਰਕਾਰ ਦੇ ਵਿੱਚ ਜਿਹੜੀ ਪਾਰਟੀ ਦਾ ਰਾਜ ਹੈ ਉਸ ਪਾਰਟੀ 'ਚ ਨੇ, ਪਾਰਟੀ ਦਾ ਪੰਜਾਬ ਦੇ ਉੱਤੇ ਧਿਆਨ ਵੀ ਬੜਾ ਹੈ। ਜਾਖੜ ਸਾਹਿਬ ਕਰੋ ਹਿੰਮਤ, ਤੁਹਾਡੀ ਪਾਰਟੀ ਦੀ ਸਰਕਾਰ ਰਹੀ ਹੈ, ਤੁਹਾਡੀ ਪਾਰਟੀ ਦੇ ਜਿਹੜੇ ਉਸ ਵੇਲੇ ਦੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਕਹਿੰਦੇ ਸੀ ਰੇਤੇ ਦੀਆਂ ਫਾਈਲਾਂ ਬੀਬੀ ਸੋਨੀਆ ਗਾਂਧੀ ਨੂੰ ਦਿੱਤੀਆਂ, ਹੈਲੀਕਾਪਟਰ ਦੇ ਵਿੱਚੋਂ ਤੁਸੀਂ ਕੰਮ ਦੇਖਿਆ ਵੀ ਸੀ। ਜੇ ਪਤਾ ਹੈ ਕਿੱਥੇ ਚੋਰ ਮੋਰੀ ਹੈ, ਜੇ ਪਤਾ ਹੈ ਕਿ ਬੋਰੀ ਦਾ ਮੂੰਹ ਜਿਹੜਾ ਕਿੱਥੋਂ ਖੁੱਲਾ, ਕਿੱਥੇ ਰੱਸੀ ਕੱਸ ਕੇ ਨਹੀਂ ਸੀ ਬੰਨੀ ਗਈ, ਜੇ ਕਿਤੇ ਜਨਤਕ ਤੌਰ ਤੇ ਅਦਾਲਤ ਦੇ ਵਿੱਚ, ਥਾਣੇ ਦੇ ਵਿੱਚ ਸਰਕਾਰ ਨੂੰ ਕੰਨ 'ਚ ਫੂਕ ਮਾਰ ਕੇ ਦੱਸ ਸਕਦੇ ਹੋ, ਦੱਸੋ ਜ਼ਰੂਰ, ਫਾਹ ਵੱਢੋ ਇਸ ਮਸਲੇ ਦਾ, ਕਿਉਂਕਿ ਆਪਾਂ ਲੰਬਾ ਨਹੀਂ ਖਿੱਚਣਾ। 20 ਸਾਲ ਹੋ ਗਏ ਇਸੇ ਮਸਲੇ ਦੇ ਆਲੇ ਦੁਆਲੇ ਤੁਰੇ ਫਿਰਦੇ ਆ। ਇਹ ਵੀ ਹੈ ਨਾਲ, ਤੇ ਦੇਖੋ ਜਾਖੜ ਸਾਹਿਬ ਉਹ ਵੀ ਚੇਤਾ ਕਰਾ ਸਕਦੇ ਆ, ਜਾਂ ਹੋ ਸਕਦਾ ਵੈਸੇ ਹੀ ਦੁਬਾਰਾ ਕਿਤੇ ਉਧਰੋਂ ਫੋਨ ਆ ਜਾਵੇ ਵੀ ਕੈਪਟਨ ਸਾਹਿਬ ਤੁਸੀਂ ਆਏ ਤੇ ਸੀਗੇ ਮਿਲਣ ਉਸ ਦਿਨ ਪ੍ਰਧਾਨ ਮੰਤਰੀ ਸਾਹਿਬ ਨੂੰ, ਉਹ ਫਾਈਲਾਂ ਤੁਸੀਂ ਨਾਲ ਲੈ ਕੇ ਨਹੀਂ ਆਏ, ਜਿਹੜੀ 40 ਬੰਦਿਆਂ ਦੀ ਗੱਲ ਕਰਦੇ ਸੀ, ਜਿਹੜੀ ਸੋਨੀਆ ਗਾਂਧੀ ਹੋਰਾਂ ਨੂੰ ਫਾਈਲ ਦਿੱਤੀ ਸੀ। ਕਿਉਂਕਿ ਜੇ ਉਧਰੋਂ ਹੀ ਉਹ ਫਾਈਲ ਪੁੱਜਦੀ ਕਰ ਦਿੱਤੀ ਜਾਵੇ, ਮੰਨ ਲਓ ਜਾਖੜ ਸਾਹਿਬ ਕਹਿ ਦੇਣ ਕੈਪਟਨ ਸਾਹਿਬ ਨੂੰ ਵੀ ਮੈਂ ਹੀ ਫੜ ਕੇ ਲੈ ਜਾਣਾ ਤੁਹਾਡੇ ਕੋਲੋਂ ਫਾਈਲਾਂ, ਤੇ ਆਪਾਂ ਉੱਪਰ ਫੜਾ ਦਿੰਦੇ ਆ, ਤੇ ਹੋ ਸਕਦਾ ਵੀ ਜਿੱਦਾਂ NIA ਨੇ ਆਣ ਕੇ ਦੁਬਾਰਾ ਤੋਂ ਜਾਂਚ ਸ਼ੁਰੂ ਕਰਨੀ ਆ ਜ਼ੀਰੋ ਤੋਂ, ਉਹਨਾਂ ਨੂੰ ਕਾਫੀ ਹੈਲਪ ਹੋ ਜਾਵੇ ਵੀ ਲਓ ਜੀ ਇੰਨਾ ਕੁ ਕੰਮ ਤੇ ਹੋਇਆ ਪਿਆ ਸੀ, ਹੁਣ ਇਸ ਤੋਂ ਅਗਲਾ ਕੰਮ ਆਪਾਂ ਨਜਿੱਠ ਲੈਂਦੇ। ਆਪਾਂ ਇਸ ਕਰਕੇ ਬੇਨਤੀ ਕਰ ਰਹੇ ਹਾਂ ਵੀ ਜਿੰਨੀ ਛੇਤੀ ਹੋ ਸਕੇ ਸਾਰਾ ਮਸਲਾ ਹੱਲ ਹੋਵੇ। ਜਿਹੜਾ ਰੋਜ਼ ਲੋਕਾਂ ਨੂੰ ਇਹ ਲੱਗਦਾ ਵੀ ਫਲਾਨੀ ਪਾਰਟੀ ਆਈ ਤੇ ਫਲਾਨੀ ਨੇ ਹੁਣ ਇਸ ਚੀਜ਼ ਨੂੰ ਰੋਕ ਦੇਣਾ, ਤੇ ਪਹਿਲਾਂ ਮਤਲਬ ਸੱਤਾ 'ਚ ਕੋਈ ਹੁੰਦਾ, ਵਿਰੋਧ ਕੋਈ ਕਰਦਾ, ਫਿਰ ਸੱਤਾ ਬਦਲ ਜਾਂਦੀ, ਵਿਰੋਧੀ ਹੋਰ ਹੋ ਜਾਂਦੇ ਨੇ, ਮਸਲਾ ਉਸੇ ਦਾ ਉਸੇ ਥਾਂ ਦੇ ਉੱਪਰ ਟਿਕਿਆ ਰਹਿੰਦਾ, ਉਹ ਥੋੜ੍ਹਾ ਬਹੁਤ ਚੇਂਜ ਹੋ ਜਾਊਗਾ। ਹੁਣ ਬਾਕੀ ਦੇਖੋ 40 ਬੰਦਿਆਂ ਦੇ ਨਾਵਾਂ ਵਾਲੀ ਫਾਈਲ ਕੌਣ ਕਦੋਂ ਕਿੱਥੇ ਪੁੱਜਦੀ ਕਰਦਾ ਜੀ, ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਜਾ ਰਹੇ ਨੇ ਰਾਜਪਾਲ ਦੇ ਕੋਲ ਸਾਰੀਆਂ ਪਾਰਟੀਆਂ ਦੇ ਲੀਡਰ, ਬਹੁਤ ਵਧੀਆ ਗੱਲ ਹੈ। ਫੋਲੋ ਅਪ ਲਿਓ ਭਾਈ, ਸਾਡੇ ਪੱਤਰਕਾਰਾਂ ਦੇ ਲਈ ਵੀ ਇਹ ਜ਼ਰੂਰੀ ਹੁੰਦਾ ਕਿ ਕੋਈ ਘਟਨਾ ਘਟੇ, ਗੱਲ ਹੋਵੇ, ਅਸੀਂ ਖਬਰ ਕਰੀਏ ਤਾਂ ਉਹਦੇ ਬਾਅਦ ਫੋਲੋ ਅਪ ਹੁੰਦਾ ਕਿ ਹੋਇਆ ਕੀ। ਮੰਨ ਲਓ ਕਿਸੇ ਦਾ ਐਕਸੀਡੈਂਟ ਹੋਇਆ, ਅਗਲੇ ਦਿਨ ਕਾਰਵਾਈ ਕੀ ਹੋਈ, ਜ਼ਖਮੀਆਂ ਦਾ ਕੀ ਹਾਲ ਹੈ, ਬੰਦੇ ਲੱਭੇ ਕਿ ਨਹੀਂ ਲੱਭੇ, ਅਣਪਛਾਤੇ ਤਾਂ ਨਹੀਂ, ਜੇ ਕਿਸੇ ਵਿਧਾਨ ਸਭਾ ਦੇ ਵਿੱਚ ਕਾਰਵਾਈ ਚੱਲਦੀ ਹੈ ਦੂਜੇ ਦਿਨ ਕੀ ਹੋਇਆ, ਕਿਸੇ ਨੇ ਸਵਾਲ ਪੁੱਛਿਆ ਤਾਂ ਜਵਾਬ ਕੀ ਦਿੱਤਾ। ਅਸੀਂ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਵੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਬੇਨਤੀ ਕਰਾਂਗੇ, ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਵੀ, ਕਿ ਤੁਸੀਂ ਰਾਜਪਾਲ ਸਾਹਿਬ ਦੇ ਕੋਲ ਗਏ ਹੋ, ਹਫ਼ਤੇ ਖੰਡ ਤੱਕ ਰਿਮਾਈਂਡਰ ਭੇਜ ਦਿਓ, ਦੁਬਾਰਾ ਫਿਰ ਜਾ ਆਇਓ। ਚਲੋ ਸੰਧਾਲੀਆ ਸਾਹਿਬ, ਨਾਲ ਦੀ ਨਾਲ ਆਪਾਂ ਹਰਜਿੰਦਰ ਸਿੰਘ ਧਾਮੀ ਸਾਹਿਬ ਐਡਵੋਕੇਟ ਨੇ, SGPC ਦੇ ਪ੍ਰਧਾਨ ਨੇ, ਆਪਾਂ ਉਹਨਾਂ ਦੀ ਗੱਲ ਕਰ ਲਈਏ। ਉਹਨਾਂ ਨੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਨਾਲ ਜੇਲ੍ਹਾਂ ਦੇ ਵਿੱਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਸਿੱਖ ਕੈਦੀ ਨੇ ਉਹਨਾਂ ਦੀ ਸੂਚੀ ਵੀ ਕਹਿੰਦੇ ਜੀ ਭੇਜੀ ਕਿ ਆਹ ਸਿੱਖ ਕੈਦੀ ਨੇ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਦੇ ਹਾਂ ਕਿ ਭਾਈ ਇਹਨਾਂ ਨੂੰ ਰਿਹਾ ਕਰੋ, ਇਹ ਸਜ਼ਾ ਪੂਰੀ ਕਰ ਚੁੱਕੇ ਆ ਤੇ ਉਹਨਾਂ ਦੀ ਰਿਹਾਈ ਦੇ ਲਈ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਸਾਹਿਬ ਸਾਨੂੰ ਟਾਈਮ ਦਿਓ, ਸਾਨੂੰ ਸਮਾਂ ਦਿਓ, ਅਸੀਂ ਬਹਿ ਕੇ ਗੱਲ ਕਰਨੀ ਹੈ। 3 ਚਿੱਠੀਆਂ ਪਹਿਲਾਂ ਲਿਖੀਆਂ, 3 ਕਹਿੰਦੇ ਜਵਾਬ ਨਹੀਂ ਕੋ ਆਇਆ। ਇਹ ਹੁਣ ਚੌਥੀ ਚਿੱਠੀ ਆ। ਆਪਾਂ ਕੱਲ ਹੀ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਦਾ ਜ਼ਿਕਰ ਕੀਤਾ ਸੀ, ਕੇਂਦਰ ਸਰਕਾਰ ਦੇ ਮੰਤਰੀ, ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਨ। ਉਹਨਾਂ ਨੇ ਕਿਹਾ ਸੀ ਕਿ ਕਿਸੇ ਨੇ ਕੋਈ ਸੂਚੀ ਨਹੀਂ ਦਿੱਤੀ, ਅਸੀਂ ਜਿੰਨਿਆਂ ਨੂੰ ਛੱਡਣ ਦਾ ਵਾਅਦਾ ਕੀਤਾ ਸੀ 2 ਨੂੰ ਛੱਡ ਕੇ ਬਾਕੀ ਜਿਹੜੇ ਆ ਉਹ ਰਿਹਾ ਕਰ ਦਿੱਤੇ ਆ, ਮੰਗ ਪੂਰੀ ਕੀਤੀ ਜਾ ਚੁੱਕੀ ਹੈ। ਮੈਂ ਤਾਂ ਕਹਿੰਦੇ ਬਾਰ-ਬਾਰ ਕਹਿਣਾ ਕਿ ਮੈਨੂੰ ਦੱਸੋ ਹੋਰ ਕੀ ਡਿਮਾਂਡ ਹੈ, ਕੌਣ ਹੈ, ਕਿਸੇ ਨੇ ਕਹਿੰਦੇ ਲਿਸਟ ਨਹੀਂ ਦਿੱਤੀ। ਹੁਣ ਜੇ SGPC ਦੇ ਪ੍ਰਧਾਨ ਸਾਹਿਬ ਦੁਆਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਆ, ਮੈਨੂੰ ਲੱਗਦਾ ਕਿ ਸਮਾਂ ਮਿਲਣਾ ਚਾਹੀਦਾ, ਉਹਨਾਂ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ, ਲਿਸਟ ਭੇਜਣ, ਨਾਲ ਸਾਰੀ ਡਿਟੇਲ ਬਣਾ ਕੇ ਭੇਜਣ। ਪਰ ਇੱਥੇ ਆਪਾਂ ਇਹ ਵੀ ਚੇਤਾ ਕਰ ਦਈਏ ਕਿ ਕਈ ਵਾਰੀ ਸੰਧਾਲੀਆ ਸਾਹਿਬ ਕੋਈ ਗੁੱਸਾ ਨਾ ਕਰੇ, ਜਾਣੀ ਗੱਲ ਬੜੀ ਕਲੀਅਰ ਹੈ। ਤੁਹਾਨੂੰ ਯਾਦ ਹੋਣਾ ਕਿ ਇੱਕ ਤਸਵੀਰ ਆਈ ਸੀ, ਇੱਕ ਵੀਡੀਓ ਆਈ ਸੀ ਸੰਗਰੂਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੁਕਮ ਦਿੱਤਾ SGPC ਨੂੰ ਕਿ ਸਾਰੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੰਮ ਕਰੋ। ਅਸੀਂ ਕਹਿੰਦੇ ਨੇ ਕਿ ਘੱਟ ਗਿਣਤੀਆਂ ਥੋੜ੍ਹੇ ਆ, ਪੱਖਪਾਤ ਹੁੰਦਾ, ਧੱਕਾ ਹੁੰਦਾ, ਬਿਲਕੁਲ ਠੀਕ ਹੈ। ਉਹ ਇੱਕ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਬੈਠੇ, ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਬੈਠੇ, ਪਰਮਜੀਤ ਸਿੰਘ ਸਰਨਾ ਸਾਹਿਬ ਵੀ ਬੈਠੇ, GK ਸਾਹਿਬ ਵੀ ਬੈਠੇ, ਹਰਮੀਤ ਸਿੰਘ ਕਾਲਕਾ ਸਾਹਿਬ ਵੀ ਬੈਠੇ, ਬੜੇ ਲੀਡਰ ਬੈਠੇ ਪੰਜਾਬ ਦੇ ਸਿੱਖ ਭਾਈਚਾਰੇ ਦੇ। ਕਮੇਟੀ ਬਣਾ ਲਈ ਸੀ, 2 ਮੈਂਬਰ ਬਾਅਦ ਚ ਵੀ ਸ਼ਾਮਲ ਕੀਤੇ ਸੀ ਕਿ ਇਹ ਕਮੇਟੀ ਭਾਵੇਂ ਸਿਆਸੀ ਤੌਰ ਤੇ ਬਖਰੇਵਿਆਂ ਵਾਲੇ ਬੰਦਿਆਂ ਦੀ ਹੈ, ਪਰ ਸਿੱਖ ਕੈਦੀਆਂ ਦੀ ਰਿਹਾਈ ਲਈ ਇਹ ਇੱਕ ਮਤ ਨੇ। ਕਿੱਥੇ ਆ ਕਮੇਟੀ ਬਈ? ਇਲੈਕਸ਼ਨ ਹੋ ਗਈ, ਇਸੇ ਮੁੱਦੇ ਤੇ ਚੋਣ ਲੜੀ 2-3 ਧਿਰਾਂ ਨੇ, ਬਾਅਦ ਵਿੱਚ ਕਮੇਟੀ ਕਦੇ ਇਕੱਠੀ ਕਿਉਂ ਨਹੀਂ ਬੈਠ ਸਕੀ? ਜੇ ਆਪਾਂ ਉਦਣ ਇਕੱਠੇ ਬੈਠ ਸਕਦੇ ਹਾਂ, ਦੁਬਾਰਾ ਇਕੱਠੇ ਕਿਉਂ ਨਹੀਂ ਬੈਠ ਸਕੇ? ਜਥੇਦਾਰ ਸਾਹਿਬ ਦਾ ਹੁਕਮ, SGPC ਦਾ ਉਦਮ, ਇੱਕ ਵਾਰੀ ਆਪਾਂ ਇਕੱਠੇ ਹੋ ਜੰਨੇ ਆ, ਮੁੜ ਕੇ ਕਿਹੜਾ ਸੱਪ ਸੁੰਘ ਗਿਆ, ਮੁੜ ਕੇ ਕੀ ਗੱਲ ਹੋ ਗਈ? ਜਾਣੀ ਕਿਤੇ ਨਾ ਕਿਤੇ ਇਹਦੇ ਤੋਂ ਸਿੱਖ ਸੰਗਤ ਦੇ ਮਨ 'ਚ ਇਹ ਗੱਲ ਜਾਂਦੀ ਹੈ ਕਿ ਭਾਈ ਠੀਕ ਹੈ,
ਆਮ ਬੰਦੇ ਦੇ ਲਈ ਤਾਂ ਇਹ ਮੁੱਦਾ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਬੰਦਾ ਸਜ਼ਾ ਪੂਰੀ ਕਰ ਚੁੱਕਾ ਉਹਦੀ ਰਿਹਾਈ ਹੋਣੀ ਚਾਹੀਦੀ ਹੈ, ਪਰ ਲੀਡਰ ਲਾਹੇ ਦੇ ਤੌਰ ਦੇ ਉੱਤੇ ਦੇਖਦੇ ਆ, ਲੀਡਰ ਆਪਣੇ ਹਿਸਾਬ ਕਿਤਾਬ ਨਾਲ ਦੇਖਦੇ ਆ। ਸਵਾਲ ਹੀ ਸਭ ਤੋਂ ਵੱਡਾ ਇਹ ਹੈ, ਹੁਣ ਦਿੱਲੀ ਕਿਹੜਾ ਪਤਾ ਨਹੀਂ ਲੱਗਦਾ ਹੋਊਗਾ, ਹੁਣ ਚਿੱਠੀਆਂ ਜਾਂਦੀਆਂ ਨੇ, ਇਹ ਚਿੱਠੀ ਤਾਂ ਉਸ ਕਮੇਟੀ ਵੱਲੋਂ ਜਾਣੀ ਚਾਹੀਦੀ ਸੀ। ਐਸਜੀਪੀਸੀ ਆਪਣਾ ਫਰਜ਼ ਪੂਰਾ ਕਰ ਰਹੀ ਹੈ, ਵਧੀਆ, ਪਰ ਕੀ ਐਸਜੀਪੀਸੀ ਦੁਆਰਾ ਬਣਾਈ ਗਈ ਕਮੇਟੀ ਵੱਲੋਂ ਚਿੱਠੀ ਸੰਧਾਵਾਲੀਆ ਸਾਹਿਬ ਨਹੀਂ ਸੀ ਜਾਣੀ ਚਾਹੀਦੀ? ਜੇ ਅੱਜ ਉਹ ਚਿੱਠੀ ਉਧਰੋਂ ਨਹੀਂ ਗਈ, ਐਸਜੀਪੀਸੀ ਨੂੰ ਇਹ ਵੀ ਕਲੀਅਰ ਕਰ ਦੇਣਾ ਚਾਹੀਦਾ ਕਿ ਭਾਈ ਕਿਹੜਾ ਬੰਦਾ ਉਸ ਕਮੇਟੀ ਦੇ ਪ੍ਰਤੀ ਰਿਸਪੌਂਸ ਨਹੀਂ ਦਿੰਦਾ। ਦੇਖੋ ਗੱਲ ਆ, ਜਿਹੜੀ ਕਮੇਟੀ ਆ ਉਹਦੇ ਬਾਰੇ ਤੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਮੇਟੀ ਦੇ ਵਿੱਚ ਜੇ ਆਪਾਂ ਪੰਜਾਬ ਵਾਲੇ ਪਾਸਿਓਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਗੱਲ ਕਰ ਲਈਏ ਤੇ ਜਿਹੜੀਆਂ ਲੰਘੀਆਂ ਸੰਗਰੂਰ ਵਾਲੀਆਂ ਜ਼ਿਮਨੀ ਚੋਣਾਂ ਨੇ ਉਹਦੇ ਵਿੱਚ ਹੀ ਸਿਮਰਨਜੀਤ ਸਿੰਘ ਮਾਨ ਸਾਹਿਬ ਐਂਡ ਬਾਦਲ ਸਾਹਿਬ ਆਮੋ ਸਾਹਮਣੇ ਹੋ ਗਏ ਸੀ। ਫਿਰ ਬਲਜੀਤ ਸਿੰਘ ਦਾਦੂਵਾਲ ਹੋਰੀ ਆ, ਉਹ ਵੀ ਉਹਦੇ ਵਿੱਚ ਸੀਗੇ। ਹਰਿਆਣਾ ਕਮੇਟੀ ਦਾ ਉਹ ਕਹਿੰਦੇ ਲਗਭਗ ਸੁਣਵਾਈ ਪੂਰੀ ਹੋ ਗਈ ਆ, ਫੈਸਲਾ ਕਿਸੇ ਵੇਲੇ ਵੀ ਆ ਸਕਦਾ। ਹੁਣ ਉਹਨਾਂ ਦਾ ਪੇਚਾ ਵੱਖਰੀ ਤਰ੍ਹਾਂ ਦਾ। ਦਿੱਲੀ ਵਾਲਿਆਂ ਦਾ ਜਿਹੜਾ ਰੌਲਾ ਉਹ ਆਪਾਂ ਪਿਛਲੇ ਦਿਨੀ ਕਈ ਮਸਲਿਆਂ ਦੇ ਵਿੱਚ ਆਲਰੇਡੀ ਸੁਣ ਚੁੱਕੇ ਹਾਂ ਵੀ ਉਹਨਾਂ ਦੇ ਵਖਰੇਵੇਂ ਕਿਵੇਂ ਨੇ। ਸੋ ਇੰਨੇ ਵਖਰੇਵਿਆਂ ਵਾਲੇ ਲੀਡਰਾਂ ਦਾ ਦੁਬਾਰਾ ਇਕੱਠੇ ਹੋਣਾ ਤੇ ਔਖਾ ਲੱਗਦਾ। ਪਰ ਚਲੋ ਜੇ ਮਸਲੇ ਦੀ ਗੱਲ ਆ ਤੇ ਮੈਂ ਨਾ ਚੰਗੀ ਗੱਲ ਆ ਕੱਲ੍ਹ, ਕਿਉਂਕਿ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਨੇ ਕਿਹਾ ਸੀ ਵੀ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਤੇ ਐਸਜੀਪੀਸੀ ਨੇ ਆਪਣੇ ਵੱਲੋਂ ਕਹਿ ਦਿੱਤਾ ਵੀ ਭਾਈ ਚਿੱਠੀਆਂ ਅਸੀਂ ਪਹਿਲਾਂ ਵੀ ਲਿਖੀਆਂ ਸੀ, ਆਹ ਲਓ ਨਾਵਾਂ ਦੀ ਲਿਸਟ, ਤੇ ਨਾਲੇ ਅਸੀਂ ਸਮਾਂ ਮੰਗ ਲਿਆ, ਅਸੀਂ ਤੁਹਾਨੂੰ ਬਹਿ ਕੇ ਵੀ ਦੱਸ ਦਿੰਦੇ ਹਾਂ ਵੀ ਕਿੱਥੇ ਕਿਹੜਾ ਕਿਹੜਾ ਬੰਦਾ ਤੇ ਕਿਹਦੀ ਅਸੀਂ ਰਿਹਾਈ ਮੰਗਦੇ ਹਾਂ। ਚੰਗੀ ਗੱਲ ਹੋਊਗੀ ਕਿ ਜੇ ਇਸ ਚੀਜ਼ ਦਾ ਮੁੱਦਾ ਮੇਰੇ ਖਿਆਲ ਨਾਲ ਪੰਜਾਬ ਦੀ ਜਿਹੜੀ ਬੀਜੇਪੀ ਵਾਲੀ ਲੀਡਰਸ਼ਿਪ ਹੈ ਉਹ ਵੀ ਜਾ ਕੇ ਉੱਪਰ ਚੁੱਕੇ ਕਿ ਮਹਾਰਾਜ ਇਹ ਇੱਕ ਮਸਲਾ ਹੈਗਾ, ਤੇ ਜੇ ਆਪਾਂ ਨੂੰ ਜਾਪਦਾ ਵੀ ਇਹਦੇ ਵਿੱਚ ਕੇਂਦਰ ਸਰਕਾਰ ਕੁਝ ਕਰ ਸਕਦੀ ਹੈ ਤੇ ਆਪਾਂ ਇਹਨੂੰ ਕਰਕੇ ਵਿਹਲੇ ਹੋਈਏ, ਕਿਉਂਕਿ ਉਹਦੇ ਨਾਲ ਫਾਇਦਾ ਤੇ ਅਲਟੀਮੇਟਲੀ ਬੀਜੇਪੀ ਨੂੰ ਹੀ ਹੈ ਨਾ। ਕਿਉਂਕਿ ਉਹ ਜਿਹੜੇ ਸਿੱਖ ਨੇ ਅੱਜ ਤੇ ਜੇਲ੍ਹਾਂ 'ਚ ਹੈ ਨਹੀਂ, ਸੀਗੀ ਉਹ ਪਹਿਲਾਂ ਦੇ, ਤੇ ਜੇ ਉਹ ਕੱਲ੍ਹ ਨੂੰ ਕਿਤੇ ਗੱਲ ਚੱਲੂਗੀ ਵੀ ਕਿਹੜੀ ਸਰਕਾਰ ਆਈ, ਕਿਹੜੇ ਬੰਦੇ ਸੀ ਜਿਨ੍ਹਾਂ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕੀਤਾ, ਤਾਂ ਉਹਦੇ 'ਚ ਨਾ ਆਊਗਾ ਬੀਜੇਪੀ ਦਾ ਵੀ ਮੋਦੀ ਸਾਹਿਬ ਨੇ ਇਹ ਕੰਮ ਕੀਤਾ। ਸੋ ਸਿਹਰਾ ਉਹਨਾਂ ਦੇ ਸਿਰ ਵੱਧ ਸਕਦਾ। ਬਾਕੀ ਟਾਈਮ ਮਿਲਦਾ ਨਹੀਂ ਮਿਲਦਾ ਇਹਦੇ 'ਤੇ ਅਜੇ ਲੱਗਣਾ ਵਕਤ। ਦੂਜੀ ਗੱਲ, ਤੁਸੀਂ WhatsApp ਫੋਲੋਅਪ ਦੀ ਕਰਦੇ ਸੀ। ਇੱਕ ਮਸਲਾ ਜਿਹੜਾ ਤਰਨਤਾਰਨ ਦੇ ਵਿੱਚ ਹੋਇਆ ਸੀਗਾ ਨਾ ਜੀ, ਈਸਾਈ ਭਾਈਚਾਰੇ ਨਾਲ ਸੰਬੰਧਿਤ ਗਿਰਜਾ ਘਰ ਦੇ ਵਿੱਚ ਜੋ ਭੰਨਤੋੜ ਹੋਈ, ਬਾਹਰ ਗੱਡੀ ਨੂੰ ਅੱਗ ਲਾਈ, ਹੋਰ ਰੌਲਾ ਰੱਪਾ ਪਿਆ, ਉਹਦੇ 'ਤੇ ਹੁਣ ਉੱਚ ਪੱਧਰੀ ਜਾਂਚ ਮੁੱਖ ਮੰਤਰੀ ਸਾਹਿਬ ਨੇ ਕਹਿ ਤਾ ਵੀ ਅਸੀਂ ਬਿਠਾਤੀ ਆ ਤੇ ਬਹੁਤ ਛੇਤੀ ਨਤੀਜੇ ਸਾਹਮਣੇ ਆ ਜਾਣਗੇ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿਆਂਗੇ। ਪਰ ਉਹਦੇ ਨਾਲ ਰਿਲੇਟਡ ਜਿਹੜਾ ਇੱਕ ਮਸਲਾ ਘੁੰਮਦਾ ਘੁਮਾਉਂਦਾ ਪਿਛਲੇ ਕਾਫੀ ਸਮੇਂ ਤੋਂ ਸੀਗਾ, ਪਿਛਲੇ ਦਿਨੀ ਜਥੇਦਾਰ ਸਾਹਿਬ ਦਾ ਬਿਆਨ ਵੀ ਸੀਗਾ, ਉਸ ਤੋਂ ਬਾਅਦ ਸਿਰਸਾ ਸਾਹਿਬ ਵੀ ਕਹਿਣ ਲੱਗ ਪਏ ਸੀ ਕਿ ਬਾਰਡਰ ਏਰੀਏ ਦੇ ਵਿੱਚ ਜਿਹੜੇ ਲੋਕ ਧਰਮ ਪਰਿਵਰਤਨ ਕਰਦੇ ਨੇ ਜੀ ਉਹਦੇ ਲਈ ਕੌਣ ਜ਼ਿੰਮੇਵਾਰ ਹੈ। ਹੁਣ ਇਹੀ ਚੀਜ਼ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਔਜਲਾ ਸਾਹਿਬ, ਉਹਨਾਂ ਨੇ ਵੀ ਕਹਿਤਾ, ਉਹ ਕਹਿੰਦੇ ਜੀ ਧਰਮ ਪਰਿਵਰਤਨ ਹੋ ਰਿਹਾ ਜੀ, ਐਸਜੀਪੀਸੀ ਨੂੰ ਜਵਾਬ ਦੇਣਾ ਚਾਹੀਦਾ ਵੀ ਕਿਉਂ ਹੋ ਰਿਹਾ। ਦੇਖੋ ਭਾਈ ਸਾਹਿਬ, ਗੱਲ ਸੰਧਾਲੀਆ ਜੀ ਇੱਦਾਂ ਕਿ ਜਦੋਂ ਵਿਦੇਸ਼ ਦੇ ਵਿੱਚ ਜਾਂ ਕਿਸੇ ਵੀ ਥਾਂ ਦੇ ਉੱਤੇ ਕੋਈ ਬੰਦਾ ਕਿਸੇ ਧਰਮ ਨੂੰ ਮੰਨਦਾ, ਮੰਨ ਲਓ ਕੋਈ ਬੰਦਾ ਸਿੱਖ ਬਣਦਾ, ਤਾਂ ਬਹੁਤ ਵੱਡੀ ਪੱਧਰ ਦੇ ਉੱਤੇ ਖਬਰਾਂ ਲੱਗਦੀਆਂ ਕਿ ਭਾਈ ਦੇਖੋ ਇਸ ਬੰਦੇ ਨੇ ਸਿੱਖ ਧਰਮ ਦੀ ਖਾਸੀਅਤ ਨੂੰ ਦੇਖ ਕੇ ਉਹਨੂੰ ਜੁਆਇਨ ਕਰ ਲਿਆ, ਉਹ ਸਿੱਖ ਬਣ ਗਿਆ, ਬੜੀ ਵੱਡੀ ਗੱਲ ਹੈ। ਹਰ ਬੰਦੇ ਦਾ ਹੱਕ ਹੈ ਕਿ ਉਹ ਕਿਹੜੇ ਧਰਮ ਨੂੰ ਮੰਨਣਾ ਚਾਹੁੰਦਾ। ਹੁਣ ਜਦੋਂ ਹੱਕ ਹੈ ਤੇ ਉਹਦੇ ਪਿੱਛੇ ਕਾਰਨ ਕੀ ਰਹੇ ਨੇ ਉਹ ਬਹੁਤ ਜ਼ਰੂਰੀ ਹੈ। ਜਾਣੀ ਕਿਸੇ ਬੰਦੇ ਨੂੰ ਹੋ ਸਕਦਾ ਕਿ ਇਹ ਇੱਕ ਵੱਖਰੀ ਗੱਲ ਹੈ ਕਿ ਕਿਸੇ ਧਰਮ ਦੀ ਖਾਸੀਅਤ ਨੇ ਖਿੱਚਿਆ ਕਿ ਭਾਈ ਆਹ ਗੱਲ ਜਿਹੜੀ ਹੈ ਮੇਰੇ ਵਿਚਾਰਾਂ ਦੇ ਅਨੁਕੂਲ ਹੈ, ਮੈਨੂੰ ਚੰਗੀ ਲੱਗੀ, ਮੈਂ ਉਧਰ ਚੱਲਿਆ, ਠੀਕ ਹੈ, ਬੜੇ ਆਰਾਮ ਦੇ ਨਾਲ ਸਾਰਾ ਕੁਝ ਹੋਣਾ ਚਾਹੀਦਾ। ਮੰਨ ਲਓ ਕਿ ਦੋ ਚੀਜ਼ਾਂ ਨੇ, ਇੱਕ ਬਹੁਤ ਵਧੀਆ ਲੱਗੀ, ਉਧਰ ਨੂੰ ਕੋਈ ਬੰਦਾ ਚਲੇ ਗਿਆ, ਪਰ ਦੂਸਰੇ ਪਾਸੇ ਆ ਕਿ ਇੱਕ ਖੜੀ ਚੀਜ਼ ਦੇ ਵਿੱਚ ਕਿ ਜਿਹੜੀ ਇੱਕ ਚੀਜ਼ ਸਥਿਰ ਹੈ ਇੱਕ ਥਾਂ ਦੇ ਉੱਤੇ, ਉਹਦੇ ਵਿੱਚ ਜੇ ਕੋਈ ਘਾਟ ਆਉਂਦੀ ਹੈ, ਜੇ ਕੋਈ ਬੰਦਾ ਉਹਦੇ ਕਰਕੇ ਜਾਂਦਾ ਤਾਂ ਬਿਲਕੁਲ ਵੱਖਰੀ ਗੱਲ ਹੈ। ਹੁਣ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਸਵਾਲ ਕੀਤਾ ਕਿਉਂਕਿ ਜਿਹੜੀ ਚਰਚ ਦੇ ਵਿੱਚ ਘਟਨਾ ਘਟੀ ਸੀ ਉਹਦੇ ਤੋਂ ਬਾਅਦ ਵੱਡੀ ਪੱਧਰ ਤੇ ਚਰਚਾ ਚੱਲੀ। ਪਹਿਲਾਂ ਨਿਹੰਗ ਸਿੰਘਾਂ ਦੀ ਤੇ ਈਸਾਈ ਭਾਈਚਾਰੇ ਦੇ ਕੁਝ ਲੋਕਾਂ ਦੀ ਇੱਕ ਝੜਪ ਵੀ ਹੋਈ ਸੀ, ਉਹਦੇ ਵਿੱਚ ਵੀ ਬਿਆਨ ਆਏ ਸੀ ਕਿ ਭਾਈ ਨਿਹੰਗ ਸਿੰਘਾਂ ਦੇ ਉੱਤੇ ਪਰਚਾ ਨਾ ਕੀਤਾ ਜਾਵੇ, ਬੜਾ ਕੁਝ ਚੱਲਿਆ। ਇਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਇੱਕ ਚੁਣੌਤੀਪੂਰਨ ਸਮਾਂ ਹੈ ਕਿ ਅਸੀਂ ਭਾਈਚਾਰਕ ਏਕਤਾ ਦੇ ਵਿੱਚ ਕਿੱਦਾਂ ਰਹਿਣਾ। ਹੁਣ ਔਜਲਾ ਸਾਹਿਬ ਨੇ ਜਿਹੜੇ ਦੋਸ਼ ਲਾਏ ਨੇ, ਮੈਨੂੰ ਲੱਗਦਾ ਕਿ ਉਸ ਮੁੱਦੇ ਦੇ ਉੱਤੇ ਜਵਾਬ ਐਸਜੀਪੀਸੀ ਜ਼ਰੂਰ ਦੇ ਕੇ ਮਾਮਲੇ ਨੂੰ ਖਤਮ ਕਰੇ। ਔਜਲਾ ਸਾਹਿਬ ਨੇ ਕਿਹਾ, ਕਹਿੰਦੇ ਡਿਊਟੀ ਨਹੀਂ ਨਿਭਾਈ ਗਈ। ਐਸਜੀਪੀਸੀ ਵਾਲੇ ਪ੍ਰਬੰਧਕ ਉਹ ਕਹਿੰਦੇ ਜੀ ਏਸੀ ਕਮਰਿਆਂ 'ਚ ਬਹਿੰਦੇ ਆ, ਧਰਮ ਪ੍ਰਚਾਰ ਤੇ ਧਿਆਨ ਨਹੀਂ ਦਿੱਤਾ, ਧਰਮ ਪ੍ਰਚਾਰ ਘਟ ਗਿਆ, ਜਿਹਦੇ ਕੰਮ ਦੇ ਲਈ ਐਸਜੀਪੀਸੀ ਦਾ ਗਠਨ ਹੋਇਆ। ਉਹਨਾਂ ਨੇ ਵੀ ਕਹਿ ਦਿੱਤਾ, ਉਹ ਕਹਿੰਦੇ ਜੀ ਅਕਾਲੀ ਦਲ ਦੀਆਂ ਰੈਲੀਆਂ ਦੇ ਲਈ ਲੰਗਰ ਐਸਜੀਪੀਸੀ ਦੇ ਗੁਰੂ ਘਰਾਂ ਦੇ ਲੰਗਰਾਂ ਦੇ ਵਿੱਚੋਂ ਜਾਂਦਾ ਸੀ, ਤੇ ਜੇ ਕਹਿੰਦੇ ਰੈਲੀਆਂ ਦੇ ਲਈ ਲੰਗਰ ਜਿਹੜਾ ਉਹ ਪ੍ਰਦਾਨ ਕਰਨ ਨਾਲ ਧਿਆਨ ਰਹਿਣਾ ਹੈ, ਫਿਰ ਧਰਮ ਪ੍ਰਚਾਰ ਵੱਲ ਨਹੀਂ ਰਹਿਣਾ। ਫਿਰ ਉਹ ਬਾਦਲ ਪਰਿਵਾਰ ਤੇ ਵੀ ਲੈ ਗਏ। ਉਹ ਕਹਿੰਦੇ ਜੇ ਹੁਣ ਸਾਰਾ ਧਿਆਨ ਅਕਾਲੀ ਦਲ ਦਾ, ਜਿਹੜੇ ਪੰਥ ਦੇ ਨਾਂ ਤੇ ਵੋਟਾਂ ਲੈਂਦੇ ਆ,
ਜਾਂ SGPC ਦਾ, ਜਿਨ੍ਹਾਂ ਨੇ ਧਰਮ ਪ੍ਰਚਾਰ ਕਰਨਾ ਹੈ, ਉਹਨਾਂ ਦਾ ਸਾਰਾ ਧਿਆਨ ਕਹਿੰਦੇ ਜੀ ਬਾਦਲ ਪਰਿਵਾਰ ਦੀ ਸੇਵਾ ਦੇ ਵਿੱਚ ਰਹੂਗਾ, ਤਾਂ ਫਿਰ ਆਮ ਲੋਕਾਂ ਦੇ ਮਨਾਂ ਦੇ ਵਿੱਚ ਕਈ ਕੁਛ ਆਊਗਾ। ਹੁਣ ਇਹ ਗੱਲਾਂ ਛੋਟੀਆਂ ਨਹੀਂ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ, ਉਹ ਵੀ 2 ਵਾਰ ਦੇ ਜਿੱਤੇ ਹੋਏ, ਤੀਸਰੀ ਵਾਰ ਇਲੈਕਸ਼ਨ ਲੜਨ ਦੀ ਤਿਆਰੀ ਆ ਉਹਨਾਂ ਦੀ। ਤੇ ਜਦੋਂ ਅਗਲੇ ਅੰਮ੍ਰਿਤਸਰ ਦੇ ਵਿੱਚ ਬੈਠ ਕੇ ਏਡੇ ਵੱਡੇ ਸਵਾਲ ਕਰਦੇ ਆ, ਉਹ ਵੀ ਉਸ ਮੌਕੇ ਤੇ ਜਦੋਂ ਬਾਰ-ਬਾਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਭਾਈ ਬਾਰਡਰ ਬੈਲਟ ਦੇ ਵਿੱਚ ਸਿੱਖ ਵੀ ਧਰਮ ਪਰਿਵਰਤਨ ਕਰ ਰਿਹਾ ਤੇ ਗਿਣਤੀ ਵਧੀ ਜਾਂਦੀ ਹੈ। ਮੈਨੂੰ ਇਹ ਵੀ ਨਹੀਂ ਲੱਗਦਾ ਕਿ SGPC ਨੂੰ ਇਹਨੂੰ ਆਲੋਚਨਾ ਦੇ ਤੌਰ ਤੇ ਲੈਣਾ ਚਾਹੀਦਾ। ਜਿੱਥੇ ਕਿਤੇ ਗਲਤ ਲੱਗਦਾ ਠੋਕ ਕੇ ਜਵਾਬ ਦਿਓ ਗੁਰਜੀਤ ਸਿੰਘ ਔਜਲਾ ਸਾਹਿਬ ਨੂੰ, ਪਰ ਜੇ ਕਿਤੇ ਲੱਗਦਾ ਕਿ ਕਮੀ ਕਮਜ਼ੋਰੀ ਅਣਗਹਿਲੀ ਕਿਤੇ ਰਹੀ ਹੈ, ਉਹਨੂੰ ਨਾਲ ਦੀ ਨਾਲ ਦੂਰ ਵੀ ਕਰ ਲਈਏ ਤਾਂ ਚੰਗਾ। ਇਹ ਵੈਸੇ ਮੁੱਦਾ ਚਰਚਾ ਦਾ ਵਿਸ਼ਾ ਅੱਜ ਦਾ ਨਹੀਂ, ਇਸ ਤੋਂ ਪਹਿਲਾਂ ਵੀ ਥੋੜਾ ਬਣਦਾ ਰਿਹਾ ਕਿ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਏਰੀਏਜ਼ ਨੇ, ਉਹਨਾਂ ਏਰੀਆਜ਼ ਦੇ ਵਿੱਚ ਪਹਿਲਾਂ ਜਦੋਂ ਧਰਮ ਪਰਿਵਰਤਨ ਦੀ ਸ਼ੁਰੂਆਤ ਹੁੰਦੀ ਆ ਤਾਂ ਉਹ ਛੋਟੇ ਲੈਵਲ ਤੇ ਹੁੰਦੀ ਹੈ, ਫਿਰ ਹੌਲੀ ਹੌਲੀ ਉਹਦੇ ਵਿੱਚ ਵਾਧਾ ਹੁੰਦਾ। ਹੁਣ ਜਦੋਂ ਆਪਾਂ ਪੰਜਾਬ ਦੇ ਵਿੱਚ ਜ਼ਿਕਰ ਕਰਦੇ ਹਾਂ, ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਂ ਐਸੇ ਨੇ ਜਿੱਥੇ ਵੱਡੇ ਵੱਡੇ ਚਰਚ ਨੇ, ਬਹੁਤ ਵੱਡੀਆਂ ਕਹਿ ਲਓ ਕਿ ਵੀ ਉਹਨਾਂ ਦੀਆਂ ਸਭਾਵਾਂ ਹੁੰਦੀਆਂ ਨੇ, ਜਾਂ ਜਿਹੜੇ ਲੋਕ ਇਕੱਠੇ ਹੁੰਦੇ ਨੇ ਰੱਬ ਦਾ ਨਾਂ ਲੈਂਦੇ ਨੇ। ਤੇ ਜਦੋਂ ਉਹਨਾਂ ਲੋਕਾਂ ਨੂੰ ਦੇਖਿਆ ਜਾਂਦਾ ਤੇ ਉਹਨਾਂ ਦੇ ਜਿਹੜੇ ਚਿਹਰੇ ਮੋਹਰੇ ਨੇ, ਉਹਨਾਂ ਤੋਂ ਇਦਾਂ ਲੱਗਦਾ ਵੀ ਯਾਰ ਜਿਵੇਂ ਇਹ ਬੰਦਾ ਪਹਿਲਾਂ ਇਸ ਧਰਮ ਨੂੰ ਬਿਲੋਂਗ ਨਹੀਂ ਸੀ ਕਰਦਾ, ਇਹ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦਾ ਸੀ। ਜਦੋਂ ਨਾਵਾਂ ਦੀ ਗੱਲ ਕਰਦੇ ਹਾਂ, ਨਾਮ ਹੀ ਉਹ ਉੱਦਾਂ ਦੇ ਨਹੀਂ ਹੁੰਦੇ, ਫਿਰ ਬੰਦੇ ਨੂੰ ਲੱਗਦਾ ਵੀ ਯਾਰ ਅਚਾਨਕ ਤੋਂ ਇਹ ਜਿਹੜੀ ਤਬਦੀਲੀ ਹੈ ਕਿਉਂ? ਇਹ ਚਾਹੇ ਆਪਾਂ ਦੁਆਬੇ ਦੀ ਗੱਲ ਕਰ ਲਈਏ, ਚਾਹੇ ਮਾਝੇ ਦੀ ਗੱਲ ਕਰ ਲਈਏ, ਇਹ ਚੀਜ਼ ਹੈਗੀ ਆ। ਹੁਣ ਇਹ ਚਰਚਾ ਦਾ ਵਿਸ਼ਾ ਬਣੀ ਆ। ਇਹਦੇ 'ਤੇ ਮੇਰੇ ਖਿਆਲ ਨਾਲ ਜਿਹੜੀਆਂ ਸੰਬੰਧਿਤ ਧਿਰਾਂ ਨੇ, ਜਿਨ੍ਹਾਂ ਦਾ ਵਾਕਈ ਫਰਜ਼ ਬਣਦਾ ਇਹਦੇ ਵਿੱਚ ਇੰਟਰਵੀਨ ਕਰਨ ਦਾ, ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ। ਪਰ ਹਾਂ, ਜੇ ਆਪਾਂ ਇਹਨੂੰ ਮਸਲਾ ਬਣਾ ਲਈਏ, ਮੁੱਦਾ ਬਣਾ ਲਈਏ ਵੀ ਹਾਂਜੀ ਇਹਨੂੰ ਹੁਣ ਸਿਆਸੀ ਛੱਜ 'ਚ ਪਾ ਕੇ ਛੱਡਣਾ, ਉਹ ਚੀਜ਼ ਮਾੜੀ। ਕਿਉਂਕਿ ਸਿਆਸੀ ਛੱਜ ਦੇ ਵਿੱਚ ਜੇ ਕੋਈ ਚੀਜ਼ ਪੈ ਗਈ ਤਾਂ ਉਹਦੇ ਵਿੱਚੋਂ ਲੜਾਈ ਝਗੜੇ ਨਿਕਲਣੇ, ਉਹਦੇ ਵਿੱਚੋਂ ਕੋਈ ਹੱਲ ਨਹੀਂ ਨਿਕਲਣਾ। ਇਹ ਗੱਲ ਠੀਕ ਹੈ ਤੁਹਾਡੀ ਸੰਧਾਵਾਲੀਆ ਸਾਹਿਬ। ਤੇ ਹੁਣ ਨਾਲ ਦੀ ਨਾਲ ਗੁਰਮੀਤ ਸਿੰਘ ਮੀਤਹਿਰ ਹੋਰਾਂ ਵਾਲੇ ਪਾਸੇ ਚੱਲਣਾ ਹੈ। ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ, ਭਗਵੰਤ ਮਾਨ ਹੋਰੀ ਮੁੱਖ ਮੰਤਰੀ, ਤੇ ਮੀਤਹਿਰ ਹੋਰਾਂ ਨੇ ਇੱਕ ਐਲਾਨ ਕਰ ਦਿੱਤਾ। ਉਹ ਐਲਾਨ ਕੀ ਹੈ? ਉਹਦੇ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਦੇਖਣਾ ਪਊਗਾ ਕਿ ਆਮ ਹੀ ਹੁੰਦਾ ਜਦੋਂ ਵਿਦੇਸ਼ਾਂ ਦੇ ਵਿੱਚੋਂ ਕੋਈ ਜਾਂਦਾ, ਕਹਿੰਦੇ ਯਾਰ ਉੱਥੇ ਤਾਂ ਕੰਮ ਆਰਾਮ ਨਾਲ ਹੋ ਜਾਂਦਾ, ਘਰੇ ਬੈਠੇ ਹੋ ਜਾਂਦਾ, ਆਨਲਾਈਨ ਹੋ ਜਾਂਦਾ, ਦਫ਼ਤਰਾਂ ਦੇ ਵਿੱਚ ਖੱਜਲ ਖਰਾਬੀ ਨਹੀਂ ਹੁੰਦੀ, ਬਾਰ-ਬਾਰ ਗੇੜੇ ਨਹੀਂ ਮਾਰਨੇ ਪੈਂਦੇ, ਫਾਈਲਾਂ ਨੂੰ ਰਿਸ਼ਵਤ ਦੇ ਟਾਇਰ ਨਹੀਂ ਲਾਉਣੇ ਪੈਂਦੇ। ਆਹੀ ਘਾਟ ਹੈ ਬਸ, ਕਿ ਪੰਜਾਬ ਦੇ ਵਿੱਚ ਵੇਲੇ ਸਿਰ ਕੰਮ ਨਹੀਂ ਹੁੰਦਾ। ਬੰਦਾ ਦਫ਼ਤਰ ਜਾਂਦਾ, ਬਾਊ ਜੀ ਛੁੱਟੀ ਤੇ, ਮੈਨੇਜਰ ਸਾਹਿਬ ਛੁੱਟੀ ਤੇ, ਪਟਵਾਰੀ ਸਾਹਿਬ, ਤਹਿਸੀਲਦਾਰ ਸਾਹਿਬ ਕਿਸੇ ਕੰਮ ਗਏ ਆ, ਚਾਹੇ ਉਹ ਫੀਲਡ ਦੌਰੇ ਤੇ ਹੋਣ, ਬੰਦਾ ਦਿਹਾੜੀ ਭੰਨ ਕੇ ਜਾਂਦਾ, ਮੁੜ ਕੇ ਫਿਰ ਜਾਂਦਾ, ਮੁੜ ਕੇ ਕਾਗਜ਼ ਪਹਿਲਾਂ ਅਪਲਾਈ ਕਰਦਾ, ਫਿਰ ਲੈਣ ਜਾਂਦਾ। ਹੁਣ ਗੁਰਮੀਤ ਸਿੰਘ ਮੀਤਹਿਰ ਹੋਰਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਕੰਮ ਖਿੱਚ ਦਿੱਤਾ, ਪ੍ਰਸ਼ਾਸਨਿਕ ਸੁਧਾਰ ਕੀਤਾ। ਸੰਧਾਲੀਆ ਸਾਹਿਬ 283 ਤਰ੍ਹਾਂ ਦੀਆਂ ਸੇਵਾਵਾਂ, ਸਰਵਿਸਿਜ਼ ਉਹ ਕਹਿੰਦੇ ਜੀ ਆਨਲਾਈਨ ਕਰ ਦੇਣ ਲੱਗੇ ਆ। ਖਾਸ ਤੌਰ ਦੇ ਉੱਤੇ ਜਾਤੀ ਸਰਟੀਫਿਕੇਟ ਬਣਾਉਣਾ, ਡੈਥ ਸਰਟੀਫਿਕੇਟ, ਬਰਥ ਸਰਟੀਫਿਕੇਟ, ਇੱਕ ਰਹਿائش ਦਾ ਸਰਟੀਫਿਕੇਟ ਹੁੰਦਾ, ਰੈਜ਼ੀਡੈਂਸ ਸਰਟੀਫਿਕੇਟ, ਪੈਨਸ਼ਨ ਦੇ ਨਾਲ ਸੰਬੰਧਿਤ ਹੋਰ ਕਈ ਤਰ੍ਹਾਂ ਦੇ 283 ਤਰ੍ਹਾਂ ਦੀਆਂ ਸੇਵਾਵਾਂ ਨੇ। ਹੁਣ ਪਹਿਲਾਂ ਕੀ ਹੁੰਦਾ ਸੀ ਕਿ ਬੰਦਾ ਸੇਵਾ ਕੇਂਦਰ ਦੇ ਵਿੱਚ ਜਾਂਦਾ ਸੀ, ਜਾ ਕੇ ਅਪਲਾਈ ਕਰਦਾ ਸੀ ਕਿ ਮੈਂ ਮੰਨ ਲਓ ਕਿ ਰੈਜ਼ੀਡੈਂਸ ਸਰਟੀਫਿਕੇਟ ਹੀ ਹੈ ਕਿ ਮੈਂ ਇਸ ਖੇਤਰ ਦਾ ਰਹਿਣ ਵਾਲਾ ਹਾਂ, ਅਪਲਾਈ ਕਰਨ ਜਾਣਾ, ਫਿਰ ਉਹਨੂੰ ਲੈਣ ਜਾਣਾ, ਫਿਰ ਉੱਤੇ ਉਹ ਸਰਕਾਰੀ ਸਟਿੱਕਰ ਜਿਹਾ ਹੁੰਦਾ ਹੋਲੋਗ੍ਰਾਮ ਵਾਲਾ, ਉਹ ਲਵਾਉਣਾ, ਦਸਤਖਤ ਕਰਨੇ, 3-4 ਗੇੜੇ ਆਮ ਹੀ ਸੀ। ਹੁਣ ਮੀਤਹਿਰ ਹੋਰੀ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਕੀਤਾ ਸੀ ਵਾਅਦਾ ਕਿ ਪੰਜਾਬ ਦੇ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਖੱਜਲ ਖੁਆਰੀ ਤੋਂ ਮੁਕਤ ਕਰਨਾ। ਹੁਣ ਕਹਿੰਦੇ ਤੁਸੀਂ ਸੇਵਾ ਕੇਂਦਰ ਜਾਣਾ, ਦਸਤਾਵੇਜ਼ ਇੱਕੋ ਵਾਰੀ ਲੈ ਜਾਣੇ ਆ, ਉੱਥੇ ਜਾ ਕੇ 283 ਤਰ੍ਹਾਂ ਦੇ ਵਿੱਚੋਂ ਜਿਹੜਾ ਵੀ ਤੁਹਾਡਾ ਕੰਮ ਹੈ ਉਹਨੂੰ ਅਪਲਾਈ ਕਰ ਦੇਣਾ। ਫੇਰ ਨਹੀਂ ਕਹਿੰਦੇ ਜਾਣ ਦੀ ਲੋੜ। ਉੱਥੇ ਕੋਈ ਕਰਮਚਾਰੀ ਹੈਗਾ, ਕੋਈ ਨਹੀਂ ਹੈਗਾ, ਕੋਈ ਛੁੱਟੀ ਤੇ ਹੈ, ਤੁਹਾਨੂੰ ਘਰੇ ਬੈਠੇ ਈਮੇਲ ਦੇ ਉੱਤੇ ਉਹ ਸਰਟੀਫਿਕੇਟ ਆ ਜਾਊ, ਤੁਹਾਨੂੰ WhatsApp ਦੇ ਉੱਤੇ ਸਰਟੀਫਿਕੇਟ ਆ ਜਾਊ। ਜਾਣੀ ਕਿ ਤੁਸੀਂ ਮੰਨ ਲਓ ਸੋਮਵਾਰ ਅਪਲਾਈ ਕਰਿਆ, ਤੁਸੀਂ ਸ਼ੁੱਕਰਵਾਰ, ਸ਼ਨੀਵਾਰ ਜਾਂ ਅਗਲੇ ਸੋਮਵਾਰ ਤੁਸੀਂ ਬੱਸ ਦੇ ਵਿੱਚ ਆਪਣੇ ਕੰਮ ਤੇ ਜਾਂਦੇ ਆ, ਟਣ ਤੁਹਾਡੇ ਫੋਨ ਦੇ ਉੱਤੇ ਮੈਸੇਜ ਆਉਂਦਾ, ਤੁਸੀਂ WhatsApp ਜਾਂ ਈਮੇਲ ਖੋਲ੍ਹਦੇ ਹੋ, ਉਹਦੇ ਵਿੱਚ ਤੁਹਾਡਾ ਜਨਮ ਸਰਟੀਫਿਕੇਟ ਤਿਆਰ, ਉਹਦੇ ਵਿੱਚ ਤੁਹਾਡਾ ਜਿਹੜਾ ਪੈਨਸ਼ਨ ਦਾ ਕਾਗਜ਼ ਪੱਤਰ ਤਿਆਰ, ਉਹਦੇ ਵਿੱਚ ਤੁਹਾਡਾ ਰੈਜ਼ੀਡੈਂਸ ਸਰਟੀਫਿਕੇਟ ਤਿਆਰ। ਤੇ ਜੇ ਇਦਾਂ ਕਰਨ ਦੇ ਵਿੱਚ ਕਾਮਯਾਬ ਹੋ ਗਏ, ਬਹੁਤੀ ਡਿਲੇ ਨਾ ਹੋਈ, ਤਾਂ ਸੰਧਾਲੀਆ ਸਾਹਿਬ ਬੱਲੇ ਬੱਲੇ ਹੋ ਜੂ। ਤੇ ਨਾਲ ਲੱਗਦੀ ਉਹਨਾਂ ਨੇ ਵੀ ਕਹਿਤਾ ਕਿ 90 ਤੋਂ ਵੱਧ ਤਰ੍ਹਾਂ ਦੀਆਂ ਸੇਵਾਵਾਂ ਤੋਂ ਨੇ, ਤੁਹਾਨੂੰ ਜਾ ਕੇ ਵੀ ਅਪਲਾਈ ਕਰਨ ਦੀ ਲੋੜ ਨਹੀਂ, ਉਹ ਵੀ ਘਰੇ ਬੈਠੇ ਆਨਲਾਈਨ ਅਪਲਾਈ ਹੋ ਜਾਊਗਾ, ਤੁਹਾਨੂੰ ਘਰੇ ਬੈਠੇ ਕੰਮ ਬਣ ਕੇ ਆ ਜਾਊ। ਜੇ ਇਦਾਂ ਕਰਨ ਦੇ ਵਿੱਚ ਕਾਮਯਾਬ ਹੋ ਗਏ
ਲੋਕਾਂ ਦੀ ਦਿਹਾੜੀ ਭੱਜਣੋਂ ਵੀ ਬਚੂ, ਲੋਕਾਂ ਦਾ ਕਿਰਾਇਆ ਭਾੜਾ ਵੀ ਬਚੂ, ਤੇ ਬਾਹਰ ਜਿਹੜੇ ਏਜੰਟ ਤੁਰੇ ਫਿਰਦੇ ਹੁੰਦੇ ਰੁਪਈਏ ਧੇਲੇ ਖਾਣ ਨੂੰ, ਉਧਰਲੇ ਪਾਸੇ ਵੀ ਬਚਾਅ ਹੋ ਜੂ। ਦੇਖੋ ਬਾਠ ਸਾਹਿਬ, ਤੁਸੀਂ ਦਿਹਾੜੀ ਦੀ ਗੱਲ ਕੀਤੀ, ਫਿਰ ਤੁਸੀਂ ਦਿਹਾੜੀ ਭੱਜਣ ਦੀ ਗੱਲ ਕੀਤੀ। ਦੇਖੋ ਮੈਨੂੰ ਇਹਦੇ ਵਿੱਚ ਇੱਕੋ ਹੀ ਤੌਖਲਾ, ਬਾਕੀ ਸਾਰਾ ਕੁਝ ਸੈੱਟ ਹੈ। ਜਿਵੇਂ ਮੰਤਰੀ ਸਾਹਿਬ ਨੇ ਕਿਹਾ ਉੱਦਾਂ ਹੋ ਜਾਵੇ ਤੇ ਬਹੁਤ ਵਧੀਆ। ਹਰੇਕ ਬੰਦਾ ਚਾਹੁੰਦਾ ਵੀ ਇਹੀ ਆ ਵੀ ਇਹਦੇ ਤੋਂ ਵਧੀਆ ਹੋਰ ਕਿਹੜੀ ਚੀਜ਼ ਹੋ ਸਕਦੀ। ਪਰ ਜਦੋਂ ਦਿਹਾੜੀ ਭੱਜਣ ਦੀ ਗੱਲ ਕਰਦੇ ਆ ਨਾ, ਤੁਸੀਂ ਦੇਖੋ ਵੀ ਇਸ ਕੇਸ ਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਆਮ ਲੋਕਾਂ ਦੀ ਦਿਹਾੜੀ ਹੈ ਨਾ ਜੀ, ਉਹ ਨਹੀਂ ਭੱਜੂਗੀ, ਪਰ ਕਿਸੇ ਨਾ ਕਿਸੇ ਦੀ ਦਿਹਾੜੀ ਤੇ ਭੱਜੂਗੀ ਨਾ ਜੀ, ਕਿਉਂਕਿ ਜੇ ਮੰਨ ਲਓ ਆਨਲਾਈਨ ਹੀ ਸਾਰਾ ਕੁਝ ਹੋ ਗਿਆ। WhatsApp ਗੱਲ ਇਹ ਆ ਵੀ ਤੁਹਾਡੇ ਵਰਗਾ ਬੰਦਾ ਜਦੋਂ ਉੱਥੇ ਬੈਠਾ ਟਿਕ ਕਰ ਲੈਂਦਾ ਕੰਪਿਊਟਰ ਤੇ ਵੀ ਮੈਂ ਫਲਾਨਾ ਜੀ ਤੇ ਮੈਨੂੰ ਆਹ ਸੇਵਾ ਦਿੱਤੀ ਜਾਵੇ ਜੀ, ਤੇ ਸਰਕਾਰੀ ਫੀਸ ਹੋ ਸਕਦਾ 5 7 10 ਰੁਪਏ ਜੋ ਵੀ ਹੋਵੇ ਉਹ ਤੁਸੀਂ ਨਾਲ ਭਰ ਦਿਓ। ਹੁਣ ਤੁਸੀਂ ਤੇ 2 ਮਿੰਟ ਲਾਏ ਤੇ ਤੁਸੀਂ ਚੁੱਕ ਕੇ ਈਮੇਲ ਮਾਰੀ ਮੇਰੇ ਸਿਰ 'ਚ। ਹੁਣ ਮੈਨੂੰ ਉੱਥੇ ਕੰਮ ਕਰਨਾ ਪੈਣਾ ਕੰਪਿਊਟਰ ਤੇ ਜੀ, ਇੱਧਰੋਂ ਡਾਟਾ ਕੱਢੋ ਜੀ, ਉੱਧਰੋਂ ਕਰੋ ਜੀ, ਆਹ ਭਰੋ ਜੀ, ਉਹ ਭਰੋ ਜੀ, ਫਿਰ ਤੁਹਾਨੂੰ ਈਮੇਲ ਵੀ ਕਰੋ ਜੀ, ਤੇ ਇਹ ਸਾਰੇ ਕੁਛ ਦੇ ਵਿੱਚ ਮੇਰੀ ਤੇ ਦਿਹਾੜੀ ਲੱਗੀ ਨਾ, ਤੇ ਦਿਹਾੜੀ ਤੁਸੀਂ ਕਹਿੰਦੇ ਵੀ ਭੱਜਣੀ ਆ। ਤੇ ਹੁਣ ਕਾਰਨ ਹੈ ਵੀ ਇਹ ਜਿਹੜੀ ਚੀਜ਼ ਇੰਨੇ ਚਿਰ ਤੋਂ ਚੱਲਦੀ ਆ ਰਹੀ ਸੀਗੀ, ਕਿਉਂਕਿ ਹੁਣ ਤੇ ਆਪਾਂ ਕਈ ਵਾਰਾਂ ਵੀ ਉਹ ਸੁਣਦੇ ਨੇ ਉਹਦੇ ਚੁਟਕਲਿਆਂ ਦੇ ਵਿੱਚ ਵੀ ਉਹ ਕਹਿੰਦੇ ਵੀ ਯਾਰ ਬਾਕੀ ਤੇ ਸਾਰਾ ਕੁਝ ਠੀਕ ਹੈ, ਮੁੰਡਾ ਕੀ ਕੰਮ ਕਰਦਾ, ਉਹ ਕਹਿੰਦੇ ਜੀ ਫਲਾਣੇ ਥਾਂ ਤੇ ਲੱਗਾ। ਅੱਛਾ, ਇਹ ਤਨਖਾਹ ਕਿੰਨੀ, ਉਹ ਕਹਿੰਦੇ ਇੰਨੀ ਕੁ ਤਨਖਾਹ ਆ। ਉੱਦਾਂ ਉੱਤੋਂ ਇੰਨੇ ਕੁ ਬਣ ਜਾਂਦੇ ਆ। ਉਹ ਜਿਹੜਾ ਹੁਣ ਉੱਤੋਂ ਵਾਲਾ ਕੰਮ ਹੈ ਉਹਦਾ ਕੀ ਬਣੂਗਾ, ਤੇ ਜਿਹਦਾ ਬਣਦਾ ਸੀਗਾ ਜਦੋਂ ਉਹਦਾ ਨਹੀਂ ਬਣੂਗਾ, ਉਹ ਫਿਰ ਕਿੰਨੀ ਕੁ ਖੁਸ਼ੀ ਦੇ ਨਾਲ ਸੇਵਾ ਕਰੂਗਾ, ਕਿੰਨੀ ਕੁ ਖੁਸ਼ੀ ਦੇ ਨਾਲ ਈਮੇਲ ਭੇਜੂਗਾ। ਇਹ ਇੱਕ ਵੱਡਾ ਸਵਾਲ। ਮੈਂ ਇੱਥੇ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬੰਦੇ ਹੈਗੇ ਨੇ, ਤੰਗ ਹੁੰਦੇ ਨੇ, ਇਸੇ ਕਰਕੇ ਲੋਕਾਂ ਨੂੰ ਇਸ ਚੀਜ਼ ਦੀ ਤਕਲੀਫ ਸੀਗੀ, ਤੇ ਸ਼ਾਇਦ ਇਸੇ ਚੀਜ਼ ਨੂੰ ਦੂਰ ਕਰਨ ਦਾ ਕਰਕੇ ਹੁਣ ਵਾਲੀ ਸਰਕਾਰ ਨੇ ਚੇਂਜ ਕੀਤੀ ਹੈ। ਦੇਖੋ ਸੰਧਾਲੀਆ ਸਾਹਿਬ, ਜਿੱਦਾਂ ਸਾਨੂੰ ਤੁਹਾਡੇ ਵਰਗੇ ਬਹੁਤੇ ਲੀਡਰ ਨਹੀਂ ਚਾਹੀਦੇ, ਸਾਨੂੰ ਇਦਾਂ ਦੇ ਬੰਦੇ ਵੀ ਨਹੀਂ ਚਾਹੀਦੇ। ਆ ਜਿਨ੍ਹਾਂ ਦੇ ਢਿੱਡ ਪੀੜ ਹੋਊਗੀ ਨਾ ਕਿ ਭਾਈ ਸਾਡੇ 4 ਪੈਸੇ ਉੱਪਰੋਂ ਥੱਲਿਓ ਬਣਦੇ ਸੀ, ਸਾਡੇ 4 ਪੈਸੇ ਕਿੱਥੋਂ ਬਣਨਗੇ, ਘਰ ਨੂੰ ਚਲ ਜਾਣ, ਝੋਲਾ ਚੱਕ ਕੇ ਜਿੱਥੋਂ ਬਣਦੇ ਉੱਥੋਂ ਜਾ ਕੇ ਬਣਾ ਲਓ। ਸਾਡੇ ਕੋਲੇ ਬਹੁਤ ਪੰਜਾਬ 'ਚ ਮੁੰਡੇ ਕੁੜੀਆਂ ਨੇ ਪੜ੍ਹੇ ਲਿਖੇ, ਰੋਜ਼ ਧੱਕੇ ਖਾਂਦੇ ਆ, ਰੋਜ਼ ਡਾਂਗਾ ਖਾਂਦੇ ਆ, ਰੋਜ਼ ਧਰਨੇ ਦਿੰਦੇ ਆ। ਉਹ ਕੀ ਚਾਹੁੰਦੇ ਆ, ਸਾਨੂੰ ਕੰਮ ਦਿਓ, ਸਾਨੂੰ ਤਨਖਾਹ ਦਿਓ, ਅਸੀਂ ਠੋਕ ਕੇ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਵਾਂਗੇ। ਮੈਂ ਤਾਂ ਕਹਿੰਦਾ ਜੇ ਕਿਸੇ ਬੰਦੇ ਨੂੰ ਇਸ ਗੱਲ ਦਾ ਸ਼ੱਕ ਹੈ, ਆ ਪਿਛਲੇ 10 ਸਾਲਾਂ ਦੇ ਵਿੱਚ ਨਾ, ਪਿਛਲੇ 10 ਸਾਲਾਂ 'ਚ ਭਰਤੀ ਥੋੜੀ ਹੋਈ ਹੈ ਭਾਵੇਂ ਬਹੁਤੀ ਹੋਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੰਧਾਵਾਲੀਆ ਸਾਹਿਬ ਜਿਹੜੀ ਭਰਤੀ ਹੋਈ ਹੈ ਨੌਜਵਾਨਾਂ ਦੀ, ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ, MA BEd MPhil, ਬਹੁਤ ਕੁਆਲੀਫਾਈਡ, ਜਾਨੀ ਜਿੰਨੀ ਯੋਗਤਾ ਚਾਹੀਦੀ ਹੈ ਉਹਦੇ ਤੋਂ ਵੀ ਕਿਤੇ ਵੱਧ ਯੋਗਤਾ ਉਹਨਾਂ ਦੀ। ਉਹਨਾਂ ਨੇ ਸਕੂਲਾਂ ਦਾ ਪੱਧਰ ਆ ਕੇ ਉੱਪਰ ਚੁੱਕਿਆ ਕਿ ਨਹੀਂ ਚੁੱਕਿਆ? ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਆ, ਪੁਰਾਣੇ ਅਧਿਆਪਕਾਂ ਨੂੰ ਆਪਾਂ ਇਹ ਨਹੀਂ ਕਹਿੰਦੇ ਉਹ ਨਹੀਂ ਪੜ੍ਹਾਉਂਦੇ। ਮੈਂ ਸਿਰਫ ਇਹ ਗੱਲ ਕਰ ਰਿਹਾ ਕਿ ਨੌਜਵਾਨ ਸ਼ਕਤੀ ਕਿਹੜੇ ਤਰੀਕੇ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਜਦੋਂ ਗੱਲ ਚੱਲਦੀ ਹੁੰਦੀ ਆ ਜੀ ਅਸੀਂ ਆ ਸਕੂਲ ਸਮਾਰਟ ਬਣਾਤੇ, ਇਸ ਸਕੂਲ ਦੇ ਵਿੱਚੋਂ ਇੰਨੇ ਬੱਚੇ ਵਧੀਆ ਹੋ ਗਏ, ਕਿੰਨੇ ਅਧਿਆਪਕ ਨੇ ਨਵੇਂ ਪੁਰਾਣੇ ਜਿਹੜੇ ਸੜਕ ਦੇ ਉੱਤੇ ਸਕੂਲ ਲਾ ਕੇ ਪੜ੍ਹਾਈ ਜਾਂਦੇ ਆ, ਜਿਹੜੇ ਆਪਣੇ ਪੱਲਿਓਂ ਪੈਸੇ ਖਰਚ ਕੇ ਕਰੀ ਜਾਂਦੇ ਆ। ਇਸ ਕਰਕੇ ਨੌਜਵਾਨ ਕੰਮ ਕਰਨਾ ਚਾਹੁੰਦੇ ਆ। ਉਹਨਾਂ ਨੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦਾ ਮਾਡਲ ਦੇਖ ਲਿਆ ਕਿ ਭਾਈ ਆਮ ਬੰਦਾ ਚੱਜ ਦਾ ਕੰਮ ਕਰੂਗਾ, ਦੇਸ਼ ਉੱਪਰ ਨੂੰ ਜਾਊ, ਦੇਸ਼ ਉੱਪਰ ਨੂੰ ਜਾਊਗਾ ਤਾਂ ਉਹਦੇ ਵਿੱਚੋਂ ਆਰਥਿਕ ਤੌਰ ਤੇ ਕੁਝ ਹਿੱਸਾ ਉਹਨਾਂ ਤੱਕ ਵੀ ਸਿੱਧਾ ਆਪੜੂਗਾ। ਇਸ ਕਰਕੇ ਜਿਹੜੇ ਬੰਦੇ ਚਾਹੁੰਦੇ ਆ ਕਿ ਸਾਨੂੰ ਟੇਬਲ ਦੇ ਹੇਠੋਂ ਦੀ ਗੁੱਛੀ ਜੀ ਕਰਕੇ ਨੋਟ ਫੜਾਈਏ, ਜ਼ਰੂਰ ਤੁਸੀਂ ਭਾਈ ਚੱਕੋ ਝੋਲਾ, ਹੋਰ ਠੰਡੇ ਚਲੋ ਘਰ ਨੂੰ। ਸਾਡੇ ਕੋਲੇ ਬਹੁਤ ਨੌਜਵਾਨ ਮੁੰਡੇ ਕੁੜੀਆਂ ਨੇ, ਤੁਹਾਡੇ ਨਾਲੋਂ ਥੋੜੀ ਜਿਹੀ ਘੱਟ ਤਨਖਾਹ ਦੇ ਉੱਤੇ ਵੀ ਉਹ ਵੱਧ ਸਮਾਂ ਵਧੀਆ ਤਰੀਕੇ ਨਾਲ, ਇਮਾਨਦਾਰੀ ਵਾਲੇ ਤਰੀਕੇ ਦੇ ਨਾਲ ਤੇ ਲੋਕਾਂ ਦੇ ਨਾਲ ਮਿੱਠਾ ਬੋਲ ਕੇ ਕੰਮ ਕਰਨ ਨੂੰ ਤਿਆਰ ਬੈਠੇ ਆ। ਤੁਸੀਂ ਬਾਹਰਲੇ ਪਾਸੇ ਨੂੰ ਹੋਵੋ, ਬਸ ਪਿਛਲੇ ਦਰਵਾਜ਼ੇ। ਇਹਦੇ 'ਚ ਆਪਾਂ ਇੱਕ ਬੇਨਤੀ ਜ਼ਰੂਰ ਕਰ ਦਿੰਦੇ ਆ, ਉਹ ਚਾਹੇ ਮੀਤ ਹੇਰ ਸਾਹਿਬ ਨੂੰ ਕਰ ਦਈਏ ਜਾਂ ਕਹਿ ਲਓ ਕਿ ਮੁੱਖ ਮੰਤਰੀ ਸਾਹਿਬ ਨੂੰ ਕਰ ਦਈਏ, ਜਾਂ ਉਧਰ ਜੇ ਉਹਨਾਂ ਦੇ ਦਿੱਲੀੋਂ ਸਲਾਹਾਂ ਹੁੰਦੀਆਂ ਤੇ ਉਧਰ ਵੀ ਕੋਈ ਨਾ ਕੋਈ ਜ਼ਰੂਰ ਇਹਦੇ ਵੱਲ ਧਿਆਨ ਦੇਵੇ। ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਵਾਲਾ ਮਸਲਾ ਚੱਲੇ ਚਾਹੇ ਨਾ ਚੱਲੇ, ਜਿੱਦਾਂ ਦਿੱਲੀ ਦੇ ਵਿੱਚ ਚੱਲਿਆ ਕਿ ਸਿੱਖਿਆ ਬੜੀ ਵਧੀਆ ਕਰਤੀ, ਸਿਹਤ ਬੜੀ ਵਧੀਆ ਕਰਤੀ, ਪੰਜਾਬ ਦੇ ਵਿੱਚ ਵੀ ਕਰ ਰਹੇ ਨੇ ਕਿ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਣੇ ਆ, ਅਸੀਂ ਸਕੂਲਾਂ ਨੂੰ ਸੁਧਾਰਨਾ। ਉਹ ਚੀਜ਼ ਹੋਵੇ ਨਾ ਹੋਵੇ, ਉਹਦਾ ਇਫੈਕਟ ਪੈਂਦਾ ਨਹੀਂ ਪੈਂਦਾ, ਪਰ ਜੇ ਆਹ ਚੀਜ਼ ਕਰ ਗਏ, ਯਾਨੀ ਕਿ 350 ਦੇ ਕਰੀਬ ਇਹ ਜਿਹੜੀਆਂ ਸੇਵਾਵਾਂ ਨੇ ਲੋਕਾਂ ਨੂੰ ਉਹਨਾਂ ਦੀਆਂ ਈਮੇਲਸ ਦੇ ਉੱਪਰ ਮਿਲਣ ਲੱਗ ਪਈਆਂ, ਜੇ ਲੋਕਾਂ ਨੂੰ ਉੱਥੇ ਧੱਕੇ ਨਾ ਖਾਣੇ ਪਏ, ਲੋਕਾਂ ਨੂੰ ਲਾਈਨਾਂ 'ਚ ਨਾ ਲੱਗਣਾ ਪਿਆ, ਲੋਕਾਂ ਨੂੰ ਆਪਣੀ ਜੇਬ ਨਾ ਖਾਲੀ ਕਰਨੀ ਪਈ, ਇਹਦਾ ਸਭ ਤੋਂ ਵੱਡਾ ਮੈਸੇਜ ਜਾਣਾ। ਤੇ ਹੋ ਸਕਦਾ 2024 ਤੱਕ ਜੇ ਇਹ ਸਾਰੇ ਕੁਛ ਨੂੰ ਬੜੇ ਵਧੀਆ ਢੰਗ ਨਾਲ ਚਲਾ ਗਏ ਤੇ ਇਹਨੂੰ ਖੱਟ ਵੀ ਸਕਦੀ ਆਮ ਆਦਮੀ ਪਾਰਟੀ, ਕਿਉਂਕਿ ਇਕੱਲੇ ਪਿੰਡ 'ਚ ਜਾ ਕੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਵੀ ਹਾਂਜੀ ਫਰਕ ਪਿਆ। ਸਿਰਫ ਇੱਕੋ ਚੀਜ਼ ਦਾ ਮੈਸੇਜ ਦੇਣ ਦੀ ਲੋੜ ਆ ਵੀ ਆਹ ਦੇਖੋ ਜੀ, ਆਹ ਚੇਂਜ ਪਹਿਲਾਂ ਕਿੱਦਾਂ ਸੀ ਤੇ ਹੁਣ ਕਿੱਦਾਂ। ਉਸੇ ਵੇਲੇ ਲੋਕੀ ਫੱਟ ਦੱਸਣਗੇ ਵੀ ਹਾਂ ਯਾਰ ਇਹਦਾ ਫਰਕ ਹੈਗਾ, ਜੇ ਇਹਦੇ ਤੇ ਇਮਾਨਦਾਰੀ ਨਾਲ ਕੰਮ ਕਰ ਜਾਵੇ ਸਰਕਾਰ ਤਾਂ। ਕੀ ਆਂਦੇ ਜੀ? ਜ਼ਰੂਰੀ ਹੈ ਜੀ। ਆਪਾਂ ਪਹਿਲਾਂ ਵੀ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕ ਟੁੱਟੀ ਸੜਕ ਤੋਂ ਸਕੂਟਰ ਚਲਾ ਲੈਣਗੇ,
ਸਾਈਕਲ ਚਲਾ ਲੈਣਗੇ, ਅਸੀਂ ਬੱਸ ਵੀ ਮਾੜੀ ਮੋਟੀ ਘੁਮਾ ਘਮੂ ਕੇ ਉੱਤੋਂ ਚਲਾ ਲਾਂਗੇ। ਆਹ ਜਿਹੜਾ ਰੁਪਈਆ ਇੱਕ ਨਹੀਂ ਲੱਗਦਾ ਇੱਥੇ। ਪਹਿਲੀ ਗੱਲ ਇਹ ਆ ਕਿ ਜੇ ਕਿਸੇ ਨੂੰ ਇਹ ਲੱਗਦਾ ਨਾ ਕਿ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਰੁਪਈਆ ਲੱਗਦਾ, ਨਹੀਂ। ਬਸ ਥਾਣਿਆਂ 'ਚੋਂ, ਸਰਕਾਰੀ ਦਫ਼ਤਰਾਂ ਦੇ ਵਿੱਚੋਂ ਲੋਕਾਂ ਨੂੰ ਮਿੱਠਾ ਬੋਲੋ, ਬਿਨਾਂ ਰਿਸ਼ਵਤ ਤੋਂ ਕੰਮ ਹੋਣ, ਪੰਜਾਬ ਦੇ ਲੋਕ ਹੱਥਾਂ ਤੇ ਚੱਕਣਗੇ। ਇਹ ਗੱਲ ਬੜੀ ਕਲੀਅਰ ਹੈ। ਤੁਸੀਂ ਕਿਸੇ ਨੂੰ ਤਨਖਾਹ ਦੇ ਦਿਓ, 500 ਵਧਾ ਦਿਓ, 2000 ਵਧਾ ਦਿਓ, 5000 ਵਧਾ ਦਿਓ, ਤਾਂ ਜੇ ਮਹੀਨੇ ਦਾ 6000 ਰੁਪਈਆ ਉਹਨਾਂ ਦਾ ਰਿਸ਼ਵਤ ਦੇ ਉੱਤੇ ਲੱਗ ਗਿਆ ਤੇ ਉਹਨਾਂ ਨੂੰ ਤਾਂ ਕੌਡੀ ਦਾ ਫਾਇਦਾ ਨਹੀਂ ਨਾ, ਉਹਨੂੰ ਤਾਂ 1000 ਰੁਪਈਆ ਪੱਲਿਓਂ ਵੱਧ ਗਿਆ। ਇਹ ਜ਼ਰੂਰੀ ਹੈ। ਇੱਕ ਦੂਸਰਾ ਕੰਮ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਤੇ ਉਧਰਲੇ ਪਾਸੇ ਗੱਲ ਤੁਰੀ ਜਾਪਦੀ ਹੈ, ਉਹ ਹੈਗਾ ਜਿਹੜਾ ਗੁੰਡਿਆਂ ਦਾ ਕੰਮ ਹੈ, ਗੈਂਗਸਟਰਾਂ ਦਾ ਕੰਮ ਹੈ, ਉਧਰਲੇ ਪਾਸੇ ਨੱਥ ਪਾਉਣ ਵਾਲਾ। ਹੁਣ ਸਿੱਧੂ ਮੂਸੇਵਾਲੇ ਹੋਰਾਂ ਦਾ ਕਤਲ ਹੋਇਆ ਸੀ, ਸੰਧਾਲੀਆ ਸਾਹਿਬ ਅੱਜ ਵੀ ਹਰ ਐਤਵਾਰ ਉਹਨਾਂ ਦੇ ਪਰਿਵਾਰ ਨੂੰ ਮਿਲਣ ਲੋਕ ਜਾਂਦੇ। ਇਹ ਚੰਗੀ ਗੱਲ ਹੈ। ਦੇਖੋ, ਬਜ਼ੁਰਗਾਂ ਦਾ ਕਸੂਰ ਕੋਈ ਨਹੀਂ, ਬਜ਼ੁਰਗਾਂ ਦਾ ਤਾਂ ਜਵਾਨ ਪੁੱਤ ਗਿਆ, ਉਹਨਾਂ ਦੇ ਮੂਹਰੇ ਨਹੀਂ ਰਹੇ। ਤੇ ਜੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਵੰਡਾਉਣ ਦੇ ਲਈ ਲੋਕ ਅਜੇ ਤੱਕ ਜਾ ਰਹੇ ਆ ਤਾਂ ਚੰਗਾ। ਇਹਦਾ ਮਤਲਬ ਕਿ ਪੰਜਾਬੀ ਹੁਣ ਇੰਨੀ ਛੇਤੀ ਚੇਤਾ ਨਹੀਂ ਭੁਲਾਉਂਦੇ। ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਮੰਗ ਕੀਤੀ ਸੀ ਕਿ ਇੱਕ ਤਾਂ ਜਿਨ੍ਹਾਂ ਨੇ ਸਿਕਿਉਰਿਟੀ ਘਟਾਈ ਆ ਉਹਨਾਂ ਦਾ ਪਤਾ ਲਾਓ, ਕਮਿਸ਼ਨ ਬਿਠਾਓ, ਹਾਈ ਪਾਵਰ। ਫਿਰ ਦੂਸਰੀ ਗੱਲ ਉਹਨਾਂ ਨੇ ਆਖੀ ਸੀ ਕਿ ਭਾਈ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਅਜੇ ਤੱਕ ਹੱਥ ਨਹੀਂ ਪਾਇਆ ਗਿਆ, ਉਹਨਾਂ ਨੂੰ ਕਾਬੂ ਕਰੋ। ਚਲਾਨ ਪੇਸ਼ ਕੀਤਾ ਤੇ ਆਪਾਂ ਨੂੰ ਪਤਾ ਕਿ ਲਾਰੈਂਸ ਬਿਸ਼ਨੋਈ, ਉਹਦਾ ਭਾਣਜਾ ਸਚਿਨ ਥਾਪਨ, ਉਹ 2 ਦਿਨ ਪਹਿਲਾਂ ਇੱਕ ਦੂਸਰੇ ਮੁਲਕ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਗਿਆ, ਹਿਰਾਸਤ 'ਚ ਲੈ ਗਿਆ ਫਰਜ਼ੀ ਪਾਸਪੋਰਟ ਮਾਮਲੇ 'ਚ, ਕਿਉਂਕਿ ਭਾਰਤ ਸਰਕਾਰ ਪੰਜਾਬ ਸਰਕਾਰ ਦੇ ਕਹਿਣ ਤੇ ਜਾਂ ਸਿੱਧਿਆਂ ਕੋਸ਼ਿਸ਼ ਕਰ ਰਹੀ ਸੀ ਕਿ ਭਾਈ ਉਹਨਾਂ ਬੰਦਿਆਂ ਨੂੰ ਟਰੇਸ ਕਰੀਏ, ਕਿਉਂਕਿ ਜਾਲੀ ਪਾਸਪੋਰਟ ਬਣਾ ਕੇ ਗਏ। ਉਹਦੇ ਤੋਂ ਬਾਅਦ ਇਹ ਚਰਚਾ ਸੀ ਕਿ ਭਾਈ ਲਾਰੈਂਸ ਦਾ ਭਰਾ ਅਨਮੋਲ ਕੈਨੇਡਾ ਚਲਾ ਗਿਆ ਸੀ ਇਸ ਕਤਲ ਤੋਂ ਪਹਿਲਾਂ, ਤੇ ਉੱਥੋਂ ਫਿਰ ਜਦੋਂ ਰੌਲਾ ਰੱਪਾ ਪਿਆ ਤੇ ਕੀਨੀਆ ਚਲੇ ਗਿਆ। ਤੇ ਹੁਣ ਪਤਾ ਲੱਗਾ ਕੁਝ ਘੰਟੇ ਪਹਿਲਾਂ ਲਾਰੈਂਸ ਦੇ ਭਰਾ ਅਨਮੋਲ ਨੂੰ ਕੀਨੀਆ ਦੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਤੇ ਇਸ ਗੱਲ ਦੀ ਪੁਸ਼ਟੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਵੀ ਕਰਤੀ ਹੈ। ਹੁਣ ਪੰਜਾਬ ਸਰਕਾਰ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਦਊ। ਭਾਰਤ ਸਰਕਾਰ ਕੀਨੀਆ ਤੇ ਅਜ਼ਰਬਾਈਜਾਨ ਦੇ ਦੇਸ਼ਾਂ ਦੇ ਅਧਿਕਾਰੀਆਂ ਦੇ ਨਾਲ ਸਾਂਝਾ ਕਰੂ। ਉਹਨਾਂ ਦੇ ਭਾਰਤ ਵਾਪਸ ਪਰਤਣ ਦੀ ਸੰਭਾਵਨਾ ਵੱਧ ਗਈ ਹੈ। ਤੇ ਜੇ ਉਹ ਵਾਪਸ ਆ ਜਾਂਦੇ ਆ, ਇੱਕ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਦੀਆਂ ਬਹੁਤ ਸਾਰੀਆਂ ਘੁੰਡੀਆਂ ਖੁੱਲ ਜਾਣਗੀਆਂ। ਦੂਸਰਾ, ਜੇ ਕਿਸੇ ਬੰਦੇ ਨੂੰ ਇਹ ਲੱਗਦਾ ਨਾ ਕਿ ਅਸੀਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੋਈ ਵੀ ਕੰਮ ਕਰਕੇ ਭੱਜ ਜਾਾਂਗੇ, ਦੂਸਰੇ ਦੇਸ਼ ਦੇ ਵਿੱਚੋਂ ਸਾਨੂੰ ਕਿਹੜਾ ਲੈ ਆਓ, ਇੱਕ ਤਾਂ ਉਸ ਰੁਝਾਨ ਨੂੰ ਥੋੜੀ ਜਿਹੀ ਨੱਥ ਪਊ। ਇਹਦੇ ਨਾਲ ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ, ਉਹਦੇ ਪਿਤਾ ਜੀ ਤੇ ਮਾਤਾ ਜੀ, ਉਹਨਾਂ ਨੂੰ ਵੀ ਥੋੜਾ ਜਿਹਾ ਧਰਵਾਸ ਮਿਲੇ ਕਿ ਕੰਮ ਹੁੰਦਾ। ਤੇ ਦੂਸਰਾ, ਆਮ ਲੋਕਾਂ ਦਾ ਪ੍ਰਸ਼ਾਸਨ ਦੇ ਵਿੱਚ, ਸਰਕਾਰ ਦੇ ਵਿੱਚ ਥੋੜਾ ਜਿਹਾ ਯਕੀਨ ਬਹਾਲ ਹੋਊਗਾ। ਨਹੀਂ ਭਾਈ, ਕੇਂਦਰ ਦੀ ਸਰਕਾਰ ਹੈ, ਭਾਵੇਂ ਪੰਜਾਬ ਦੀ ਸਰਕਾਰ ਹੈ, ਇਹ ਗੈਂਗਸਟਰ ਕਲਚਰ ਨੂੰ ਨੱਥ ਪਾਉਣ ਨਾਲ ਵੱਧ ਜ਼ਰੂਰ ਰਹੀ ਹੈ। ਨਹੀਂ, ਚਲੋ ਚੰਗੀ ਗੱਲ ਹੈ। ਇਸ ਚੀਜ਼ ਨੂੰ ਵੀ ਲੋਕ ਉਡੀਕਦੇ ਸੀਗੇ, ਕਿਉਂਕਿ ਕਾਰਨ ਇਹ ਆ ਵੀ ਇਹਦੇ ਨਾਲ ਲੋਕਾਂ ਨੂੰ ਜਿਹੜੀ ਮੁਸ਼ਕਲ ਆਉਂਦੀ ਉਹ ਤੇ ਆਉਂਦੀ ਆ। ਸਭ ਤੋਂ ਵੱਡੀ ਮੁਸ਼ਕਲ ਤੇ ਜਿਹੜਾ ਕੋਈ ਜਵਾਨ ਧੀ ਪੁੱਤ ਦਾ ਮਾਂ ਪਿਓ ਆ, ਉਹਨੂੰ ਇਹ ਹੁੰਦਾ ਸੀ ਵੀ 2 ਗੱਲਾਂ ਦਾ ਤੌਖਲਾ। ਉਹਨੂੰ ਜਾਂ ਤਾਂ ਇਹ ਜਾਪਦਾ ਸੀ ਵੀ ਜਿਹੜਾ ਕੋਈ ਮੇਰਾ ਧੀ ਪੁੱਤ ਆ ਉਹ ਕਿਤੇ ਇਸ ਰਾਹ 'ਤੇ ਨਾ ਚਲਾ ਜਾਵੇ, ਉਹਨੂੰ ਇਹ ਚੀਜ਼ਾਂ ਐਕਸਾਈਟ ਨਾ ਕਰਨ, ਉਹਨੂੰ ਇਹ ਨਾ ਲੱਗੇ ਵੀ ਯਾਰ ਇੱਦਾਂ ਜਿਹਦੀਆਂ ਫੋਟੋਆਂ, ਇੱਦਾਂ ਜਿਹੇ ਹਥਿਆਰਾਂ ਦੇ ਨਾਲ ਮੈਂ ਫਿਰਾਂ ਤੁਰਾਂ ਤੇ ਫਿਰ ਮੇਰੀ ਪਤਾ ਨਹੀਂ ਕਿੰਨੀ ਕੁ ਬੱਲੇ ਬੱਲੇ ਆ। ਉਹ ਜਦੋਂ ਉਸ ਰਾਹ 'ਤੇ ਤੁਰ ਜਾਂਦਾ ਤੇ ਉਸ ਮਾਂ ਪਿਓ ਦਾ ਕੋਈ ਜਿਉਣਾ ਨਹੀਂ ਹੁੰਦਾ। ਦੂਜੀ ਗੱਲ ਇਹ ਵੀ ਉਹਨਾਂ ਨੂੰ ਇਹ ਹੁੰਦਾ ਵੀ ਬਾਹਰ ਜੇ ਇਹੋ ਜਿਹਾ ਮਾਹੌਲ ਚੱਲਿਆ, ਐਵੇਂ ਕਿਸੇ ਨੂੰ ਕੋਈ ਵਾਧ ਘਾਟ ਕਿਤੇ ਕਹੀ ਗਈ, ਹੋਰ ਕੁਝ ਹੋਵੇ ਨਾ ਹੋਵੇ। ਆਪਾਂ ਕਿੰਨੀਆਂ ਘਟਨਾਵਾਂ ਦੇਖਦੇ ਹਾਂ ਵੀ ਕਿਤੇ ਸੜਕ 'ਤੇ ਜਾਂਦਿਆਂ ਗੱਡੀ ਨਾਲ ਗੱਡੀ ਖਹਿ ਗਈ, ਉਹਨੇ 'ਚ ਹੀ ਰੌਲਾ ਪੈ ਜਾਂਦਾ, ਗੋਲੀਆਂ ਚੱਲ ਜਾਂਦੀਆਂ, ਕਈ ਕੁਛ ਹੋ ਜਾਂਦਾ। ਉਹ ਜਿਹੜਾ ਸਾਰਾ ਕੁਛ ਆ ਉਹ ਘੁੰਮਦਾ ਘੁਮਾਉਂਦਾ ਜਦੋਂ ਜਾ ਕੇ ਤਾਰਾਂ ਇੱਦਾਂ ਜੁੜਦੀਆਂ ਨੇ। ਤੇ ਹਰੇਕ ਨੂੰ ਫਿਕਰ ਸੀਗਾ ਜੇ ਸਰਕਾਰਾਂ ਇਸ ਪਾਸੇ ਤੁਰੀਆਂ ਤੇ ਚੰਗੀ ਗੱਲ ਆ। ਦੂਜੇ ਪਾਸੇ ਇਹ ਵੀ ਖਬਰਾਂ ਵੀ ਸੁਪਰੀਮ ਕੋਰਟ ਤੱਕ ਲਾਰੈਂਸ ਬਿਸ਼ਨੋਈ ਹੋਰਾਂ ਦੇ ਪਿਤਾ ਜੀ ਨੇ ਪਹੁੰਚ ਕੀਤੀ ਆ। ਤੇ ਸੁਪਰੀਮ ਕੋਰਟ ਨੇ ਵੀ ਹੁਣ ਪੰਜਾਬ ਸਰਕਾਰ ਨੂੰ ਪੁੱਛਿਆ ਵੀ ਸਾਨੂੰ ਇਹ ਦੱਸਿਆ ਜਾਵੇ ਵੀ ਕਿੰਨੀ ਕੁ ਦੇਰ ਤੱਕ ਤੁਸੀਂ ਇਸ ਬੰਦੇ ਨੂੰ ਰੱਖਣਾ ਆਪਣੇ ਕੋਲ, ਤੇ ਕਿਹੜੇ ਹੋਰ ਜਿਹੜੇ ਪਰਚੇ ਜਾਂ ਜੋ ਕੁਛ ਵੀ ਸਰਕਾਰ ਨੂੰ ਲੱਗਦਾ ਵੀ ਲਾਰੈਂਸ ਬਿਸ਼ਨੋਈ ਦੇ ਉੱਪਰ ਹੈਗਾ, ਉਹ ਵੀ ਅਦਾਲਤ ਨੇ ਕਿਹਾ ਵੀ ਸਾਨੂੰ ਦੱਸਿਆ ਜਾਵੇ। ਸੋ ਇੱਕ ਪਾਸੇ ਸਰਕਾਰ ਜੇ ਸਾਰੇ ਕੁਛ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਕਿਉਂਕਿ ਭਾਰਤ ਦਾ ਕਾਨੂੰਨ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਜਿਸ ਵੀ ਬੰਦੇ ਨੂੰ ਚਾਹੇ ਕੋਈ ਵੀ ਉਹਦੇ 'ਤੇ ਦੋਸ਼ ਲੱਗਾ, ਉਹਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ। ਉਸੇ ਚੀਜ਼ ਦਾ ਕਰਕੇ ਜਿਹੜਾ ਉਹਨਾਂ ਦਾ ਪਰਿਵਾਰ ਆ, ਉਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਦੇਖੋ, ਇੱਕ ਗੱਲ ਤਾਂ ਪੱਕੀ ਹੈ, ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਉਹ ਨਾਗਰਿਕ ਹੈ, ਉਹ ਸਿਟੀਜ਼ਨ ਹੈ, ਤੇ ਉਹਦੇ ਨਾਲ ਸਿਟੀਜ਼ਨ ਵਾਲਾ ਵਿਵਹਾਰ ਕੀਤਾ ਜਾਵੇ। ਕਿਉਂਕਿ ਕਈ ਕੇਸਾਂ ਦੇ ਵਿੱਚ ਸਜ਼ਾ ਹੋ ਗਈ, ਕਈ ਕੇਸ ਅਜੇ ਪੈਂਡਿੰਗ ਨੇ, ਉਹਨਾਂ ਦੇ ਵਿੱਚੋਂ ਦੋਸ਼ੀ ਵੀ ਕਰਾਰ ਹੋ ਸਕਦਾ, ਬਰੀ ਵੀ ਹੋ ਸਕਦਾ। ਹੁਣ ਲਾਰੈਂਸ ਬਿਸ਼ਨੋਈ ਦੇ ਪਿਤਾ ਜੀ ਨੇ ਕਿਹਾ ਸੀ ਕਿ ਭਾਈ ਇੱਥੇ ਹੀ ਰੱਖੀ ਫਿਰਦੇ ਆ ਵੀ ਕੋਈ ਖਤਰਾ ਨਾ ਹੋਵੇ, ਨੁਕਸਾਨ ਨਾ ਹੋ ਜਾਏ।
ਸੁਪਰੀਮ ਕੋਰਟ ਨੇ ਉਹਨੂੰ ਪੰਜਾਬ ਸਰਕਾਰ ਤੋਂ ਪੁੱਛਿਆ, ਉਹ ਕਹਿੰਦੇ ਜੀ ਕਿੰਨੇ ਕੁ ਦਿਨ ਰੱਖਣਾ, ਸਾਨੂੰ ਇਹ ਵੀ ਦੱਸੋ ਕਿੰਨੇ ਕੇਸ ਹੈ, ਕਿਉਂਕਿ ਜਦੋਂ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਪਟੀਸ਼ਨ ਪਾਈ ਹੋਣੀ ਆ, ਕੇਸ ਨਹੀਂ ਦੱਸੇ ਹੋਣੇ ਕੁੱਲ ਕਿੰਨੇ ਆ। ਹੁਣ ਵਕੀਲਾਂ ਨੇ ਜਦੋਂ ਜਾ ਕੇ ਕਿਹਾ ਤੇ ਸੁਪਰੀਮ ਕੋਰਟ ਨੇ, ਦੇਖੋ ਸੁਪਰੀਮ ਕੋਰਟ ਸਖਤ ਵੀ ਹੁੰਦੀ ਹੈ, ਸਭ ਤੋਂ ਵੱਡੀ ਅਦਾਲਤ, ਉਹਨੂੰ ਨਾਗਰਿਕਾਂ ਦੇ ਅਧਿਕਾਰਾਂ ਦਾ ਵੀ ਫਿਕਰ ਹੁੰਦਾ ਹੈ, ਪਰ ਨਾਲ ਦੀ ਨਾਲ ਜੱਜ ਸਾਹਿਬ ਨੂੰ ਇਹ ਵੀ ਫਿਕਰ ਹੁੰਦਾ ਕਿ ਭਾਈ ਪਤਾ ਤਾਂ ਕਰੀਏ ਇਹ ਬੰਦਾ ਜਿਹੜਾ ਇੰਨੇ ਦਿਨਾਂ ਤੋਂ ਇੱਥੇ ਰੱਖਿਆ ਉਹਦੇ ਪਿੱਛੇ ਕੀ ਹੈ। ਹੁਣ ਦਰਜਨਾਂ ਕੇਸ ਨੇ, ਉਹ ਕੇਸ ਵੱਖ-ਵੱਖ ਜ਼ਿਲ੍ਹਿਆਂ 'ਚ ਨੇ। ਭਲਕ ਨੂੰ ਜਦੋਂ ਸਰਕਾਰ ਉੱਥੇ ਸਾਰੀ ਡਿਟੇਲ ਦਊ ਕਿ ਜੀ ਜਲੰਧਰ ਚਾਹ ਕੇਸ ਆ, ਹੁਸ਼ਿਆਰਪੁਰ ਚਾਹ, ਫਿਰੋਜ਼ਪੁਰ ਚਾਹ, ਮੋਹਾਲੀ ਚਾਹ, ਲੁਧਿਆਣੇ ਚਾਹ, ਪਟਿਆਲੇ ਚਾਹ, ਸ਼੍ਰੀ ਮੁਕਤਸਰ ਸਾਹਿਬ ਚਾਹ, ਫਿਰੋਜ਼ਪੁਰ ਦੇ ਵਿੱਚ ਆ, ਤੇ ਸਾਰਿਆਂ ਨੇ 2-2 4-4 ਦਿਨ ਉਹਦੇ ਤੋਂ ਪੁੱਛ ਪੜਤਾਲ ਕੀਤੀ ਹੈ, ਤਾਂ ਫਿਰ ਹੋ ਸਕਦਾ ਕਿ ਮਾਣਯੋਗ ਸੁਪਰੀਮ ਕੋਰਟ ਕਹੇ ਕਿ ਭਾਈ ਚਲੋ ਠੀਕ ਹੈ, ਪੁੱਛ ਪੜਤਾਲ ਤਾਂ ਕਰਨੀ ਹੈ ਪਰ ਸਾਰਾ ਕੁਝ ਛੇਤੀ ਨਿਬੇੜ ਦਿਓ। ਪਰ ਇਹਦੇ ਵਿੱਚ ਹੀ ਸੰਧਾਲੀਆ ਸਾਹਿਬ, ਦਿੱਲੀ ਪੁਲਿਸ ਨੇ ਹੁਣ ਜਿਹੜਾ ਨਵਾਂ ਐਲਾਨ ਕਰ ਦਿੱਤਾ, ਉਹਨਾਂ ਨੇ ਯੁਆਪਾ ਲਾਤਾ। ਯੁਆਪਾ ਸੁਖਪਾਲ ਸਿੰਘ ਖਹਿਰਾ ਸਾਹਿਬ ਇਸ ਮੁੱਦੇ ਦੇ ਉੱਤੇ ਬੜੇ ਸਰਗਰਮ ਰਹੇ ਆ। ਲਾਰੈਂਸ ਬਿਸ਼ਨੋਈ ਤੇ ਵੀ ਲਾਇਆ, ਵਿਦੇਸ਼ ਦੇ ਵਿੱਚ ਬੈਠੇ ਗੋਲਡੀ ਬਰਾੜ ਤੇ ਵੀ ਲਾਇਆ। ਉਹ ਗੋਲਡੀ ਬਰਾੜ ਜਿਹਨੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ, ਹੁਣ ਉਹਨਾਂ ਦੇ ਉੱਤੇ ਤੇ ਕਈ ਸਾਥੀਆਂ ਤੇ ਯੁਆਪਾ ਲਾਤਾ। ਤੇ ਉਹਦੇ ਪਿੱਛੇ ਕਾਰਨ ਕੀ ਹੈ? ਕਿਉਂਕਿ ਇਹ ਆਮ ਹੀ ਚਰਚਾ ਸੀ ਕਿ ਪਹਿਲਾਂ ਗੈਂਗਸਟਰ ਸੀ, ਫਰੌਤੀਆਂ ਮੰਗਦੇ ਸੀ, ਆਪਸ 'ਚ ਲੜਦੇ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦਾ ਅੱਤਵਾਦੀ ਕਨੈਕਸ਼ਨ ਵੀ ਕਿਤੇ ਨਾ ਕਿਤੇ ਜੁੜਨ ਦੀਆਂ ਚਰਚਾਵਾਂ ਸੀ। ਹੁਣ ਇਹਨਾਂ ਦੇ ਉੱਤੇ ਯੁਆਪਾ ਲਾਤਾ। ਇਨਵੈਸਟੀਗੇਸ਼ਨ ਦੁਬਾਰਾ ਵੀ ਹੋ ਸਕਦੀ ਹੈ, ਸਖਤੀ ਦੇ ਨਾਲ ਵੀ ਹੋ ਸਕਦੀ ਹੈ, ਤੇ ਹੋ ਸਕਦਾ ਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ ਅਗਲੀ ਤਰੀਕ ਹੋਵੇ, ਪੰਜਾਬ ਸਰਕਾਰ ਉੱਥੇ ਦੱਸੇ ਕਿ ਦੇਖੋ ਜੀ ਇਹ ਮਾੜੀ ਮੋਟੀ ਗੱਲ ਨਹੀਂ, ਸਾਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ, ਪੁੱਛ ਪੜਤਾਲ ਕਰਨੀ ਪੈਣੀ ਆ। ਆਹ ਦੇਖੋ ਦਿੱਲੀ ਪੁਲਿਸ ਨੇ ਹੁਣ ਤਾਂ ਯੁਆਪਾ ਵੀ ਲਾਤਾ, ਇੱਥੋਂ ਹੀ ਮਸਲੇ ਦੀ ਗੰਭੀਰਤਾ ਸਮਝ ਆਉਂਦੀ ਹੈ। ਇਹ ਗੱਲ ਤਾਂ ਠੀਕ ਹੈ ਤੁਹਾਡੀ। ਚਲੋ ਆਪਣੇ ਤੌਰ ਤੇ ਜਿਸ ਏਜੰਸੀ ਨੇ ਜੋ ਕੁਝ ਵੀ ਕਰਨਾ ਉਹ ਜ਼ਰੂਰ ਕਰੇ। ਅਲਟੀਮੇਟਲੀ ਗੋਲ ਤਾਂ ਇਹੀ ਹੈ ਵੀ ਇਹ ਜੋ ਕੁਝ ਵੀ ਇਸ ਵਕਤ ਚੱਲ ਰਿਹਾ ਇਹ ਸਾਰੇ ਕੁਝ ਨੂੰ ਠੱਲ ਪੈਣੀ ਚਾਹੀਦੀ ਹੈ, ਕਿਉਂਕਿ ਜਿਹੜੇ ਤੁਰ ਗਏ ਜਹਾਨੋਂ ਨਾ ਤਾਂ ਉਹਨਾਂ ਦੇ ਮਾਪਿਆਂ ਨੂੰ ਉਹ ਮਿਲਣੇ ਆ ਜਿਹੜੇ ਇਸ ਵਕਤ ਇਹ ਸਾਰੇ ਕੁਝ ਦੇ ਵਿੱਚ ਫਸੇ ਨੇ, ਨਾ ਉਹਨਾਂ ਨੂੰ ਵੀ ਆਸ ਉਮੀਦ ਲੱਗਦੀ ਹੈ। ਪਲੱਸ ਚਲੋ ਜੋ ਅਗਲਾ ਆਉਣ ਵਾਲਾ ਪੂਰ ਆ ਉਹ ਘੱਟੋ ਘੱਟ ਇਸ ਖੂਹ 'ਚ ਡਿੱਗਣੋਂ ਬਚ ਜਾਵੇ, ਆਪਾਂ ਤਾਂ ਇਹੀ ਆਸ ਉਮੀਦ ਕਰਦੇ ਹਾਂ। ਦੂਜੀ ਗੱਲ, ਹੁਣ ਰਾਜਨੀਤੀ ਵਾਲੇ ਪਾਸੇ ਤੁਹਾਨੂੰ ਫੇਰ ਮੋੜਾਂ ਤੇ ਕੇਜਰੀਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ, ਆਪਣੇ ਮੰਤਰੀ ਨੇ, ਉਹਨਾਂ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਸਾਹਿਬ ਮੁੱਖ ਮੰਤਰੀ ਵੀ ਨੇ। ਪਿਛਲੇ ਦਿਨਾਂ ਦੀ ਬੜੀ ਚਰਚਾ ਸੀ ਵੀ ਪਤਾ ਨਹੀਂ ਕਦੋਂ ਕਿਹੜੇ ਵੇਲੇ ਹਨੇਰੇ ਸਵੇਰੇ ਤੜਕੇ ਸ਼ਾਮੀ ਦੁਪਹਿਰੇ ਮਨੀਸ਼ ਸਿਸੋਦੀਆ ਸਾਹਿਬ ਦੀ ਗ੍ਰਿਫਤਾਰੀ ਹੋ ਸਕਦੀ, ਕਿਉਂਕਿ ਜੀ ਪਿਛਲੇ ਸਮੇਂ ਦੇ ਵਿੱਚ ਉਹ ਜੋ ਆਬਕਾਰੀ ਨੀਤੀ ਦਾ ਕਰਕੇ ਛਾਪੇ ਛੁਪੇ ਵੱਜੇ ਸੀ, ਇਹ ਵੀ ਪਤਾ ਲੱਗਾ ਵੀ ਉਹਨਾਂ ਦੇ ਜਿਹੜੇ ਲੁੱਕਰ ਸੀ ਜੀ ਉਹਨਾਂ ਦੀ ਛਾਣਬੀਣ ਵੀ ਕੀਤੀ ਗਈ ਤੇ ਬੜਾ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਵੀ ਆ ਤੇ ਜੇ ਮਨੀਸ਼ ਸਿਸੋਦੀਆ ਹੋਰਾਂ ਦੀ ਗ੍ਰਿਫਤਾਰੀ ਹੋ ਗਈ ਤੇ ਸਮਝ ਲਓ ਸਾਡੀ ਗੁਜਰਾਤ 'ਚ ਸਰਕਾਰ ਬਣ ਜਾਣੀ ਹੈ। ਹੁਣ ਸਿਸੋਦੀਆ ਸਾਹਿਬ ਦਿੱਲੀ ਦੇ ਉਪ ਮੁੱਖ ਮੰਤਰੀ, ਸਿੱਖਿਆ ਮੰਤਰੀ, ਗ੍ਰਿਫਤਾਰੀ ਉਹਨਾਂ ਦੀ ਉੱਥੇ ਹੋਣੀ ਆ, ਮਸਲਾ ਦਿੱਲੀ ਦਾ, ਸਰਕਾਰ ਕਹਿੰਦੇ ਗੁਜਰਾਤ 'ਚ ਬਣ ਜਾਣੀ। ਸੰਧਾਲੀਆ ਸਾਹਿਬ, ਆਮ ਹੀ ਹੁੰਦਾ, ਮੰਨ ਲਓ ਰਿਸ਼ਤਾ ਕਰਨਾ ਨਾ ਮੁੰਡੇ ਦਾ, ਆਮ ਹੀ ਕਿਹਾ ਜਾਂਦਾ ਭਰਾ ਕੈਨੇਡਾ 'ਚ ਆ, ਤੇ ਨਾਰਮਲੀ ਹੁੰਦਾ ਕਿ ਡੈਡੀ ਆ ਵੱਡੀ ਨੌਕਰੀ ਕਰਦਾ ਜਾਂ ਜ਼ਮੀਨ ਬਹੁਤ ਹੈ, ਖੇਤੀਬਾੜੀ ਵਾਹਵਾ, ਜਾਂ ਲੀਡਰ ਹੈ ਪਰਿਵਾਰ ਦਾ ਕੋਈ ਮੈਂਬਰ। ਆਮ ਹੀ ਹੁੰਦਾ ਕਿ ਇਹਨਾਂ ਦੇ ਕੁੜੀ ਦਾ ਰਿਸ਼ਤਾ ਕਿੱਥੇ ਕਰਨ ਲੱਗੇ, ਉਹ ਫਲਾਨਾ ਜਿਹੜਾ ਉਸ ਅਹੁਦੇ ਦੇ ਉੱਤੇ ਲੱਗਾ ਹੈ ਉਹਨਾਂ ਦਾ ਮੁੰਡਾ। ਯਾਨੀ ਕੁਛ ਨਾ ਕੁਛ ਦੱਸਣ ਨੂੰ, ਦਿਖਾਉਣ ਨੂੰ ਚਾਹੀਦਾ ਹੁੰਦਾ ਕਿ ਵਿਸ਼ੇਸ਼ਤਾ ਕੀ ਹੈ ਨੇੜ ਤੇੜ ਦੀ। ਹੁਣ ਆਪਾਂ ਸਾਰਿਆਂ ਨੂੰ ਪਤਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣ ਗਈ, ਪੰਜਾਬ ਦੇ ਵਿੱਚ ਚੋਣਾਂ ਲੜੀਆਂ, ਤੇ ਕੀ ਕਹਿ ਕੇ ਲੜੀਆਂ ਸੀ ਅਰਵਿੰਦ ਕੇਜਰੀਵਾਲ ਨੇ ਕਿ ਜਾ ਕੇ ਦਿੱਲੀ ਦੇ ਸਕੂਲ ਦੇਖ ਲਓ, ਜਾ ਕੇ ਦਿੱਲੀ ਦੇ ਮੁਹੱਲਾ ਕਲੀਨਿਕ ਦੇਖ ਲਓ, ਮੇਰੇ ਤੇ ਨਾ ਯਕੀਨ ਕਰੋ, ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਲਓ, ਤੁਹਾਡਾ ਸੱਜਣ ਮਿੱਤਰ ਕੋਈ ਦਿੱਲੀ 'ਚ ਹੋਏਗਾ, ਤੁਸੀਂ ਉਹਨਾਂ ਨੂੰ ਟੈਲੀਫੋਨ ਕਰਕੇ ਪੁੱਛ ਲਓ ਕਿ ਅਸੀਂ ਸਪੋਰਟਸ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਸਿਹਤ ਦੇ ਵਿੱਚ ਕੰਮ ਕੀਤਾ ਕਿ ਨਹੀਂ ਕੀਤਾ। ਜੇ ਕੀਤਾ ਹੋਊਗਾ ਤਾਂ ਵੋਟਾਂ ਪਾ ਦਿਓ, ਨਹੀਂ ਤਾਂ ਪੰਜਾਬ ਦੇ ਲੋਕੋਂ ਰਹਿਣ ਦਿਓ। ਲੋਕਾਂ ਵੋਟਾਂ ਪਾਤੀਆਂ। ਉਹ ਹੁਣ 2 ਬੰਦੇ ਨੇ, ਇੱਕ ਸਤਿੰਦਰ ਜੈਨ ਜੇਲ੍ਹ 'ਚ ਨੇ, ਦੂਜੇ ਸਿਸੋਦੀਆ ਸਾਹਿਬ ਬਾਹਰ ਨੇ, ਇੱਕ ਸਿਹਤ ਮੰਤਰੀ ਤੇ ਦੂਜੇ ਸਿੱਖਿਆ ਮੰਤਰੀ। ਉਹਨਾਂ ਦੋਵਾਂ ਨੂੰ ਹੀ ਪ੍ਰੈਜ਼ੈਂਟ ਕਰਦੇ ਆ ਕਿਉਂਕਿ ਕੇਜਰੀਵਾਲ ਸਾਹਿਬ ਦੇ ਕੋਲੇ ਤਾਂ ਮਹਿਕਮਾ ਕੋਈ ਨਹੀਂ, ਉਹ ਮੁੱਖ ਮੰਤਰੀ ਜ਼ਰੂਰ ਨੇ ਪਰ ਮਹਿਕਮਾ ਨਹੀਂ ਕੋਈ ਕੋਲ ਰੱਖਿਆ। ਮਹਿਕਮੇ ਸਾਰੇ ਆਪਣੇ ਮੰਤਰੀਆਂ ਨੂੰ ਵੰਡੇ ਆ, ਇਹਨਾਂ 2 ਬੰਦਿਆਂ ਦੇ ਵਿਭਾਗਾਂ ਨੂੰ ਅੱਗੇ ਜਾ ਕੇ ਪ੍ਰੈਜ਼ੈਂਟ ਕਰਦੇ ਆ। ਹੁਣ ਤੁਸੀਂ ਦੇਖਿਆ ਹੋਣਾ ਜਿੰਨੇ ਗੇੜੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ ਅਰਵਿੰਦ ਕੇਜਰੀਵਾਲ ਮਾਰਦੇ ਆ, ਬਰਾਬਰ ਦੇ ਚੱਕਰ ਮਨੀਸ਼ ਸਿਸੋਦੀਆ ਮਾਰਦੇ ਆ, ਕਿਉਂਕਿ ਜੈਨ ਸਾਹਿਬ ਪਹਿਲਾਂ ਹੁੰਦੇ ਸੀ, ਹੁਣ ਤਾਂ ਜੇਲ੍ਹ 'ਚ ਨੇ, ਇਸ ਕਰਕੇ ਉਹ ਆ ਨਹੀਂ ਸਕਦੇ।
ਹੁਣ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸੰਬੋਧਨ ਕੀਤਾ। ਉਹ ਕਹਿੰਦੇ ਜੀ ਦੇਖੋ ਗੱਲ ਇਦਾਂ ਹੈ, ਇੱਕੋ ਹੀ ਬੈਂਚ ਤੇ ਬੈਠੇ ਹੁੰਦੇ ਆ ਕੇਜਰੀਵਾਲ ਸਾਹਿਬ ਤੇ ਸਿਸੋਦੀਆ ਸਾਹਿਬ, ਇੱਕੋ ਹੀ ਕੁਰਸੀਆਂ ਤੇ। ਉਹ ਕਹਿੰਦੇ ਜੇ ਸਾਡਾ ਬੰਦਾ ਇੱਕ ਵਾਰੀ ਹਿਰਾਸਤ 'ਚ ਲੈ ਲਿਆ 6% ਵੋਟਾਂ ਗੁਜਰਾਤ ਦੇ ਵਿੱਚ ਵੱਧ ਜਾਣੀਆਂ, ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਣਾ ਹੀ, ਹਮਦਰਦੀ ਜੁੜ ਜਾਣੀ ਹੈ। ਤਾਂ ਜੇ ਕਿਤੇ ਕਹਿੰਦੇ 2 ਵਾਰੀ ਮਨੀਸ਼ ਸਿਸੋਦੀਆ ਨੂੰ ਹਿਰਾਸਤ 'ਚ ਲੈ ਲਿਆ ਤਾਂ ਸਮਝ ਲਓ ਕਿ ਗੁਜਰਾਤ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਵੱਟ ਤੇ ਪਈ ਹੈ। ਮੈਨੂੰ ਕਦੇ ਕਦੇ ਐਂ ਲੱਗਦਾ ਸੰਧਾਲੀਆ ਸਾਹਿਬ, ਭਾਵੇਂ ਪੰਜਾਬ ਹੈ, ਭਾਵੇਂ ਹਿਮਾਚਲ ਹੈ, ਭਾਵੇਂ ਗੁਜਰਾਤ ਹੈ, ਜਾਂ ਕਿਸੇ ਵੀ ਸੂਬੇ ਦੀ ਸਰਕਾਰ ਹੈ, ਭਲਕ ਨੂੰ ਰਾਜਸਥਾਨ ਦੇ ਵਿੱਚ ਵੀ ਵੋਟਾਂ ਆ ਜਾਣੀਆਂ। ਜੇ ਆਮ ਆਦਮੀ ਪਾਰਟੀ ਵਾਲੇ ਕਿਤੇ ਜਾ ਕੇ ਕਹਿੰਦੇ ਆ ਕਿ ਸਾਡੀ ਸਿੱਖਿਆ ਨੀਤੀ ਵਧੀਆ ਹੈ, ਮੈਂ ਨਹੀਂ ਕਹਿਣਾ ਕਿ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਦੀ ਸਿੱਖਿਆ ਨੀਤੀ ਝਠਲਾਉਣੀ ਚਾਹੀਦੀ ਹੈ। ਉੱਥੋਂ ਦੀ ਸੂਬਾ ਸਰਕਾਰ, ਭਾਵੇਂ ਗੁਜਰਾਤ ਹੈ, ਹਿਮਾਚਲ ਹੈ ਜਾਂ ਰਾਜਸਥਾਨ ਹੈ, ਉੱਥੋਂ ਦੀ ਸੂਬਾ ਸਰਕਾਰ ਕਹੇ ਕਿ ਆਹ ਲਓ ਅਸੀਂ ਲਿਸਟ ਜਾਰੀ ਕਰਦੇ ਹਾਂ, ਆਹ ਸਾਡੇ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲ, ਆਹ ਸਾਡੇ ਸੂਬੇ ਦੇ ਸਰਕਾਰੀ ਮਿਡਲ ਸਕੂਲ, ਆਹ ਸਾਡੇ ਸੂਬੇ ਦੇ ਸਰਕਾਰੀ ਹਾਈ ਸਕੂਲ, ਆਹ ਸਾਡੇ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਹ ਸਾਡੇ ਸੂਬੇ ਦੇ ਕਾਲਜ, ਆਹ ਪੋਲੀਟੈਕਨਿਕ, ਆਹ ITIs, ਤੁਸੀਂ ਆਹ ਲਿਸਟ ਆ, ਆਹ ਐਡਰੈਸ ਆ, ਤੁਸੀਂ ਜਿੱਥੇ ਮਰਜੀ ਜਿੱਦਣ ਮਰਜੀ ਜਾ ਵੱਜੋ। ਇਮਾਰਤ ਵੀ ਵਧੀਆ, ਅਸਾਮੀਆਂ ਵੀ ਪੂਰੀਆਂ, ਭਾਵੇਂ ਬੱਚਿਆਂ ਨੂੰ ਜਾ ਕੇ ਪੁੱਛ ਲਓ, ਅਸੀਂ ਟੌਪ ਕਲਾਸ ਪੜ੍ਹਾਈ ਕਰਾਉਂਦੇ ਆ। ਮੈਨੂੰ ਨਹੀਂ ਲੱਗਦਾ ਕਿ ਜੇ ਦੂਸਰੇ ਸੂਬੇ ਦੇ ਵਿੱਚ ਜਾ ਕੇ ਕੋਈ ਬੰਦਾ ਇਹ ਕਹਿੰਦਾ ਕਿ ਅਸੀਂ ਆਪਣੇ ਸੂਬੇ 'ਚ ਵਧੀਆ ਕੰਮ ਕੀਤਾ ਤਾਂ ਉਹਨੂੰ ਝੁਟਲਾਉਣ ਦੀ ਲੋੜ ਨਹੀਂ। ਤੁਸੀਂ ਆਪ ਦਾ ਮੋਹਰੇ ਰੱਖ ਦਿਓ ਕੰਮ ਕੇ ਪਾਈਆ, ਦੇਖੋ ਅਸੀਂ ਤੁਹਾਡੇ ਤੋਂ ਵੀ ਵਧੀਆ ਕੀਤਾ। ਤੇ ਜੇ ਅਸੀਂ ਇੱਕ ਦੂਜੇ ਤੇ ਇਕੱਲੇ ਇਲਜ਼ਾਮ ਲਾਉਣ ਤੇ ਲੱਗੇ ਰਹਾਂਗੇ, ਆਪਦੇ ਵਧੀਆ ਕੀਤੇ ਕੰਮਾਂ ਨੂੰ ਪੇਸ਼ ਨਹੀਂ ਕਰਾਂਗੇ, ਉਹਦੇ ਨਾਲ ਦੇਸ਼ ਬਹੁਤਾ ਠੀਕ ਰਾਹ ਤੇ ਨਹੀਂ ਜਾ ਰਿਹਾ। ਮੈਨੂੰ ਤਾਂ ਹੋਰ ਸ਼ੰਕਾ ਲੱਗਦੀ, ਮੈਂ ਨਾ ਵੀ ਆਹ ਜਿਹੜਾ ਬਿਆਨ ਆ ਕੇਜਰੀਵਾਲ ਸਾਹਿਬ ਨੂੰ ਨਹੀਂ ਸੀ ਦੇਣਾ ਚਾਹੀਦਾ, ਕਿਉਂਕਿ ਮਨੀਸ਼ ਸਿਸੋਦੀਆ ਸਾਹਿਬ ਦਾ ਮੁੱਖ ਮੰਤਰੀ ਬਣਾਉਣ ਦੇ ਨਾਲ ਬੜਾ ਚੱਕਰ ਪੈਂਦਾ ਪੰਜਾਬ ਦੇ ਵਿੱਚ। ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀਆਂ ਚੋਣਾਂ ਸੀ, ਉਦੋਂ ਮਨੀਸ਼ ਸਿਸੋਦੀਆ ਸਾਹਿਬ ਵੀ ਬਿਆਨ ਦੇ ਗਏ ਸੀ ਵੀ ਲੈ ਤੁਸੀਂ ਸਮਝੋ ਕੇਜਰੀਵਾਲ ਹੀ ਮੁੱਖ ਮੰਤਰੀ ਆ, ਦੇ ਨਾਲ ਦੀ ਨਾਲ ਹੀ ਭੱਠਾ ਪੈ ਗਿਆ ਸੀ। ਹੁਣ ਗੁਜਰਾਤ ਦੇ ਵਿੱਚ ਮਨੀਸ਼ ਸਿਸੋਦੀਆ ਦਾ ਮੁੱਖ ਮੰਤਰੀ ਵਾਇਆ ਨਾਮ ਚੱਲੀ ਜਾਂਦਾ। ਮੈਂ ਤਾਂ ਹੋਰ ਗੱਲ ਸੋਚਦਾ ਵੀ ਗੁਜਰਾਤ 'ਚ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਟਾਈਮ ਦੇ ਵਿੱਚ ਲੀਡਰ ਵੋਟਾਂ ਦੇ ਵਿੱਚ ਖੜਨਗੇ ਜਾਂ ਇਲੈਕਸ਼ਨ ਲੜਨ ਦੇ ਚਾਹਵਾਨ ਹੋਣਗੇ, ਉਹ ਤਾਂ ਕੀ ਪਤਾ ਹੁਣ ਤੋਂ ਹੀ ਧੂਫ ਬੱਤੀ ਨਾ ਕਰਨੀ ਸ਼ੁਰੂ ਕਰ ਦੇਣ ਵੀ ਹੇ ਰੱਬ ਸੱਚਾ, ਕਿਸੇ ਤਰ੍ਹਾਂ ਹੋਰ ਕੁਝ ਹੋਵੇ ਨਾ ਹੋਵੇ, ਆਹ ਬੰਦਾ ਅੰਦਰ ਚਾਹੀਦਾ, ਫਿਰ ਸਾਡੀ ਸਰਕਾਰ ਬਣ ਜਾਣੀ। ਅਤੇ ਮੈਂ ਨਾ ਵੀ ਇਹ ਨਾ ਹੋਵੇ ਵੈਸੇ ਤਾਂ ਉਹ ਬੰਦੇ ਨੇ ਅੰਦਰ ਜਾਣਾ ਕਿ ਨਹੀਂ ਜਾਣਾ, ਉਹਨਾਂ ਬੰਦਿਆਂ ਦੀਆਂ ਅਰਦਾਸਾਂ ਦੁਆਵਾਂ ਜਿਹੜੀਆਂ ਉਹੀ ਨਾ ਅੰਦਰ ਕਰ ਦੇਣ ਕਿਤੇ। ਨਹੀਂ ਤੇ ਇਹ ਤਾਂ ਮਹਾਰਾਜ, ਇਹ ਤਾਂ ਤੁਹਾਨੂੰ ਲੀਡਰਾਂ ਨੂੰ ਪਤਾ ਹੋਊਗਾ ਹਿਸਾਬ ਕਿਤਾਬ ਕੀ ਆ। ਆਮ ਬੰਦਾ ਤਾਂ ਸਾਰਿਆਂ ਦੀ ਸੌਖੀ ਮੰਗਦਾ, ਇੱਥੋਂ ਪਤਾ ਲੱਗ ਜਾਂਦਾ ਹਿਸਾਬ ਕਿਤਾਬ ਕੀ ਬਣਦਾ ਹੀ। ਨਹੀਂ ਮੈਂ ਤਾਂ ਕਿਹਾ ਵੀ ਹਰੇਕ ਬੰਦਾ ਚਾਹੁੰਦਾ ਨਾ। ਆਪਾਂ ਪਿਛਲੇ ਸਮੇਂ 'ਚ ਇਹ ਤਾਂ ਵੇਖਦੇ ਰਹੇ ਹਾਂ ਵੀ ਜਿੱਤ ਦੇ ਲਈ ਅਗਲਾ ਕਹਿੰਦਾ ਵੀ ਜੋ ਹਵਨ ਕਰਨਾ ਪੈਂਦਾ ਉਹ ਕਰ ਲਾਂਗੇ, ਜੇ ਕਿਤੇ ਜਾ ਕੇ ਮੱਥਾ ਰਗੜਨਾ ਪੈਂਦਾ ਉਹ ਰਗੜ ਦਿਆਂਗੇ। ਪੰਜਾਬ 'ਚ ਤੇ ਆਪਾਂ ਇਹ ਵੀ ਵੇਖਿਆ ਵੀ ਕਿਸੇ ਸਿਆਣੇ ਨੇ ਕਹਿ ਤਾ ਵੀ ਕੱਟਾ ਦਾਨ ਕਰਨਾ ਪੈਣਾ ਮਹਾਰਾਜ, ਫਿਰ ਤੁਸੀਂ ਜਿੱਤਣਾ। ਉਹ ਗੱਲ ਵੱਖਰੀ, ਚਲੋ ਬੰਦਾ ਨਹੀਂ ਸੀ ਜਿੱਤਿਆ, ਉਹ ਵੀ ਕੰਮ ਕਰ ਲਿਆ ਸੀ ਜੀ। ਬਲੀ ਦੇਣ ਦੀ ਗੱਲ ਆ। ਹੁਣ ਪਤਾ ਨਹੀਂ ਇੱਥੇ ਜੇ ਬੰਦੇ ਦੀ ਬਲੀ ਇੱਦਾਂ ਹੋ ਜਾਵੇ ਵੀ ਮਹਾਰਾਜ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਸਲਾਖਾਂ ਦੇ ਅੰਦਰ ਕਰ ਦਿਓ ਫਿਰ ਅਸੀਂ ਜਿੱਤਦੇ ਹਾਂ, ਇਹ ਨਾ ਹੋਵੇ ਗੱਲ ਉਧਰ ਨੂੰ ਤੁਰ ਪਵੇ। ਮੈਂ ਸੰਧਾਲੀਆ ਸਾਹਿਬ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ। ਦੇਖੋ ਇਦਾਂ ਦੀ ਸੋਚ ਨਹੀਂ ਹੋਣੀ ਚਾਹੀਦੀ। ਇੱਕ ਵਾਰੀ ਸੀਗੇ ਤਾਂ ਉਹ ਕਾਫੀ ਵੱਡੇ ਮੇਰੇ ਤੋਂ ਉਮਰ ਦੇ ਵਿੱਚ 15-20 ਸਾਲ, ਤੇ ਮੈਂ ਕਿਸੇ ਦੇ ਨਾਲ ਨਾ ਸਰਕਾਰੀ ਹਸਪਤਾਲ ਦੇ ਵਿੱਚ ਜਾਣੀ ਕੋਈ ਖਬਰ ਲੈਣ ਚੱਲਦਾ ਸੀ, ਮੈਨੂੰ ਵੀ ਨਿੱਕੇ ਨਿਆਣੇ ਨੂੰ ਨਾਲ ਲੈ ਗਿਆ ਕਿ ਚੱਲ ਆ ਭਾਈ ਤੁਰ ਤੂੰ ਵੀ। ਉੱਥੇ ਜਾ ਕੇ ਹੁਣ ਮੈਨੂੰ ਨਹੀਂ ਘਟਨਾ ਦਾ ਪਤਾ ਕੀ ਘਟਨਾ ਸੀ ਕੀ ਨਹੀਂ ਘਟਨਾ ਸੀ। ਬੰਦਾ ਮੰਜੇ ਤੇ ਪਿਆ, ਦਵਾਈਆਂ ਦੀ ਮਹਿਕ ਜੀ ਅਜੀਬ ਤਰੀਕੇ ਦੀ ਆਈ ਜਾਵੇ, ਉਹਦੀ ਅੱਖ ਦੇ ਉੱਤੇ ਨਾ ਐ ਚਿੱਟੀ ਪੱਟੀ ਬੰਨੀ ਉਹ ਇੱਥੇ ਕਰੂਨ ਰੱਖ ਕੇ, ਜਿੱਦਾਂ ਅੱਖ ਦੇ ਉੱਤੇ ਸੱਟ ਲੱਗੀ ਹੁੰਦੀ ਆ ਜਾਂ ਅੱਖ ਦੇ ਵਿੱਚ ਕਿਤੇ ਵੀ, ਹੋਰ ਵੀ 2-4 ਜਗ੍ਹਾ ਤੇ ਪੱਟੀਆਂ ਵੱਜੀਆਂ। ਬੁੱਲ ਬੱਲ ਸੁੱਜਿਓ, ਬੰਦਾ ਹੌਲੀ ਹੌਲੀ ਬੋਲੇ ਤੇ ਉਹਨੂੰ ਪੁੱਛਿਆ ਠੀਕ ਆ? ਹਾਂ ਠੀਕ ਆ। ਨਿਗਾਹ ਬਚ ਗਈ? ਹਾਂਜੀ ਬਚ ਗਈ। ਸੱਟ ਲੱਗੀ? ਝਗੜਾ ਹੋਇਆ ਸੀ ਕਿਸੇ ਨਾਲ? ਸਰਕਾਰੀ ਹਸਪਤਾਲ 'ਚ ਪਿਆ ਬੰਦਾ। ਹੌਲੀ ਦਿਨ ਕਹਿੰਦਾ ਜੇ ਕਿਤੇ ਅੱਖ ਦੀ ਲਾਈਟ ਚਲ ਜਾਂਦੀ ਨਾ 26 ਬਣ ਜਾਣੀ ਸੀ ਵੇ। ਜਾਣੀ ਇਸ ਗੱਲ ਦਾ ਨਹੀਂ ਸੀ ਫਿਕਰ ਕਿ ਭਾਈ ਮੇਰੇ ਅੱਖ ਦੀ ਲਾਈਟ ਬਾਜੀ, ਜੇ ਕਿਤੇ ਚਲ ਜਾਂਦੀ ਅੱਖ ਦੀ ਲਾਈਟ ਵੀ ਦੂਜੇ ਵੱਜ ਜਾਣੇ, ਫੇਰ ਨਹੀਂ ਛੁੱਟਦੇ ਉਹ। ਹੁਣ ਇਦਾਂ ਦੀ ਸੋਚ ਤਾਂ ਮੈਨੂੰ ਲੱਗਦਾ ਨਹੀਂ ਰੱਖਣੀ ਚਾਹੀਦੀ ਨਾ। ਅੱਖ ਦੀ ਲਾਈਟ ਬਚਾਉਣੀ ਚਾਹੀਦੀ, ਭਾਈ 26 ਦਾ ਕੀ ਆ, ਫੇਰ ਬਣ ਜਾਣਗੀਆਂ। ਨਹੀਂ ਤੁਸੀਂ ਇੱਥੋਂ ਦੇਖੋ, ਇਹ ਉਹਦੇ ਤੇ ਉਹ ਬੰਦਾ ਅੱਖ ਦੀ ਲਾਈਟ ਵੀ ਛੱਡਣ ਨੂੰ ਤਿਆਰ ਬੈਠਾ ਸੀਗਾ ਵੀ ਅਗਲਾ ਕਿਸੇ ਨਾ ਕਿਸੇ ਤਰ੍ਹਾਂ ਟੰਗਿਆ ਜਾਵੇ। ਇੱਥੇ ਤੇ ਅਗਲੇ ਦਾ ਸਾਰਾ ਕੁਝ ਬਣ ਜਾਣਾ ਜੇ ਇੱਦਾਂ ਹੋ ਜਾਂਦਾ। ਪਰ ਚਲੋ ਇਹ ਬਿਆਨ ਨੇ ਸਿਆਸਤ ਆਏ ਅਜੇ ਜਦ ਤੱਕ ਗੁਜਰਾਤ ਤੇ ਹਿਮਾਚਲ ਦੀਆਂ ਇਲੈਕਸ਼ਨਾਂ ਨਿਬੜਦੀਆਂ ਨਹੀਂ ਉਨੀ ਦੇਰ ਤੱਕ ਇਹੋ ਜਿਹੇ ਕਈ ਆਪਾਂ ਨੂੰ ਬਿਆਨ ਸੁਣਨ ਨੂੰ ਮਿਲਣੇ ਆ। ਜੇ ਮਨੀਸ਼ ਸਿਸੋਦੀਆ ਸਾਹਿਬ ਦੀ ਗੱਲ ਕੀਤੀ ਹੈ ਤੇ ਇੱਕ ਮਨੀਸ਼ ਤਿਵਾੜੀ ਸਾਹਿਬ ਦੀ ਗੱਲ ਵੀ ਕਰ ਲਈਏ। ਤਿਵਾੜੀ ਸਾਹਿਬ ਕਾਂਗਰਸ ਦੇ ਲੀਡਰ ਨੇ, ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੇ, ਤੇ ਉਹਨਾਂ ਨੇ ਹੁਣ ਇੱਕ ਕੁਝ ਇਤਰਾਜ਼ ਕੀਤਾ ਪਿਛਲੇ ਦਿਨੀ ਵੀ, ਕਿਉਂਕਿ ਉਹ ਕਾਫੀ ਹਾਈਕਮਾਨ ਤੋਂ ਨਾਰਾਜ਼ ਚੱਲਦੇ ਸੀ। ਕਿਉਂਕਿ ਉਹ ਕਹਿੰਦੇ ਯਾਰ ਜਿਸ ਹਿਸਾਬ ਨਾਲ ਟਰੀਟ ਕੀਤਾ ਜਾ ਰਿਹਾ ਵੀ ਅਸੀਂ ਕਿਤੇ ਇੱਥੇ ਕਿਰਾਏਦਾਰ ਥੋੜ੍ਹਾ, ਅਸੀਂ ਤੇ ਇਹਦੇ 'ਚ ਹਿੱਸੇਦਾਰ ਹਾਂ, ਕਾਂਗਰਸ ਪਾਰਟੀ ਨੂੰ ਇੰਨੇ ਦਹਾਕੇ ਦਿੱਤੇ ਨੇ।
ਹੁਣ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ 17 ਤਰੀਕ ਰੱਖੀ ਆ ਵੀ ਆਪਾਂ ਪ੍ਰਧਾਨ ਚੁਣਨਾ ਵੀ ਕਿਹੜਾ ਹੋਊਗਾ ਹੁਣ ਕਾਂਗਰਸ ਪਾਰਟੀ ਦਾ ਨੈਸ਼ਨਲ ਲੈਵਲ 'ਤੇ। ਉਹ ਕਹਿੰਦੇ ਵੋਟਾਂ ਵਾਟਾਂ ਪਾਉਣ ਦੀ ਤਾਂ ਗੱਲ ਚੱਲ ਪਈ, ਪਰ ਵੋਟਰ ਲਿਸਟਾਂ ਕਿੱਥੇ ਆ, ਵੋਟਾਂ ਪਾਉਣੀਆਂ ਕਿ ਨਹੀਂ, ਇਹ ਤਾਂ ਕੋਈ ਦੱਸੇ। ਤਿਵਾੜੀ ਸਾਹਿਬ ਬੜੇ ਅੱਜ ਕੱਲ੍ਹ ਤੱਤੇ ਚੱਲਦੇ ਆ। ਕਦੇ ਕਾਂਗਰਸ ਹਾਈ ਕਮਾਂਡ ਦੇ ਬਹੁਤ ਨੇੜੇ ਹੁੰਦੇ ਸੀ। ਜਦੋਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਵੀ ਦਿੱਤੀ ਹੈ, ਬਹੁਤ ਸਾਰੇ ਬੰਦੇ ਕਹਿੰਦੇ ਸੀ ਜੀ ਸਥਾਨਕ ਪੱਧਰ ਦੇ ਉੱਤੇ ਟਿਕਟਾਂ ਦਿੱਤੀਆਂ ਜਾ ਸਕਦੀਆਂ ਸੀ, ਪਰ ਤਿਵਾੜੀ ਸਾਹਿਬ ਦਾ ਹਾਈ ਕਮਾਂਡ ਦੇ ਉੱਤੇ ਜ਼ੋਰ ਚੱਲਦਾ, ਟਿਕਟ ਅਗਲੇ ਲੈ ਗਏ, MP ਵੀ ਬਣ ਗਏ। ਪਰ ਉਹਦੇ ਤੋਂ ਬਾਅਦ ਹਾਈ ਕਮਾਂਡ ਦੇ ਨਾਲ ਬਹੁਤੀ ਰਾਸ ਨਹੀਂ ਰਲੀ। ਜਿਹੜੇ 23 ਲੀਡਰਾਂ ਦਾ ਇੱਕ ਸਮੂਹ ਬਣਿਆ ਸੀ, ਹਾਈ ਕਮਾਂਡ ਤੋਂ ਸਵਾਲ ਜਵਾਬ ਕਰਦੇ ਸੀ, ਉਹਨਾਂ ਦੇ ਵਿੱਚ ਵੀ ਤਿਵਾੜੀ ਸਾਹਿਬ। ਹੁਣ ਅਕਤੂਬਰ ਦੇ ਵਿੱਚ ਵੋਟਾਂ ਆਮ ਤੌਰ ਤੇ ਪੈਂਦੀਆਂ ਨਹੀਂ। ਕਾਂਗਰਸ ਪਾਰਟੀ ਦਾ ਪ੍ਰਧਾਨ ਸਰਬਸੰਮਤੀ ਦੇ ਨਾਲ ਹੀ ਚੁਣਿਆ ਜਾਂਦਾ, ਕਿਉਂਕਿ ਗਾਂਧੀ ਪਰਿਵਾਰ ਦੇ ਵਿੱਚੋਂ ਹੀ ਚੁਣਨਾ ਹੁੰਦਾ। ਹੁਣ ਤਿਵਾੜੀ ਸਾਹਿਬ ਕਹਿੰਦੇ ਕਿਸੇ ਨੂੰ ਨਹੀਂ ਪਤਾ ਵੋਟਾਂ ਕਿਹਨਾਂ ਦੀਆਂ, ਸਾਨੂੰ ਨਹੀਂ ਸੀ ਪਤਾ। ਤਿਵਾੜੀ ਸਾਹਿਬ ਕਹਿੰਦੇ ਜੀ ਵੋਟਰ ਸੂਚੀ ਤਾਂ ਜਨਤਕ ਕਰ ਦਿਓ, ਕਿਸੇ ਨੇ ਖੜਨਾ ਹੋਵੇ ਉਹਨੂੰ ਪਤਾ ਹੋਵੇ ਕਿਹੜੇ ਵੋਟਰਾਂ ਤੋਂ ਜਾ ਕੇ ਵੋਟਾਂ ਮੰਗੂ। ਸੰਧਾਵਾਲੀਆ ਸਾਹਿਬ 9000 ਤੋਂ ਲੈ ਕੇ 10000 ਵੋਟਾਂ ਹੁੰਦੀਆਂ। ਸੂਬਾ ਕਾਂਗਰਸ ਜਿਹੜੀ ਆ ਸਾਰੇ ਸੂਬਿਆਂ ਦੀ, ਉਹਦੇ ਵਿੱਚੋਂ ਡੈਲੀਗੇਟ ਜਾਂਦੇ ਆ, ਉਹ ਡੈਲੀਗੇਟ ਵੋਟਾਂ ਪਾਉਂਦੇ ਆ, ਫਿਰ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ। ਪਰ ਵੋਟਰ ਸੂਚੀ ਅਜੇ ਤੱਕ ਜਨਤਕ ਨਹੀਂ। ਉਹ ਕਹਿੰਦੇ ਜੀ ਪਤਾ ਕਿੱਦਾਂ ਲੱਗੂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਸੱਚੀ ਵੋਟਾਂ ਪੈਂਦੀਆਂ? ਪਿਛਲੇ 40 ਸਾਲਾਂ 'ਚ 2 ਵਾਰੀ ਪਈਆਂ। ਇੱਕ ਵਾਰੀ ਜਤਿੰਦਰ ਪ੍ਰਸਾਦ ਹੋਰੀ ਖੜ ਗਿਆ ਸੀ ਬੀਬੀ ਸੋਨੀਆ ਗਾਂਧੀ ਦੇ ਖਿਲਾਫ, ਜੇ ਮੈਂ ਭੁੱਲਦਾ ਨਹੀਂ ਸਨ 2000 ਦੇ ਆਸ-ਪਾਸ ਦੀ ਗੱਲ ਹੋਊਗੀ। ਉਹਨਾਂ ਨੂੰ ਬੜੀਆਂ ਥੋੜੀਆਂ ਜੀਆਂ ਵੋਟਾਂ ਪਈਆਂ, ਬੀਬੀ ਸੋਨੀਆ ਗਾਂਧੀ ਨੂੰ ਬਹੁਤ ਵੋਟਾਂ ਪਈਆਂ, ਅਗਲੇ ਪ੍ਰਧਾਨ ਚੁਣ ਹੋ ਗਏ। ਇੱਕ ਵਾਰੀ ਸੀਤਾਰਾਮ ਕੇਸਰੀ ਸੀਗੇ, ਉਹਨਾਂ ਨੇ ਪ੍ਰਧਾਨ ਬਣਨਾ ਸੀ, ਉਹਨਾਂ ਦੇ ਮੂਹਰੇ ਇੱਕ ਸ਼ਰਦ ਪਵਾਰ ਖੜ ਗਏ ਜਿਹੜੇ ਅੱਜ ਕੱਲ੍ਹ ਮਹਾਰਾਸ਼ਟਰ ਦੇ ਵਿੱਚ ਨੇ, ਕਾਂਗਰਸ ਪਾਰਟੀ ਤੋਂ ਬਾਹਰ ਨੇ। ਦੂਸਰੇ ਰਜੇਸ਼ ਪਾਇਲਟ ਖੜ ਗਿਆ ਸੀ, ਉਹਨਾਂ ਦਾ ਬੇਟਾ ਸਚਿਨ ਪਾਇਲਟ ਅੱਜ ਕੱਲ੍ਹ ਰਾਜਸਥਾਨ ਦੇ ਵਿੱਚ ਬੜਾ ਸਰਗਰਮ, ਪਿਛਲੇ ਦਿਨੀ ਕੁਝ MLA ਲੈ ਕੇ ਲਾਂਭੇ ਵੀ ਹੋਣ ਨੂੰ ਫਿਰਦਾ ਸੀ। ਹੁਣ ਉਦੋਂ ਵੀ ਰਜੇਸ਼ ਪਾਇਲਟ ਨੂੰ ਤੇ ਸ਼ਰਦ ਪਵਾਰ ਨੂੰ ਬੜੀਆਂ ਥੋੜੀਆਂ ਵੋਟਾਂ ਪਈਆਂ ਸੀ, ਤੇ ਦੂਜੇ ਪਾਸੇ ਸੀਤਾਰਾਮ ਕੇਸਰੀ ਵਾਹਵਾ ਵੋਟਾਂ ਲੈ ਕੇ ਜਿੱਤ ਗਿਆ ਸੀ। ਹੁਣ ਇੱਕ ਵਾਰੀ ਫੇਰ ਅਸਾਰ ਬਣਦੇ ਆ ਕਿ ਜੇ ਕਾਂਗਰਸ ਪਾਰਟੀ ਦੇ ਅੰਦਰਲਾ ਖਲਾਰਾ ਇਦਾਂ ਹੀ ਰਿਹਾ ਤਾਂ ਸੰਧਾਲੀਆ ਸਾਹਿਬ ਕੋਈ ਨਾ ਕੋਈ ਉਮੀਦਵਾਰ, ਜੇ ਬੀਬੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਪ੍ਰਧਾਨਗੀ ਦੇ ਕੈਂਡੀਡੇਟ ਹੁੰਦੇ ਆ ਤੇ ਮੋਹਰਿਓਂ ਕਿਸੇ ਨਾ ਕਿਸੇ ਨੇ ਖੜ ਜਾਣਾ। ਅੰਦਰ ਖਾਤੇ ਲੋਕ ਬੜੇ ਬਹੁਤ ਫਿਰਦੇ ਆ ਕਿ 49 ਵਿੱਚੋਂ 39 ਇਲੈਕਸ਼ਨ ਹਾਰ ਸਕਦੇ ਆ। ਜੇ ਕਾਂਗਰਸ ਦੇ MPs ਦੀ ਗਿਣਤੀ 50 ਦੇ ਕਰੀਬ ਆ ਸਕਦੀ ਹੈ, 350 ਤੋਂ ਘਟ ਕੇ, ਜੇ ਵੱਖ-ਵੱਖ ਸੂਬਿਆਂ 'ਚ ਸਰਕਾਰਾਂ ਖਤਮ ਹੋ ਸਕਦੀਆਂ, ਤਾਂ ਫਿਰ ਭਾਈ ਆਪਾਂ ਪ੍ਰਧਾਨ ਹੀ ਬਦਲ ਕੇ ਦੇਖ ਲਈਏ। ਐਤਕੀ ਪੰਗਾ ਪੈ ਜਾਣਾ, ਬਹੁਤਾ ਖਲਾਰਾ ਪੈ ਸਕਦਾ। ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਐਵੇਂ ਜਾਣਬੁੱਝ ਕੇ ਇਸ ਪਾਸੇ ਜਾ ਰਿਹਾ ਏ। ਇੱਕ ਬੜਾ ਸੌਖਾ ਤੇ ਆਸਾਨ ਤਰੀਕਾ ਹੁੰਦਾ, ਆਪਣੇ ਦੇਸ਼ ਦੇ ਵਿੱਚ ਚੱਲਦਾ, ਕਈ ਥਾਵਾਂ ਤੇ ਵਰਤਿਆ ਜਾਂਦਾ। ਥੋੜ੍ਹੇ ਜਿਹੇ ਬੰਦੇ ਇਕੱਠੇ ਹੁੰਦੇ ਆ ਜਿਹੜੇ ਕਿ ਅੰਦਰਲੇ ਜੇ ਹੁੰਦੇ ਆ, ਤਾਕਤੀ ਕਮੇਟੀ ਉਹਨੂੰ ਕਹਿੰਦੇ ਆ, ਵੀ ਉਹਦੇ ਕੋਲੇ ਬਹੁਤ ਸਾਰੀਆਂ ਤਾਕਤਾਂ ਹੁੰਦੀਆਂ ਨੇ। ਉੱਚ ਤਾਕਤੀ ਕਮੇਟੀ, ਇਹ ਬਹੁਤਾ ਸਹੀ ਸ਼ਬਦ ਵਰਤਣਾ ਹੋਵੇ। ਉੱਚ ਤਾਕਤੀ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਆ, ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਪੱਤਰਕਾਰ ਭਾਈਚਾਰਾ ਨੂੰ ਪ੍ਰੈਸ ਨੋਟ ਚਲੇ ਜਾਂਦਾ ਵੀ ਸਾਰੀਆਂ ਤਾਕਤਾਂ ਜਿਹੜੀਆਂ ਜੀ ਉਹ ਫਲਾਨਾ ਜੀ ਨੂੰ ਦਿੱਤੀਆਂ ਜਾਂਦੀਆਂ ਨੇ। ਤੇ ਜੇ ਇਦਾਂ ਕਰ ਲੈਣ ਤੇ ਨਾ ਵੋਟਰ ਲਿਸਟ ਦੀ ਲੋੜ ਪਵੇ ਤੇ ਨਾ ਕਿਸੇ ਨੂੰ ਕੁਝ ਹੋਰ ਕਹਿਣ ਦੀ ਲੋੜ ਪਵੇ, ਉਹ ਜ਼ਿਆਦਾ ਵਧੀਆ ਤਰੀਕਾ ਨਹੀਂ ਹੈਗਾ? ਸਾਰੀਆਂ ਤਾਕਤਾਂ ਦੇ ਕੇ ਰਮਾਨ ਨਾਲ ਨਿਬੇੜੋ ਕੰਮ। ਨਹੀਂ, ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ। ਉਹ ਕੰਮ ਹੀ ਨਿਬੜ ਜਾਂਦਾ, ਨਾ ਵੋਟਾਂ ਪੈਣ, ਨਾ ਬੈਲਟ ਪੇਪਰ ਛਪਾਉਣੇ ਪੈਣ, ਨਾ ਕਿਸੇ ਨਿਗਰਾਨ ਨੂੰ ਵੋਟਾਂ ਗਿਣਨੀਆਂ ਪੈਣ, ਮੂਹਰ ਅੱਗੇ ਲੱਗੀ ਪਿੱਛੇ ਲੱਗੀ, ਕੋਈ ਰੌਲਾ ਹੀ ਨਾ ਪਵੇ। ਪਰ ਹਾਂ, ਇਹਦੇ ਨਤੀਜੇ ਕਿੰਨੇ ਕੁ ਵਧੀਆ ਨਿਕਲੇ ਆ, ਭਾਵੇਂ ਸੂਬਿਆਂ 'ਚ ਦੇਖ ਲਓ, ਭਾਵੇਂ ਕੇਂਦਰ 'ਚ ਦੇਖ ਲਓ, ਤੁਹਾਡੇ ਸਾਡੇ ਸਾਹਮਣੇ ਹੀ ਆ। ਇੱਕ ਚਰਚਾ ਆਪਾਂ ਸੰਧਾਵਾਲੀਆ ਸਾਹਿਬ ਹੋਰ ਜ਼ਰੂਰ ਕਰਨੀ ਹੈ। ਪਿਛਲੇ ਦਿਨੀ ਅਕਾਲੀ ਦਲ ਬਾਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਕਿ ਮੈਂ ਆਪ SIT ਵਾਲਿਆਂ ਨੂੰ ਟੈਲੀਫੋਨ ਕੀਤਾ। ਮੈਂ ਉਹਨਾਂ ਨੂੰ ਪੁੱਛਿਆ ਦੱਸੋ ਕਾਦਾ ਵਾ। 14 ਤੇ 6 ਐਸੇ ਮਹੀਨੇ ਦੀਆਂ 2 ਤਰੀਕਾਂ ਨੂੰ ਸੱਦਿਆ, ਪਹਿਲਾਂ ਬਾਈਬਲ ਕਲਾਂ ਵਾਲੇ ਮਸਲੇ 'ਚ, ਫਿਰ ਕੋਟਕਪੁਰੇ ਵਾਲੇ ਮਸਲੇ 'ਚ। ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਾਰ-ਬਾਰ ਕਿਹਾ ਸੀ ਕਿ ਗੋਲੀ ਚਲਾਉਣ ਦੇ ਹੁਕਮ SDM ਸਾਹਿਬ ਨੇ ਦਿੱਤੇ। SDM ਸਾਹਿਬ ਇਹ ਗੱਲ ਕਬੂਲ ਕਰਦੇ ਆ। ਸਾਨੂੰ ਤਾਂ ਇਕੱਲਾ ਸਿਆਸੀ ਤੌਰ ਦੇ ਉੱਤੇ ਘੜੀਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਿੰਨੀ ਵਾਰੀ ਸੱਦਣਗੇ ਅਸੀਂ ਜਾਵਾਂਗੇ। ਚੰਗੀ ਗੱਲ ਹੈ। ਜੇ SIT ਨੇ ਜਾਂਚ ਪੜਤਾਲ ਕਰਨੀ ਹੈ, ਜੇ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਕਿ ਮੈਂ ਜਾਊਂਗਾ, ਤੇ ਇਹਦੇ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ? ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ। ਹੁਣ ਮੋਹਰਿਓ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਸਾਹਿਬ ਬੋਲੇ। ਫਿਰ ਢਾਲੀਵਾਲ ਸਾਹਿਬ ਪਤਾ ਕੀ ਕਹਿੰਦੇ? ਉਹ ਕਹਿੰਦੇ ਜੀ ਦੇਖੋ, ਇੱਕ ਗੱਲ ਪੱਕੀ ਹੈ ਕਿ ਉਹ ਗ੍ਰਹਿ ਮੰਤਰੀ ਸਨ, ਸਰਕਾਰ ਦੇ ਹੁਕਮ ਤੋਂ ਬਿਨਾਂ ਗੋਲੀ ਨਹੀਂ ਚੱਲ ਸਕਦੀ। ਜੇ ਚੱਲੀ ਹੈ ਉਹਨਾਂ ਦੇ ਹੁਕਮ ਤੋਂ ਬਿਨਾਂ, ਤੇ ਉਹਨਾਂ ਨੇ ਜਾਂਚ ਪੜਤਾਲ ਕਿਉਂ ਨਾ ਕਰਾਈ? ਫਿਰ ਉਹਨਾਂ ਨੂੰ ਪੁੱਛਿਆ ਜੀ, ਉਹ ਤਾਂ ਕਹਿੰਦੇ SDM ਸਾਹਿਬ ਨੇ ਹੁਕਮ ਦਿੱਤੇ। ਉਹ ਕਹਿੰਦੇ ਪੜ੍ਹ ਲਓ SDM ਸਾਹਿਬ ਦਾ ਬਿਆਨ, ਸਟੇਟਮੈਂਟ ਦੇਖ ਲਓ, ਕਹਿੰਦੇ ਉਸ ਵੇਲੇ ਦੇ SDM ਸਾਹਿਬ ਦੀ।
ਤੇ ਐਸਡੀਐਮ ਹੋਰਾਂ ਨੇ ਕਿਹਾ ਸੀ ਕਿ ਜੇ ਲੋੜ ਪੈਂਦੀ ਆ ਤਾਂ ਉੱਪਰ ਨੂੰ ਗੋਲੀਆਂ ਚਲਾਓ। ਉੱਪਰ ਨੂੰ ਡਰਾਉਣ ਲਈ ਹੁੰਦਾ ਨਾ, ਸਥਿਤੀ ਕਾਬੂ ਕਰਨ ਦੇ ਲਈ। ਸਿੱਧੀ ਗੋਲੀ ਨਹੀਂ ਕਹਿੰਦੇ ਚਲਾ ਸਕਦੇ। ਐਸਡੀਐਮ ਸਾਹਿਬ ਨੇ ਉੱਪਰ ਨੂੰ ਗੋਲੀ ਚਲਾਉਣ ਨੂੰ ਕਿਹਾ ਸੀ, ਪਰ ਪੁਲਿਸ ਨੇ ਕਹਿੰਦੇ ਸਿੱਧੀਆਂ ਗੋਲੀਆਂ ਚਲਾਈਆਂ। ਤੇ ਜੇ ਕਹਿੰਦੇ ਇਹਨਾਂ ਨੇ ਹੁਕਮ ਨਹੀਂ ਸੀ ਦਿੱਤਾ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਮਹਿਕਮੇ ਨੇ, ਤਾਂ ਫਿਰ ਉਹਦੇ ਤੋਂ ਬਾਅਦ ਇਹਨਾਂ ਦਾ ਫਰਜ਼ ਬਣਦਾ ਸੀ, 2.5 ਸਾਲ ਸਰਕਾਰ ਰਹੀ ਹੈ, ਕਿ ਸਿੱਧੀਆਂ ਗੋਲੀਆਂ ਚਲਾਉਣ ਵਾਲੇ ਪੁਲਿਸ ਵਾਲਿਆਂ ਤੇ ਕਹਿੰਦੇ ਕਾਰਵਾਈ ਕਿਉਂ ਨਹੀਂ ਕੀਤੀ। ਦੇਸ਼ ਦੇ ਇਤਿਹਾਸ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਕਿਹਾ ਕਿ ਪਹਿਲਾ ਹੀ ਮਾਮਲਾ ਕਿ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕੀਤਾ, ਕਿ ਪੁਲਿਸ ਹੀ ਅਣਪਛਾਤੀ ਹੋ ਗਈ, ਕਿ ਕਿਸੇ ਨੂੰ ਹੁਕਮ ਦਿੱਤਾ ਹੋਊਗਾ ਕਿ ਤੁਸੀਂ ਬਹਿਬਲ ਕਲਾਂ ਜਾਓ, ਤੁਸੀਂ ਕੋਟਕਪੁਰੇ ਜਾਓ, ਉੱਥੇ ਲੋਕ ਇਕੱਠੇ ਹੋ ਰਹੇ ਆ, ਉੱਥੇ ਜਾ ਕੇ ਸਥਿਤੀ ਕਾਬੂ ਕਰੋ। ਬਕਾਇਦਾ ਸਾਰਾ ਕੁਝ ਰਜਿਸਟਰਾਂ ਦੇ ਵਿੱਚ ਨੋਟ ਹੋ ਕੇ ਅਫਸਰ ਤੇ ਕਰਮਚਾਰੀ ਉੱਥੇ ਜਾਂਦੇ ਆ, ਕੱਲਾ ਕੱਲਾ ਹਥਿਆਰ ਅਲਾਟ ਹੁੰਦਾ, ਡਾਂਗ ਵੀ ਸਰਕਾਰੀ, ਉੱਤੇ ਨੰਬਰ ਉਹਦਾ ਨੋਟ ਕਰਕੇ ਕਿ ਐਸਪਾਈ ਨੂੰ ਦਿੱਤੀ ਹੈ ਤਾਂ ਭੇਜੀ ਜਾਂਦੀ ਹੈ ਕਿ ਤੁਸੀਂ ਅਣਪਛਾਤੀ ਪੁਲਿਸ ਦੇ ਉੱਤੇ ਪਰਚਾ ਕੀਤਾ। ਹੁਣ ਜਦੋਂ ਵੀ ਕੋਈ ਸਵਾਲ ਸੁਖਬੀਰ ਸਿੰਘ ਬਾਦਲ ਸਾਹਿਬ ਕਰਦੇ ਆ, ਕੁਲਦੀਪ ਸਿੰਘ ਢਾਲੀਵਾਲ ਸਾਹਿਬ ਜਵਾਬ ਦਿੰਦੇ ਆ, ਢਾਲੀਵਾਲ ਸਾਹਿਬ ਸਵਾਲ ਕਰਦੇ ਆ, ਸੁਖਬੀਰ ਸਿੰਘ ਬਾਦਲ ਸਾਹਿਬ ਜਵਾਬ ਦਿੰਦੇ ਆ। ਹੁਣ ਸਿੱਧੀਆਂ ਗੋਲੀਆਂ ਚਲਾਉਣ ਵਾਲਿਆਂ ਦੀ ਜਾਂਚ ਕਰਕੇ ਕਾਰਵਾਈ ਕਿਉਂ ਨਹੀਂ ਹੋਈ? ਤੇ ਦੂਸਰਾ, ਨਾਲ ਦੀ ਨਾਲ ਇਸ ਮੁੱਦੇ ਦੇ ਉੱਤੇ ਸਿੱਧੀਆਂ ਗੋਲੀਆਂ ਚਲਾਉਣ ਵਾਲੇ ਕਿਹੜੇ ਪੁਲਿਸ ਵਾਲੇ ਨੇ ਅਣਪਛਾਤਿਆਂ ਤੇ ਪਰਚਾ ਦਰਜ ਕੀਤਾ, ਜਾਂਚ ਕਿਉਂ ਨਹੀਂ ਕਰਾਈ? ਢਾਲੀਵਾਲ ਸਾਹਿਬ ਨੇ ਸਵਾਲ ਕਰਤਾ। ਨਹੀਂ, ਦੇਖੋ ਮੈਨੂੰ ਇਹ ਲੱਗਦਾ ਕਿ 6 ਤਰੀਕ, ਕਿਉਂਕਿ 6 ਤਰੀਕ ਨੂੰ ਇਸ ਮਾਮਲੇ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹਾਜ਼ਰ ਹੋਣਾ, ਉਦੋਂ ਤੱਕ ਜਾਂਦਾ ਇਹਨਾਂ 5-6 ਦਿਨਾਂ ਦੇ ਵਿੱਚ ਜੇ ਸਿਆਸੀ ਤੌਰ ਤੇ ਬਿਆਨਬਾਜ਼ੀ ਇਸੇ ਤਰ੍ਹਾਂ ਚੱਲਦੀ ਰਹੀ ਤੇ ਹੋ ਸਕਦਾ ਉਦੋਂ ਤੱਕ ਨੂੰ ਨਤੀਜਾ ਜਿਹੜਾ ਉਹ ਕੁਝ ਹੋਰ ਹੋਵੇ। ਕਿਉਂਕਿ ਆਪਾਂ ਇਸ ਤੋਂ ਪਹਿਲਾਂ ਵੀ ਇਹ ਦੇਖਦੇ ਰਹੇ ਹਾਂ ਵੀ ਜਿਹੜੀ ਪੋਲੀਟੀਕਲ ਬਿਆਨਬਾਜ਼ੀ ਦੇ ਨਾਲ ਪ੍ਰੈਸ਼ਰ ਕ੍ਰੀਏਟ ਹੁੰਦਾ ਉਹ ਚਾਹੇ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਹੋਵੇ, ਚਾਹੇ ਉਹ ਪ੍ਰਸ਼ਾਸਨ ਤੇ ਹੋਵੇ, ਚਾਹੇ ਪੁਲਿਸ ਮਹਿਕਮੇ ਤੇ ਹੋਵੇ, ਚਾਹੇ ਪੋਲੀਟੀਕਲ ਪ੍ਰੈਸ਼ਰ ਕਿਉਂ ਨਾ ਹੋਵੇ, ਉਹਦਾ ਅਸਰ ਜ਼ਰੂਰ ਨਜ਼ਰ ਆਉਂਦਾ ਹੁੰਦਾ। ਹੁਣ ਜੇ ਇਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਚੱਲਦੀ ਰਹੀ, ਉਹਦੇ 'ਚੋਂ ਹਾਵੀ ਕੌਣ ਹੁੰਦਾ ਕੌਣ ਨਹੀਂ ਹੁੰਦਾ ਇਹ ਤਾਂ ਟਾਈਮ ਦੱਸੂਗਾ, ਪਰ ਉਸ ਦਿਨ ਦੀ ਜਾਂਚ ਦੇ ਵਿੱਚੋਂ ਹੋ ਸਕਦਾ ਵੀ ਕੁਛ ਨਾ ਕੁਛ ਇੱਧਰ ਉੱਧਰ ਦਾ ਫੈਸਲਾ ਉਹ ਜ਼ਰੂਰ ਸਾਹਮਣੇ ਆਵੇ ਵੀ ਪਹਿਲਾਂ ਆਹ ਚੀਜ਼ ਨਹੀਂ ਸੀ ਪਤਾ ਲੱਗੀ ਜੀ, ਹੁਣ ਆਹ ਚੀਜ਼ ਪਤਾ ਲੱਗ ਗਈ। ਜਾਂ ਇਹ ਵੀ ਹੋ ਸਕਦਾ ਜੀ ਉਦੋਂ ਤਾਂ ਕਹਿੰਦੇ ਸੀ ਆਹ ਗੱਲ ਇੱਦਾਂ ਸੀ ਕਿ ਆਹ ਲਓ ਜੀ ਹੁਣ ਕਲੀਅਰ ਹੋ ਗਿਆ, ਅੱਜ ਤੋਂ ਬਾਅਦ ਕਿਸੇ ਨੂੰ ਸਮਨ ਕਰਨ ਦੀ ਕੋਈ ਲੋੜ ਨਹੀਂ ਰਹਿਣੀ, ਹੁਣ ਤੱਕ ਜੋ ਚੱਲਦਾ ਸੀਗਾ ਉਹਦੇ ਵਿੱਚ ਕਸੂਰਵਾਰ ਕੋਈ ਹੋਰ ਸੀ। ਕੁਛ ਵੀ ਹੋ ਜਾਵੇ ਪਰ ਉਹ ਨਤੀਜਾ ਜਿਹੜਾ ਉਹ ਸਾਹਮਣੇ ਜ਼ਰੂਰ ਆਊਗਾ। ਇੱਕ ਆਪਾਂ ਜਾਂਦੇ ਜਾਂਦੇ ਚੀਨ ਦੀ ਗੱਲ ਕਰ ਲਈਏ ਜੀ। ਹੁਣ ਕਹਿੰਦੇ ਚੀਨ ਵਾਲਿਆਂ ਨੇ ਉਹ ਜਿਹੜੇ ਵਿਚਾਰੇ ਉੱਧਰ ਕੋਈ ਭੇਡਾਂ ਬੱਕਰੀਆਂ ਚਾਰਨ ਜਾਂਦੇ ਨੇ ਆਪਣੇ ਭਾਰਤੀ, ਉਹਨਾਂ ਨੂੰ ਰੋਕ ਲਿਆ। ਉਹ ਕਹਿੰਦੇ ਵੀ ਤੁਸੀਂ ਚੀਨ ਦੀ ਹੱਦ 'ਚੋਂ, ਮਤਲਬ ਜਿੱਥੇ ਅੱਗੇ ਉਹ ਜਾਂਦੇ ਸੀ ਆਮ, ਉੱਥੇ ਜਾਣ ਤੋਂ ਰੋਕ ਦਿੱਤਾ ਵੀ ਅੱਗੇ ਚਾਈਨਾ ਆ ਗਿਆ। ਇਹਦਾ ਮਤਲਬ ਚਾਈਨਾ ਆਪਣੇ ਹਿਸਾਬ ਨਾਲ ਬਾਰਡਰ ਬਣਾਈ ਜਾਂਦਾ। ਹੋਰ 2 ਮਹੀਨਿਆਂ ਨੂੰ ਬਰਫ਼ ਪੈਣ ਲੱਗ ਪੈਣੀ ਆ। ਫਿਰ ਉਧਰਲੇ ਪਾਸੇ, ਕਿਉਂਕਿ ਜਿੱਥੇ ਲਦਾਖ ਵਾਲੇ ਪਾਸੇ ਭਾਰਤ ਚੀਨ ਦੀ LAC ਹੈ, ਲਾਈਨ ਆਫ ਐਕਚੁਅਲ ਕੰਟਰੋਲ ਜਿਹਨੂੰ ਕਹਿੰਦੇ ਆ, ਫਿਰ ਤਾਂ ਉੱਥੇ ਬਰਫ਼ ਪੈ ਜਾਣੀ ਆ, ਘਾਹ ਦੀ ਤਿੜ ਨਹੀਂ ਲੱਭਣੀ। ਫਿਰ ਇਹ ਭੇਡਾਂ ਬੱਕਰੀਆਂ ਚਾਰਨ ਵਾਲੇ ਬੰਦਿਆਂ ਨੂੰ ਜਿਹੜਾ ਉਹ ਬੰਦ ਹੋਣਾ ਪੈਣਾ ਆਪੋ ਆਪਣੇ ਘਰਾਂ ਹਵੇਲੀਆਂ 'ਚ। ਗਰਮੀਆਂ ਨੂੰ ਉਹ ਜਾਂਦੇ ਨੇ, ਉਹਨਾਂ ਦਾ ਇੱਕ ਬਕਾਇਦਾ ਨਿਰਧਾਰਤ ਰੂਟ ਹੁੰਦਾ ਹਰ ਸਾਲ ਦਾ ਕਿ ਉਹਨਾਂ ਨੇ ਘਰੋਂ ਤੁਰਨਾ, ਇੱਧਰਲੇ ਪਾਸਿਓਂ ਦੀ ਤੁਰ ਕੇ ਇਹਨਾਂ ਮਹੀਨਿਆਂ ਦੀਆਂ ਇਹਨਾਂ ਤਰੀਕਾਂ ਨੂੰ ਵਾਪਸ ਆ ਜਾਣਾ। ਉਹ ਦੂਜੇ ਦੇਸ਼ ਦੇ ਇਲਾਕੇ 'ਚ ਨਹੀਂ ਜਾਂਦੇ, ਉਹ ਭਾਰਤੀ ਚਰਵਾਹੇ ਨੇ, ਭਾਰਤੀ ਲੋਕ ਨੇ ਤੇ ਭਾਰਤ ਦੇ ਇਲਾਕੇ ਦੇ ਵਿੱਚ ਚਰਾਉਂਦੇ ਆ ਆਪਣੇ ਪਸ਼ੂ। ਆ ਹੁਣ 2 ਦਿਨ ਪਹਿਲਾਂ ਚੀਨ ਦੀ ਫੌਜ ਨੇ ਰੋਕ ਦਿੱਤਾ, ਕਹਿੰਦੇ ਤੁਸੀਂ ਸਾਡੇ ਇਲਾਕੇ 'ਚ ਕੀ ਕਰਦੇ ਹੋ? ਇੱਥੇ ਤੱਕ ਚੀਨ ਦਾ ਇਲਾਕਾ, ਲਦਾਖ ਵਾਲੇ ਖੇਤਰ ਦੀ ਗੱਲ ਕਰਦਾ। ਉਹ ਹੁਣ ਵਾਪਸ ਆਏ ਕਿਉਂਕਿ ਉੱਥੇ ਵਸੋਂ ਨਹੀਂ ਹੈ ਦੂਰ ਦੂਰ ਤੱਕ, ਕਈ ਕਿਲੋਮੀਟਰ ਤੱਕ। ਉਹਨਾਂ ਨੇ ਭਾਰਤੀ ਫੌਜੀਆਂ ਨੂੰ ਆ ਕੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਾਣ ਨਹੀਂ ਦਿੱਤਾ, ਚੀਨ ਵਾਲੇ ਥੋੜ੍ਹਾ ਜਿਹਾ ਗਾਂਹ ਤੱਕ ਤੁਰੇ ਫਿਰਦੇ ਆ। ਹੁਣ ਭਾਰਤ ਸਰਕਾਰ ਇਤਰਾਜ਼ ਕਰੂ। ਸੰਧਾਲੀਆ ਸਾਹਿਬ ਦੇਖੋ, ਬਾਜ਼ ਨਹੀਂ ਆਉਂਦਾ ਉਹ ਦੇਸ਼। ਆਪਾਂ ਕਈ ਵਾਰ ਗੱਲ ਕੀਤੀ, ਭਾਵੇਂ ਕਰਜ਼ ਦੇ ਕੇ ਦੂਜੇ ਦੇਸ਼ ਨੂੰ ਤੰਗ ਪਰੇਸ਼ਾਨ ਕਰਨਾ ਹੋਵੇ, ਉਹ ਤਾਈਵਾਨ ਵਾਲੇ ਪਾਸੇ ਫੌਜਾਂ ਚਾੜੀ ਫਿਰਦਾ ਬੰਦਾ, ਉਹ ਸਾਰੇ ਮਸਲੇ ਦੇ ਵਿੱਚ ਸਤਰਕ ਬਹੁਤ ਰਹਿਣ ਦੀ ਲੋੜ ਹੈ ਕਿ ਭਾਈ ਉਹ ਸਮਝੌਤਾ ਹੋ ਜਾਂਦਾ ਹੈ, ਮੰਤਰੀ ਇਕੱਠੇ ਬਹਿੰਦੇ ਆ, ਫੌਜ ਦੇ ਵੱਡੇ ਅਫਸਰ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ, ਫਿਰ ਦੋਨੇ ਦੇਸ਼ ਕਹਿੰਦੇ ਨਹੀਂ ਜੀ ਅਸੀਂ ਠੀਕ ਤਰੀਕੇ ਅੱਗੇ ਚੱਲਾਂਗੇ, ਅਸੀਂ ਵਪਾਰ ਵਧੀਆ ਤਰੀਕੇ ਨਾਲ ਵਧਾਵਾਂਗੇ, ਅਸੀਂ ਸਰਹੱਦ ਦੇ ਉੱਤੇ ਕਾਬੂ ਕਰਾਂਗੇ ਸਥਿਤੀ। ਪਰ ਜਿੱਦਾਂ ਉਹ ਬਾਰ-ਬਾਰ ਆ ਕੇ ਚੁੰਡੀ ਵੱਟਦੇ ਆ ਨਾ, ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਪਹਿਲਾਂ ਵੀ ਹਿੰਦੀ ਚੀਨੀ ਭਾਈ ਭਾਈ ਕਹਿ ਕੇ ਉਹਨਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਸੀ। ਬਿਲਕੁਲ ਸਹੀ। ਚਲੋ ਆਸ ਕਰਦੇ ਹਾਂ ਵੀ ਭਾਰਤ ਸਰਕਾਰ ਇਹਦੇ 'ਤੇ ਐਕਸ਼ਨ ਲਊਗੀ। ਤੇ ਫਿਲਹਾਲ WhatsApp ਆਪਣੇ ਹੁਣ ਜਾਣ ਦਾ ਸਮਾਂ ਹੋ ਗਿਆ ਜੀ। ਧੰਨਵਾਦ। ਫਿਰ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਉਹ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ ਤੇ ਅੱਗੇ ਸ਼ੇਅਰ ਕਰ ਦਿੰਦੇ ਹੋ। ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।